नमस्कार आदाब सत श्री अकाल हमदर्द टीवी देखने वाले सारे दर्शकों का बहुत बहुत स्वागत है प्रोग्राम हमदर्द न्यूज़ एंड व्यूज़ विच मैं हां तरनजीत कौर घुम्मण हाज़र हां जी लैके तुहाडा अपना प्रोग्राम जिहदे विच गलबात करांगे हुण तक दीआं खास खबरां दे बारे विच कोई खबर या जानकारी तुहाडे कोल साडे नाल सांझी कर सकते हो। अज दे लाइव प्रोग्राम दे विच अज है जी सोमवार टोरंटो समय के मुताबिक 6 बज चुके ने। ਜਿਹੜੀਆਂ ਖਬਰਾਂ ਤੇ ਅੱਜ ਵਿਚਾਰ ਵਟਾਂਦਰਾ ਕਰਨਾ ਹੈ ਉਹਦੇ ਵਿੱਚੋਂ ਪ੍ਰਮੁੱਖ ਖਬਰਾਂ ਦੀ ਗੱਲ ਕਰੀਏ ਤਾਂ ਓਨਟਾਰੀਓ ਵਿੱਚ ਅੱਜ 525 ਮਾਮਲੇ ਸਾਹਮਣੇ ਆਏ ਨੇ ਕੋਵਿਡ ਦੇ। ਸੋ ਹੁਣ ਕਦੋਂ ਕੀ ਖੁੱਲਣ ਜਾ ਰਿਹਾ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਕੁਝ ਗੁੱਡ ਨਿਊਜ਼ ਆਈ ਹੈ ਖਾਸ ਤੌਰ ਤੇ ਓਨਟਾਰੀਅਨਸ ਦੇ ਲਈ, ਇਹਦੇ ਬਾਰੇ ਗੱਲ ਕਰਾਂਗੇ। ਉੱਤਰ ਕੋਰੀਆ ਵਿੱਚ ਵਿਦੇਸ਼ੀ ਫਿਲਮਾਂ ਦੇਖਣ ਤੇ ਨਾਲ ਜੀਨਸ ਪਾਉਣ ਵਾਲਿਆਂ ਦਾ ਹੋਏਗਾ ਸਿਰ ਕਲਮ। ਅਜਿਹੇ ਫਰਮਾਨ ਹੋਣੇ ਸ਼ੁਰੂ ਹੋ ਚੁੱਕੇ ਨੇ, ਕਿਉਂ ਐਵੇਂ ਦੇ ਫਰਮਾਨ ਆ ਰਹੇ ਨੇ ਇਹਦੇ ਬਾਰੇ ਗੱਲ ਕਰਾਂਗੇ। ओनटारियो ਦੇ ਵਿੱਚ ਨਫ਼ਰਤ ਤਹਿਤ ਮੁਸਲਿਮ ਪਰਿਵਾਰ ਦੇ ਜੀਆਂ ਉੱਤੇ ਕਾਰ ਚੜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸੋ ਓਨਟਾਰੀਓ ਵਿੱਚ ਕੈਨੇਡਾ ਵਿੱਚ ਲਗਾਤਾਰ ਮਾਮਲੇ ਨਫ਼ਰਤੀ ਹਿੰਸਾ ਦੇ ਵੱਧਦੇ ਜਾ ਰਹੇ ਨੇ। ਇਸ ਤੋਂ ਇਲਾਵਾ 2024 ਦੀਆਂ ਰਾਸ਼ਟਰਪਤੀ ਚੋਣਾਂ ਅਤੇ ਚੀਨ ਨੂੰ ਕੋਰੋਨਾ ਵਾਇਰਸ ਫੈਲਾਉਣ ਲਈ ਸਜ਼ਾ ਦਿਵਾਉਣਾ ਚਾਹੁੰਦੇ ਨੇ ਟਰੰਪ। ਸੋ ਇਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। 2024 ਦੀਆਂ ਚੋਣਾਂ ਜਿਹੜੀਆਂ ਉਹ ਲੜਨਾ ਚਾਹੁੰਦੇ ਨੇ। ਇਸ ਤੋਂ ਇਲਾਵਾ ਭਾਰਤੀ ਮੂਲ ਦੇ ਇੱਕ ਵਿਅਕਤੀ ਉੱਤੇ ਸਿੰਗਾਪੁਰ ਵਿੱਚ ਨਸਲੀ ਟਿੱਪਣੀ ਹੋਈ ਹੈ, ਜਿਹਦੇ ਵਿੱਚ ਉਹਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਲਈ चीनी लड़की नहीं बल्कि भारतीय लड़की ही गर्लफ्रेंड लभे। अजिहा क्यों आख्या, किसने आख्या, इस बारे गलबात करांगे। ते नाल ही सस्काटून दे विच सिख ते हिंदू भाईचारे वल्लों अंतिम संस्कार तो बाद फुल तारन लई जगह मंगी जा रही है। इस दे बारे भी असीं गल करांगे। प्रोग्राम की शुरुआत में सब तो पहला जोड़ लैंदे मेरे सहयोगी मरगिंद नाची नूं। स्वागत है सर। तरन तुहानूं सारे परिवार नूं सत्कार भरी सत श्री अकाल, आदाब, नमस्कार जी। चाल समय दी तुरपी पुट्ठी सुन लो अजब कहानी, वलिंग कंधारी बेच रहा है बोतल विच बंद पानी। अपने पिंड नूं छड्ड आया हुण शहर दिहाड़ी करदा नलकी वांग चुराहा पटके पल्ले तंद नताणी। कणकों सावें विकते ने हुण इस मंडी विच बंदे, अणख दी रोटी दसो इत्थे किसने है हुण खाणी। खून पीणिया जोका बन गए वैद हकीम सियासी। खून पीणिया जोका बन गए वैद हकीम सियासी। वाड़ खेत दी राखी दी थां बन गई आदम खानी। वाड़ खेत दी राखी दी थां बन गई आदम खानी। क्या बात है सर, बहुत खूब। वाड़ खा रही है जिथे सूत आ रहा, वाड़ दा खा रही है जिथे भी दुनिया च कल्ले एक जगह दी आपां अपने मन च एक थाई आउंदी है भी उत्थे वाड़ खा रही है, बहुत थावां ते वाड़ खा रही है, खाई जा रही है। सारे पासे ही दुनिया दे विच इंसान भी एक है, फितरत भी लगभग सब दी एक है। किसी दी थोड़ी जी घट हो सकती है, किसी दी वध हो सकती है। सो ये जी एग्जांपल सारे पासे देखने को मिलदियां ने। तुसीं गल जिहड़ी कीती है तरन, जिहड़ा प्रोफैशन है वो प्रोफैशन वाला दुनिया जिथे भी हैगा ਉਹਦਾ ਸੁਭਾਅ ਇੱਕ ਹੈ। मैं दो गल करांगा बहुत ही, क्योंकि आपां रिलेटेड ਉਹਦੇ ਨਾਲ ਹੈ। ਸਾਡਾ ਸੰਬੰਧ ਬਹੁਤਾ ਹੈਗਾ ਖੇਤੀ ਨਾਲ। ਮੈਂ ਇੱਥੇ ਵੀ ਰਿਹਾ, ਇੱਥੇ ਮੈਂ ਉਹਨਾਂ ਥਾਵਾਂ ਤੇ ਰਿਹਾ ਜਿੱਥੇ ਲੋਕ ਖੇਤੀ ਪ੍ਰਧਾਨ ਸਾਰੇ ਖੇਤੀ ਵਾਲੇ ਰਹਿੰਦੇ ਸੀ, ਮੈਂ ਉੱਥੇ ਜਾ ਕੇ ਵੀ ਰਿਹਾ। ਬਿਲਕੁਲ ਸੁਭਾਅ ਕਿਸਾਨ ਦਾ ਇੱਥੇ ਵੀ ਉਹੀ ਹੈ ਜੋ ਆਪਣੇ ਇੰਡੀਆ 'ਚ ਹੈ। ਲੈ ਜਾ, ਕੋਈ ਨਾ ਹੈਲਪ ਕਰਨੀ, ਕੋਈ ਗੱਲ ਨਹੀਂ, ਮੈਨੂੰ ਲੋੜ ਨਹੀਂ ਕਿਸੇ ਚੀਜ਼ ਦੀ, ਕੋਈ ਚੀਜ਼ ਕੋਲੇ ਲੈ ਲਾ, ਕੋਈ ਗੱਲ ਨਹੀਂ। ਦੂਸਰੀ ਹੈਗਾ ਟਰੱਕਿੰਗ। ਜੋ ਟਰੱਕ ਡਰਾਈਵਰ, ਸਾਰਿਆਂ ਦੀ ਗੱਲ ਨਹੀਂ ਕਰਦਾ ਮੈਂ, ਥੋੜਾ ਕਹਿਣ ਲੱਗਿਆ ਜੀ ਸਾਰੇ ਨਹੀਂ, ਬਟ ਜਿਹੜਾ ਟਰੱਕ ਡਰਾਈਵਰ ਦਾ ਸੁਭਾਅ ਇੰਡੀਆ 'ਚ ਹੈ, ਖਾਣਾ ਚੰਗੇ ਥਾਂ ਤੇ ਹੈ। ਸਭ ਨੂੰ ਪਤਾ ਹੁੰਦਾ, ਟਰੱਕਰ ਨੂੰ ਪੁੱਛੋ ਤੁਸੀਂ ਵਧੀਆ ਫੂਡ ਕਿੱਥੇ ਹੈ, ਉਹ ਤੁਹਾਨੂੰ ਦੱਸਣਗੇ। ਕਲਕੱਤੇ ਤੱਕ ਦੱਸ ਦੇਣਗੇ ਫਲਾਣਾ ਢਾਬਾ ਬੈਟਰ ਹੈ। ਇੱਧਰ ਮੁੰਬਈ ਨੂੰ ਚੱਲੋ, ਬੰਬੇ ਨੂੰ ਚਲੋ, ਜਿੱਧਰ ਦੱਸਣਗੇ ਫਲਾਣੇ ਥਾਂ ਤੇ ਢਾਬਾ ਵਧੀਆ। ਫਿਰ ਉਹਨਾਂ 'ਚ ਇੱਕ ਆਦਤ ਹੈ ਜਿਹੜੀ ਆਪਣੇ ਟਰੱਕ ਦੇ ਅੰਦਰਲੇ ਪਾਸੇ ਹੀਰੋਇਨ ਦੀ ਫੋਟੋ ਲਾਉਣੀ ਹੈ। ਇਹ ਜਿਹੀਆਂ ਫੋਟੋ ਲਾਉਣੀਆਂ ਨੇ ਇੱਥੇ ਵੀ ਐਵੇਂ। ਅੱਛਾ, ਇੱਥੇ ਹੈ ਇਦਾਂ ਟਰੱਕਰਸ ਐਵੇਂ ਹੀ ਆ, ਫੋਟੋ ਲਾਉਂਦੇ ਆ। ਬਾਹਰਲੇ ਪਾਸੇ ਵੀ ਕੀ ਮੈਟਲ ਦੇ ਇਹੋ ਜਿਹੇ ਬਣਾਏ ਹੁੰਦੇ ਆ, ਯਾਨੀ ਸੁਭਾਅ ਪ੍ਰੋਫੈਸ਼ਨ। ਸ਼ਿੰਗਾਰਿਆ ਤਾਂ ਮੈਨੂੰ, ਮੈਂ ਕਹਿ ਸਕਦੀ ਹਾਂ ਕਿ ਅੰਦਰੋਂ ਸ਼ਿੰਗਾਰਿਆ ਹੁੰਦਾ ਟਰੱਕ, ਪਰ ਆ ਨਹੀਂ ਮੈਨੂੰ ਪਤਾ ਸੀ ਫੋਟੋਜ਼ ਵਗੈਰਾ ਦਾ। ਜੇ ਕੋਈ ਟਰੱਕਰ ਇਸ ਵਕਤ ਸਾਡਾ ਪ੍ਰੋਗਰਾਮ ਦੇਖ ਰਿਹਾ, ਸਾਨੂੰ ਜ਼ਰੂਰ ਦੱਸਿਓ ਕਿਹਦੀ ਫੋਟੋ ਲੱਗੀ ਹੋਈ ਹੈ, ਕਿ ਬਾਕੀ ਫੋਟੋਜ਼ ਲੱਗਦੀਆਂ ਨੇ। ਹਾਂ ਯਾ ਸ਼ੋਰ, ਵਾਈ ਨਾਟ। ਕਈ ਜਾਣ ਦੀ ਬਾਹਰ ਮੈਂ ਇਹ ਦੇਖਿਆ ਕਿ ਮੈਟਲ ਦੀ ਉਹ ਜੀ ਸ਼ੇਪ ਵਾਲੀ ਫੋਟੋ ਕਈਆਂ ਲਾਈ ਹੁੰਦੀ। ਆਪਣੇ ਟਰੱਕਰ ਤੇ ਉਹਦਾ ਨਾਂ ਲਾਈ ਹੋ, ਪਰ ਜਿਹੜੇ ਇੱਥੋਂ ਦੇ ਲੋਕਲ ਟਰੱਕਰਸ ਹੈਗੇ ਨੇ ਉਹਨਾਂ ਦੇ ਅਜਿਹਾ ਕੁਛ ਲੱਗਿਆ। ਉਵੇਂ ਔਰਤਾਂ ਵੱਲ ਤੱਕਣਾ ਵੀ ਸਾਰਿਆਂ ਨੂੰ ਨਹੀਂ ਕਹਿੰਦਾ, ਉਹ ਤੱਕਣੀ ਵੀ ਉਹੀ ਹੈ, ਕੁਛ ਹੈ। ਆਈ ਗੈਸ ਇਟਸ ਮੈਟਰ ਆਫ ਜਿਹੜਾ ਪ੍ਰੋਫੈਸ਼ਨ ਹੈ। ਈਵਨ ਸਰਕਾਰੀ ਬਾਬੂ ਜਿਹੜੇ ਇੱਥੇ ਵੀ ਨੇ, ਉਹ ਥੋੜ੍ਹਾ ਫਰਕ ਹੈ। ਜਿਵੇਂ ਉੱਥੇ ਪੇਸ਼ ਆਉਂਦੇ ਨੇ, ਇੱਥੇ ਵੀ ਮੌਜ ਨਾਲ ਪਿੱਛੇ ਤੁਸੀਂ ਕਿਸੇ ਆਫਿਸ 'ਚ ਰਹੇ ਹੋ, ਉਹ ਪਿੱਛੇ ਮੌਜ ਨਾਲ ਬੰਦਾ ਫਿਰ ਰਿਹਾ ਆਏਗਾ, ਜਦੋਂ ਉਹਨੂੰ ਸਮਾਂ ਲੱਗੇ ਫਿਰ ਆਏਗਾ ਮੇ ਹੈਲਪ ਯੂ। ਕਈ ਥਾਵਾਂ 'ਤੇ ਆਪਾਂ ਇੰਡੀਆ ਦੀ ਗੱਲ ਕਰ ਲਈ, ਉੱਥੇ ਤਾਂ ਮੇ ਹੈਲਪ ਯੂ ਵੀ ਹੈ ਨੀਗਾ, ਪਰ ਇੱਥੇ ਵੀ ਐਵੇਂ ਹੀ ਹੈ। ਉਹ ਜਿਹੜਾ ਪ੍ਰੋਫੈਸ਼ਨ ਆ ਉਹਦੇ 'ਚ ਤਕਰੀਬਨ ਸੁਭਾਅ ਇੱਕੋ ਜਿਹੀ ਹੈ।
ਉਹ ਇੰਡੀਆ 'ਚ ਤਾਂ ਟਰੱਕਾਂ ਦੇ ਪਿੱਛੇ ਉਹ ਲਿਖੇ ਹੁੰਦੇ ਸੀ, ਨੀਚੇ ਲਾਈਨਾਂ ਲਿਖੀਆਂ ਹੁੰਦੀਆਂ ਸੀ ਸ਼ਾਇਰੀ ਦੀਆਂ, ਉਹ ਮੈਨੂੰ ਇੱਥੇ ਨਹੀਂ ਦੇਖਣ ਨੂੰ ਮਿਲੀਆਂ। ਤੁਹਾਨੂੰ ਦੇਖਿਆ ਕਿਤੇ? ਹਾਂ ਨਹੀਂ, ਉਹ ਹੈ ਨਹੀਂ ਆ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਜਾਂ ਕਈਆਂ ਨੇ ਲਿਖਿਆ ਬੁਰੀ ਨਜ਼ਰ ਵਾਲੇ ਤੇਰਾ ਵੀ ਭਲਾ ਹੋ। ਬਹੁਤ ਉੱਥੇ ਬਹੁਤੇ ਕੁਝ ਲਿਖਿਆ ਹੁੰਦਾ, ਇੱਥੇ ਹੈ ਨਹੀਂ ਗਾ। ਬਿਲਕੁਲ ਸਰ, ਖਬਰਾਂ ਤੇ ਆਪਾਂ ਚਾਹੀਏ ਜ਼ਰੂਰ ਜੀ। ਸੋ ਪਹਿਲੀ ਖਬਰ ਜੀ ਓਨਟਾਰੀਓ ਵਾਸੀਆਂ ਲਈ ਆ। ਓਨਟਾਰੀਓ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਬਹੁਤ ਜ਼ਿਆਦਾ ਘਟੇ ਨੇ। ਪਿਛਲੇ 8 ਮਹੀਨਿਆਂ ਦੀ ਗੱਲ ਕਰੀਏ ਤਾਂ ਪਹਿਲੀ ਵਾਰੀ ਪਿਛਲੇ 8 ਮਹੀਨਿਆਂ ਵਿੱਚ ਅੱਜ 525 ਮਾਮਲੇ ਸਾਹਮਣੇ ਆਏ, 600 ਤੋਂ ਘੱਟ ਮਾਮਲੇ ਆਏ ਨੇ। ਸੋ ਅਜਿਹੇ ਵਿੱਚ ਗੁੱਡ ਨਿਊਜ਼ ਵੀ ਸਾਹਮਣੇ ਆ ਗਈ ਆ। ਓਨਟਾਰੀਓ ਵਿੱਚ ਜੋ ਲਾਕਡਾਊਨ ਦੀ ਗੱਲ ਕੀਤੀ ਜਾ ਰਹੀ ਸੀ ਫਰਸਟ ਸਟੇਜ ਦੀ, ਕਿ ਉਹ 14 ਤਰੀਕ ਤੋਂ ਖੁੱਲੇਗੀ, ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਤੋਂ ਫਰਸਟ ਸਟੇਜ ਓਪਨ ਹੋਣ ਜਾ ਰਹੀ ਹੈ। ਸਰ ਕੀ ਖੁੱਲੇਗਾ, ਕੀ ਬੰਦ ਰਹੇਗਾ? ਤਰਨ ਦੇਖੋ, ਵੱਡੀ ਗੱਲ ਇਹੀ ਹੈ, ਟੋਰਾਂਟੋ ਦੇ 114 ਕੇਸਿਸ ਹੀ ਹੈ, ਇੱਥੇ 1000 ਤੋਂ ਉੱਪਰ ਜਾਂਦੇ ਹੁੰਦੇ ਸੀ। ਅਪੀਲ ਬਰਾਬਰ ਜਾਂਦਾ ਹੁੰਦਾ ਸੀ, ਹੈ ਹਲੇ ਵੀ ਬਰਾਬਰ ਹੀ ਹੈ 95 ਅਪੀਲ ਦੇ। 51 ਵਾਟਰਲੂ ਚ 40 ਦੁਰਨ ਰੀਜਨ ਦੇ ਵਿੱਚ ਇਹ ਜਿਹੜੇ ਕੇਸਿਸ ਨੇ ਘਟਣ ਦਾ ਘਟ ਗਏ ਨੇ, ਔਰ ਇਹ ਜਿਹੜੇ ਘਟੇ ਹੈਗੇ ਨੇ ਇਹਦੇ ਕਰਕੇ ਬਹੁਤ ਕੁਝ ਬੜਾ ਕੁਝ ਜੋ ਕੁਝ 14 ਜੂਨ ਨੂੰ ਖੁੱਲ੍ਹਣਾ ਸੀਗਾ, ਸਰਕਾਰ ਹੁਣ ਉਦੋਂ ਅੱਗੇ ਜਾ ਰਹੀ ਹੈ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ, ਮੈਂ ਤੁਹਾਨੂੰ ਫਰਾਈਡੇ ਸੁਨੇਹਾ ਦਿੱਤਾ ਸੀਗਾ, ਜਿਨ੍ਹਾਂ ਨੇ ਨਹੀਂ ਅਪਾਇੰਟਮੈਂਟਸ ਬਣਾਈਆਂ ਨਾ ਉਹਨਾਂ ਦੀ ਹੁਣ ਲੇਟ ਬਣਨੀਆਂ, ਜਿਨ੍ਹਾਂ ਨੇ ਮੇਰੀ ਉਦੋਂ ਗੱਲ ਸੁਣ ਕੇ ਬਣਾ ਲਈਆਂ ਨੇ ਉਹ ਸੰਡੇ ਨੂੰ ਉਹਨਾਂ ਨੇ ਲਵਾ ਵੀ ਲਿਆ ਸੈਕੰਡ ਡੋਜ਼। ਸੱਚੀ ਤਰਨ ਸੈਕੰਡ ਡੋਜ਼ ਸੰਡੇ ਨੂੰ ਲੱਗ ਗਈ ਹੈ। ਜਿਨ੍ਹਾਂ ਨੂੰ ਪਤਾ ਸੀਗਾ ਕੁਝ ਜਿਹੜੀਆਂ ਵੈਬਸਾਈਟਸ ਹੈਗੀਆਂ ਨੇ ਆਪਣੇ ਅਪੀਲ ਦੇ ਵਿੱਚ ਉਹਨਾਂ ਨੇ ਲਵਾ ਦੀ। ਵੈਸੇ ਦੂਸਰੀ ਸ਼ੁਰੂ ਹੋ ਗਈ ਹੈ ਜੀ, ਆਪਦੀ ਬੁਕਿੰਗ ਕਰਾਓ ਅੱਜ, ਔਰ ਤੁਹਾਨੂੰ ਬਹੁਤ ਦੂਰ ਤੱਕ ਨਹੀਂ ਜਾਣਾ ਪਏਗਾ। ਮੇਰਾ ਖਿਆਲ ਆ ਵਿਦਨ ਦਾ April ਮੰਥ ਆਫ ਜੂਨ ਤੁਹਾਨੂੰ ਲਾਜ਼ਮੀ ਉਹਦੀ ਜਿਹੜੀ ਹੈਗੀ ਹੈ ਮਿਲੇਗੀ, ਅਪਾਇੰਟਮੈਂਟ ਮਿਲੀ ਜਾਣੀ ਹੈ। ਕੀ ਖੁੱਲ੍ਹ ਰਿਹਾ? ਆਊਟਡੋਰ ਸੋਸ਼ਲ ਗੈਦਰਿੰਗਸ, ਜਿਹ 'ਚ 10 ਬੰਦੇ ਹੋਣਗੇ ਤੁਸੀਂ ਕਰ ਸਕਦੇ ਹੋ ਹੈਗੇ ਆ। ਰਿਲੀਜੀਅਸ ਸਰਵਿਸ ਸੈਰਮਨੀਜ਼, ਜਿਹੜੇ ਫਿਊਨਰਲਸ, ਉਹ ਜਿੰਨਾ ਲੋਕ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰ ਸਕਦੇ ਆ ਇਹ ਨਾ ਅਲਾਓ ਕਰਤਾ ਹੈਗਾ, ਨੰਬਰ ਨਹੀਂ ਹੈ ਉਹਦੇ 'ਚ। ਜਿਹੜੇ ਅੰਦਰਲੇ ਆ ਇਹੀ ਚੀਜ਼ਾਂ ਵੈਡਿੰਗਸ ਜਾਂ ਕੁਛ ਹੋਰ ਅੰਦਰ 15 ਤੋਂ ਵੱਧ ਨਹੀਂ ਹੋ ਸਕਦਾ, ਚਾਹੇ ਕੋਈ ਜਗ੍ਹਾ ਕਿੰਨੀ ਵੀ ਵੱਡੀ। ਨਾਨ ਅਸੈਂਸ਼ੀਅਲ ਰਿਟੇਲ ਪਰਮਿਟ ਕਰਤੇ ਜੀ 15% ਕੋਈ, ਜਿਹੜੇ 15% ਹੈ ਮੈਨੂੰ ਲੱਗਦਾ ਜਿਹੜੀਆਂ ਛੋਟੇ ਸਟੋਰ ਨੇ ਨਾ ਆਪਣੇ, ਉਹਨਾਂ ਦੇ ਵਿੱਚ 15, ਦੂਜਿਆਂ ਦੇ ਵਿੱਚ 25% ਹੈ ਜਿਹੜੇ ਅਸੈਂਸ਼ੀਅਲ ਹੈਗੇ ਨੇ। ਇਟ ਮੀਨਸ ਐਂਡ ਹਰੇਕ ਦੇ ਵਿੱਚ ਜਿਵੇਂ ਕਾਸਟਕੋ ਸਾਰਾ ਕੁਝ ਖੁੱਲ੍ਹਾ ਹੁੰਦਾ ਸੀਗਾ, ਵਾਲਮਾਰਟ ਜੋ ਕੁਛ ਹੁੰਦਾ ਸੀਗਾ ਪ੍ਰੀਵੀਅਸ ਗੱਲ ਤੇ ਆ ਜਾਏਗਾ ਐਸ ਫਰਾਈਡੇ ਤੋਂ। ਮਤਲਬ ਕਿ ਨਾਨ ਅਸੈਂਸ਼ੀਅਲ ਚੀਜ਼ਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਹੁਣ? ਹਾਂਜੀ ਹਾਂ, ਤੁਸੀਂ ਠੀਕ ਹੈ ਜੀ। ਆਊਟਡੋਰ ਡਾਈਨਿੰਗ ਅਪ ਟੂ 4 ਪੀਪਲ ਫਰਾਈਡੇ ਨੂੰ ਸ਼ੁਰੂ ਪਰ ਟੇਬਲ। ਜੇ ਤੁਸੀਂ ਇੱਕ ਪਰਿਵਾਰ 'ਚ ਵੱਧ ਬੰਦੇ ਹੈਗੇ ਹੋ ਤਾਂ ਟੇਬਲ ਵੱਡਾ ਕੀਤਾ ਜਾ ਸਕਦਾ, ਅਦਰਵਾਈਜ਼ 4 ਦੇ ਵਿੱਚ ਹੀ ਹੈਗਾ। ਡੇ ਕੈਂਪ ਸ਼ੁਰੂ ਹੋ ਗਏ ਨੇ। ਆਊਟਡੋਰ ਫਿਟਨੈਸ ਕਲਾਸਿਸ, ਜਿਹੜੇ ਕਿਸੇ ਨੇ ਜਿਮ ਬਾਹਰ ਆਪਣਾ ਕੁਝ ਕਰਨਾ ਚਾਹੇਗਾ ਉਹ ਕਰ ਸਕਦੇ। ਓਵਰਨਾਈਟ ਕੈਂਪਿੰਗ ਵੀ ਸ਼ੁਰੂ ਹੋ ਗਈ ਹੈ, ਕਿਉਂਕਿ ਤੁਹਾਨੂੰ ਪਤਾ ਨਾ ਫੋਰਡ ਸਾਹਿਬ ਨੂੰ ਉਹ ਬੱਚੇ ਦੇ ਘਰੇ ਗਏ ਸੀਗੇ ਤੇ ਉਹਨੇ ਇਹੋ ਜਿਹਾ ਕੁਝ ਕਿਹਾ ਸੀਗਾ, ਸੋ ਇਸ ਕਰਕੇ ਫੋਰਡ ਸਾਹਿਬ ਨੇ ਹਾਂਜੀ ਉਹ ਵੀ ਅਲਾਓ ਕਰ ਦਿੱਤੀ ਹੈਗੀ। ਕਨਸਰਟ ਵੈਨਿਊਜ਼ ਜਿੱਥੇ ਕਿ ਪ੍ਰੈਕਟਿਸ ਕਰਨੀ ਹੈ, ਉਹ ਤੁਸੀਂ ਕਨਸਰਟ ਤੇ ਨਹੀਂ ਜਾ ਸਕਦੇ, ਇਹੋ ਜਿਹਾ ਕੁਛ ਨਹੀਂ ਖੋਲ੍ਹਿਆ, ਪਰ ਪ੍ਰੈਕਟਿਸ ਵਾਸਤੇ ਉਹ ਖੁੱਲ੍ਹਾ ਹੋ ਗਿਆ ਜੀ। ਜ਼ੂਜ਼ ਖੁੱਲ੍ਹ ਗਏ ਨੇ, ਲੈਂਡਮਾਰਕਸ ਖੁੱਲ੍ਹ ਗਏ ਨੇ, ਤੇ ਤੁਸੀਂ ਹਾਰਸ ਰੇਸਿੰਗ ਇਹ ਵੀ ਉਦੋਂ ਤੋਂ ਖੁੱਲ੍ਹ ਗਿਆ। ਸੋ ਆਲਮੋਸਟ ਦੇਖੋ, ਸਰਕਾਰਾਂ ਦੀ ਕੋਸ਼ਿਸ਼ ਇਹ ਹੈ ਕਿ ਜਿੰਨਾ ਵੱਧ ਤੋਂ ਵੱਧ ਛੇਤੀ ਖੋਲ੍ਹਿਆ ਜਾਵੇ, ਜਿੰਨੀ ਇਕੋਨਮੀ ਜਲਦੀ ਚੱਲੇ। ਨੈਚੁਰਲੀ ਇਹ ਤਾਂ ਅਸਲ ਸਾਰੇ ਬੰਦ ਹੋਏ ਬੈਠੇ ਆ, ਹਰ ਕੋਈ ਚਾਹੁੰਦਾ ਹੁਣ ਕਿਸੇ ਨਾ ਕਿਸੇ ਹਿਸਾਬ 'ਚ ਬਾਹਰ ਜਾਈਏ ਨਿਕਲੀ, ਔਰ ਸਰਕਾਰ ਦੀ ਇਹ ਕੋਸ਼ਿਸ਼ ਜਿਹੜੀ ਚੱਲਣ ਹੋਈ ਹੈ, ਦਿਸ ਇਜ਼ ਆਈ ਗੈਸ ਸਟੈਪ ਇਨ ਦ ਰਾਈਟ ਡਾਇਰੈਕਸ਼ਨ ਜੀ। ਹਜੇ ਐਂਟਰਟੇਨਮੈਂਟ ਦੀ ਗੱਲ ਕਰੀਏ, ਹਜੇ ਥੀਏਟਰਸ ਵੀ ਜਿਹੜੇ ਆਊਟਡੋਰ ਹੀ ਓਪਨ ਕਰਨ ਦੀ ਉਹਨਾਂ ਨੇ ਗੱਲ ਆਖੀ, ਹਜੇ ਇੰਡੋਰ ਵਗੈਰਾ ਮੈਂ ਤਾਂ ਕੁਛ ਨਹੀਂ ਹੋਏਗਾ, ਕੋਈ ਅੰਦਰੋਂ ਥੀਏਟਰਸ ਵਗੈਰਾ ਵੀ ਹਜੇ ਓਪਨ ਕੁਛ ਵੀ ਨਹੀਂ ਹੋਏਗਾ। ਦੈਟਸ ਰਾਈਟ। ਐਂਡ ਔਨ ਟਾਪ ਆਫ ਦੈਟ ਅਸੀਂ ਇਸ ਨੂੰ ਹਾਲੇ ਵੀ ਸੀਰੀਅਸਲੀ ਲਈਏ, ਬਿਮਾਰੀ ਅਜੇ ਵੀ ਹੈ ਜੀ। ਇਹ ਪਹਿਲੀ ਗੱਲ ਤਾਂ ਕੋਸ਼ਿਸ਼ ਕਰੋ ਸੈਕੰਡ ਡੋਜ਼ ਜਿੰਨੀ ਛੇਤੀ ਲਵਾ ਸਕਦੇ ਹੋ। ਜਿਹਨੇ ਹਜੇ ਪਹਿਲੀ ਨਹੀਂ ਲਵਾਈ ਤਾਂ ਉਹਨਾਂ ਨੂੰ ਜਦੋਂ ਉਹਨਾਂ ਦੀ ਵਾਰੀ ਆਉਂਦੀ ਆ ਉਹ ਸਮਾਂ ਲਾ ਕੇ ਉਹ ਆਪਦਾ ਕਰਵਾ ਸਕਦੇ ਆ, ਠੀਕ ਹੈ ਨਾ। ਸੌਰੀ ਤਾਂ ਤਰਨ ਵਿਚਾਰੀ ਦੀ ਵਾਰੀ ਨਹੀਂ ਜੀ ਆਈ, ਕਿਉਂਕਿ ਵਿਚਾਰੀ ਨੂੰ ਕੋਵਿਡ ਹੋ ਗਿਆ ਸੀਗਾ, ਉਹਦੇ ਕਰਕੇ ਹੁਣ ਇਹਦੀ ਉਹ ਪਹਿਲੀ ਡੋਜ਼ ਇਹਦੀ ਲੇਟ ਹੋ ਗਈ ਆ। ਬਟ ਜਿਹਦੇ ਵੀ ਹੋ ਗਿਆ ਜੀ, ਜਿਹੜਾ ਕਰਵਾ ਸਕਦਾ ਜੀ ਜਿੰਨੀ ਛੇਤੀ, ਇਹਨੂੰ ਥੋੜ੍ਹਾ ਲਿਬਰਲੀ ਨਾ ਲਿਆ ਜਾਵੇ। ਕੋਸ਼ਿਸ਼ ਕਰੋ ਕਿ ਹਜੇ ਵੀ ਇਟਸ ਅ ਸੀਰੀਅਸ ਮੈਟਰ, ਔਰ ਜਿੰਨੀ ਛੇਤੀ ਤੁਸੀਂ ਜਦ ਤੱਕ ਪੂਰਾ ਖਿਆਲ ਰੱਖਣਾ, ਸਾਨੂੰ ਰੱਖਣਾ ਪਏਗਾ, ਮਾਸਕ ਲਾਉਣੇ ਪੈਣਗੇ, ਸਭ ਕੁਝ ਕਰਨਾ ਪਏਗਾ। ਸਰ ਬਿਲਕੁਲ, ਹਜੇ ਆਪਾਂ ਸਰਕਾਰ ਦੀ ਗੱਲ ਕਰੀਏ, ਹਜੇ ਵੀ ਫੂਕ ਕੇ ਕਦਮ ਰੱਖ ਰਹੀ ਹੈ ਵੀ ਕਿਤੇ ਇੱਕਦਮ ਫੇਰ ਨਾ ਉਛਾਲ ਦੇਖਣ ਨੂੰ ਮਿਲੇ। ਹਜੇ ਉਹਨਾਂ ਕੀ ਹੀ ਖੋਲ੍ਹਿਆ ਜਾ ਰਿਹਾ ਕਿ ਜਿੰਨਾ ਕੁ ਅਲਾਓ ਹੋਵੇ, ਜਿੰਨਾ ਕੁ ਸਹਿ ਸਕਦੇ ਵੀ ਕੇਸਿਸ ਨਾ ਵਧਣ। ਪਰ ਫੈਡਰਲ ਗਵਰਨਮੈਂਟ ਦੀ ਗੱਲ ਕਰੀਏ, ਉਹਨਾਂ ਨੇ ਕਹਿੰਦੇ ਕਿ ਕੁਝ ਜਿਹੜੇ ਅਜਿਹੇ ਸਪੋਰਟਸ ਇਵੈਂਟਸ ਵਗੈਰਾ ਨੇ ਜ਼ਿਆਦਾ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਹੈ, ਤੇ ਕਹਿੰਦੇ ਉਹਨਾਂ ਲਈ ਖਾਸ ਤੌਰ ਤੇ ਐਗਜ਼ੈਂਪਸ਼ਨਸ ਵੀ ਦਿੱਤੀਆਂ ਗਈਆਂ ਨੇ। ਤਰਨ ਇੱਕ ਇਕੱਲੀ ਫੈਡਰਲ ਗਵਰਨਮੈਂਟ ਨਹੀਂ ਹੈ,
ਜਿਹੜੀ ਤਰਨ ਹੁਣੀ ਗੱਲ ਕਰਨ ਲੱਗੇ ਜੀ ਨੈਸ਼ਨਲ ਹਾਕੀ ਲੀਗ ਦੀ ਗੱਲ ਕਰ ਰਹੇ ਹਾਂ ਜੀ। ਸਾਡੀ ਹਾਕੀ ਲੀਗ ਆ ਜਿਹੜੀ ਕੈਨੇਡਾ US ਤੋਂ ਬਾਹਰ ਦੱਸਦਾ ਜੀ। ਜਿਹੜੀ ਜਦੋਂ ਅਸੀਂ ਹਾਕੀ ਦੀ ਗੱਲ ਕਰਦੇ ਹਾਂ ਅਸੀਂ ਆਈਸ ਹਾਕੀ ਦੀ ਗੱਲ ਕਰਦੇ ਹਾਂ। ਇਹ ਬਿਲਕੁਲ ਉਸੇ ਬੇਸ ਤੇ ਹੈ ਜੀ ਜਿਹੜੇ ਬੇਸ ਤੇ IPL ਕੰਮ ਕਰਦੀ ਹੈ। ਪਲੇਅਰਸ ਮੁੱਲ ਲੈਂਦੇ ਆ, ਵੱਖਰੀਆਂ ਵੱਖਰੀਆਂ ਟੀਮਾਂ ਦੇ ਨਾਲ ਖੇਡਦੇ ਆ। ਇਸ ਵੇਲੇ ਨੈਸ਼ਨਲ ਹਾਕੀ ਲੀਗ ਹੈ ਜਿਹੜੀ ਸਾਡੀ ਉਹ ਫਾਈਨਲ ਫੇਜ਼ਸ 'ਚ ਆਉਣ ਲੱਗੀ ਹੋਈ ਹੈ। ਉਹਦਾ ਸੈਕੰਡ ਰਾਊਂਡ ਚੱਲ ਰਿਹਾ ਤੇ ਥਰਡ ਰਾਊਂਡ ਜਿਹੜਾ ਸ਼ੁਰੂ ਹੋਣਾ। ਸੈਕੰਡ ਰਾਊਂਡ ਕਰਕੇ ਜਿਹੜੀਆਂ US ਦੀ ਟੀਮਾਂ ਉਹ US ਖੇਡ ਰਹੀਆਂ ਨੇ, ਜਿਹੜੀ ਕੈਨੇਡਾ ਦੀਆਂ ਟੀਮਾਂ ਨੇ ਕੈਨੇਡਾ ਦੇ ਵਿੱਚ ਖੇਡ ਰਹੀਆਂ ਨੇ। ਅੱਗੇ ਉਹ ਨਹੀਂ ਹੁੰਦਾ, ਸਾਰੀਆਂ ਮਿਕਸ ਖੇਡਦੀਆਂ ਹੁੰਦੀਆਂ ਸੀਗੀਆਂ। ਪਰ ਹੁਣ ਜਦੋਂ ਜਿਹੜਾ ਥਰਡ ਰਾਊਂਡ ਹੈਗਾ ਉਹਦੇ ਵਾਸਤੇ ਸਾਡੀ ਫੈਡਰਲ ਗਵਰਨਮੈਂਟ ਨੇ ਸਣੇ ਪ੍ਰੋਵਿੰਸ਼ੀਅਲ ਗਵਰਨਮੈਂਟਸ ਨੇ ਰਲ ਕੇ ਇਹ ਫੈਸਲਾ ਕੀਤਾ ਕਿ NHL ਦੀਆਂ ਟੀਮਾਂ ਨੂੰ ਅਲਾਉ ਕਰ ਦਿੱਤਾ ਜਾਵੇ। ਕਿਉਂ? ਟੀਮਸ ਨੂੰ ਤਾਂ ਅਲਾਉ ਕਰ ਦੇਣਗੇ ਕੱਲ ਨੂੰ, ਫਿਰ ਬਾਕੀ ਜਿਹੜੇ ਸਪੈਕਟੇਟਰਸ ਨੇ ਉਹ ਵੀ ਕਹਿਣਗੇ ਕਿ ਸਾਨੂੰ ਵੀ ਜਾਣ ਦੀ ਇਜਾਜ਼ਤ ਦਿੱਤੀ ਜਾਵੇ, ਦੇਖਣ ਦੀ ਇਜਾਜ਼ਤ ਦਿੱਤੀ ਜਾਵੇ। ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਮੈਂ ਇੱਥੋਂ ਕੈਲੀਫੋਰਨੀਆ ਤੋਂ ਬੋਲਦਾ ਜੀ। ਸਵਾਗਤ ਹੈ ਜੀ। ਮੈਂ ਆਪਣੇ ਸੀਨੀਅਰ ਸਿਟੀਜ਼ਨ ਮੈਂ ਦੋਨੇ ਡੋਜ਼ਾਂ ਇਹ ਲਵਾਈਆਂ ਹੋਈਆਂ। ਹਾਂਜੀ। ਤੇ ਹੁਣ ਮੈਂ ਆਪਣੇ ਜੀ ਅਸੀਂ ਕਾਰ ਰਾਹੀਂ ਕੈਨੇਡਾ ਜਾ ਸਕਦੇ ਹਾਂ, ਇੱਧਰ ਸ਼ਟਲ ਬਾਰਡਰ ਲੰਘ ਸਕਦੇ ਹਾਂ। ਤੁਸੀਂ ਆ ਸਕਦੇ ਹੋ ਜੀ, ਲੰਘ ਸਕਦੇ ਹੋ ਜੀ। ਤੇ ਇੱਥੇ ਤੁਹਾਨੂੰ ਮੇਰੇ ਖਿਆਲ ਕੁਆਰੰਟੀਨ ਕਰਨ ਦੀ ਵੀ ਲੋੜ ਨਹੀਂ। ਬਾਏ ਰੋਡ ਤੁਸੀਂ ਅਲਾਉਡ ਹੋ, ਪਰ ਤੁਹਾਡੀ ਹਜੇ ਅਸੈਂਸ਼ੀਅਲ ਸਰਵਿਸ ਨਹੀਂ ਹੈ ਕਿਉਂਕਿ ਅਸੈਂਸ਼ੀਅਲ ਸਰਵਿਸ ਇਜ਼ ਅਲਾਉਡ। ਜਦੋਂ ਤੁਸੀਂ ਆਓਗੇ ਤਾਂ ਸ਼ਾਇਦ ਤੁਹਾਨੂੰ ਵਾਪਸ ਭੇਜ ਦਿੱਤਾ ਜਾਵੇ ਬਿਕਾਜ਼ ਜਸਟ ਅਸੈਂਸ਼ੀਅਲ ਸਰਵਿਸਿਜ਼ ਵਾਲੇ ਵਿਦ ਸਮ ਐਕਸੈਪਸ਼ਨਸ ਅਲਾਉ ਕੀਤੇ ਹੋਏ ਨੇ, ਅਦਰਵਾਈਜ਼ ਨਹੀਂ ਹੈਗਾ ਜੀ। So it's up to you. If you are essential service then it's easy for you to, otherwise it's going to be hard. ਹਜੇ ਵੇਟ ਕਰ ਲਓ, ਹੋਰ 2-3 ਹਫ਼ਤੇ ਦੀ ਗੱਲ ਹੈ ਜੀ। ਅਸੀਂ ਮੇਰੇ ਖਿਆਲ ਸਰਕਾਰਾਂ ਬਹੁਤ ਇਸ ਪਾਸੇ ਨੂੰ ਤੇਜ਼ੀ ਨਾਲ ਜਾ ਰਹੀਆਂ ਨੇ। ਜੇ ਸਾਡੇ ਸੁੱਖ ਸੰਦ ਹੋ ਰਹੇ ਜੀ, ਕੇਸਿਸ ਹੋਰ ਘਟ ਗਏ ਤਾਂ ਅਸੀਂ ਛੇਤੀ ਮੇਰੇ ਖਿਆਲ ਬਾਰਡਰਸ ਵੀ ਖੋਲ੍ਹਣ ਲੱਗ ਜਾਵਾਂਗੇ ਜੀ। ਸ਼ੁਕਰੀਆ ਜੀ ਕਾਲ ਕਰਨ ਲਈ। ਥੈਂਕ ਯੂ ਜੀ, ਥੈਂਕਸ ਫॉर ਕਾਲਿੰਗ। ਸਰ ਸਪੈਕਟੇਟਰਸ ਦੀ ਗੱਲ ਕਰ ਰਹੇ ਸੀ। ਜਿਹੜੀ ਹਾਕੀ ਲੀਗ ਹੈ ਜੀ ਹੁਣ ਉਸ ਕਰਕੇ ਸਰਕਾਰ ਨੇ ਉਹਨੂੰ ਤਾਂ ਅਲਾਉ ਕਰਤਾ। ਹੋਰ ਜਿਹੜੇ ਤੁਸੀਂ ਗੱਲ ਕੀਤੀ ਆ ਸਪੈਕਟੇਟਰਸ ਉਹ ਕਹਿਣਗੇ ਸਾਨੂੰ ਵੀ ਅਲਾਉ ਕਰੋ, ਉਹਨਾਂ ਨੂੰ ਵੀ ਅਲਾਉ ਕਰ ਦੇਣਗੇ। ਲੂਪ ਹੋਲ ਵਰਤਿਆ ਸੀਗਾ, ਤੁਹਾਨੂੰ ਪਤਾ ਮੇਪਲ ਲੀਫ ਜਿਹੜੀ ਸਾਡੀ ਟੀਮ ਟੋਰਾਂਟੋ ਦੀ ਹਾਰ ਗਈ ਹੈ। ਜਿਹੜੀ ਟੀਮ ਦੇ ਵਿੱਚ ਉਹ ਹਰੇ ਜਿਹੜੀ ਗੇਮ 'ਚ ਉਹ ਹਰੇ ਸੀਗੇ ਉਹਦੇ ਵਿੱਚ ਸਾਡੀ ਇੰਟਾਇਰ ਗਵਰਨਮੈਂਟ ਨੇ ਅਲਾਉ ਕਰਦਾ ਸੀਗਾ। ਜਿਹੜੀ ਕੁਬੈਕ ਗਵਰਨਮੈਂਟ ਆ ਉਹ ਪਹਿਲੇ 2500 ਸਪੈਕਟੇਟਰਸ ਅਲਾਉ ਕੀਤੇ ਹੋਏ ਸੀ ਉਹਨਾਂ ਨੇ। ਜਿਹੜਾ ਅਰੀਨਾ ਮੋਸਟਲੀ 15-17-20 ਹਜ਼ਾਰ ਤੱਕ ਦੀ ਕੈਪੈਸਿਟੀ ਹੈਗੀ ਹੈ। ਆਪਣੇ ਅੱਜ ਮੇਰੇ ਖਿਆਲ ਸਿਰਫ ਹੈਲਥ ਜਿਹੜੇ ਵਰਕਰ ਸੀ ਉਹਨਾਂ ਨੂੰ ਹੀ ਦੈਟਸ ਰਾਈਟ। ਹਾਂ, ਜਿਹੜੇ ਹੈਲਥ ਵਰਕਰਸ ਨੂੰ ਬ੍ਰੇਕ ਦਿੱਤੀ ਗਈ ਸੀ ਇਹ ਬਹੁਤ ਕੰਮ ਕਰ ਰਹੇ ਕੰਮ ਕੀਤਾ ਵੀ ਸੀ। ਦੇ ਡਿਜ਼ਰਵਡ ਇਟ, ਦੈਟਸ ਫਾਈਨ। ਪਰ ਟੂ ਯੂਜ਼ ਦਾ ਲੂਪ ਹੋਲ ਜਸਟ ਟੂ ਉਹਨਾਂ ਨੂੰ ਭੇਜਣ ਵਾਸਤੇ ਇਹ ਗੱਲ ਠੀਕ ਨਹੀਂ ਸੀਗੀ। ਹੋਰ ਕੋਈ ਨਹੀਂ ਸੀਗਾ। ਜੋ ਬੈਠ ਸਕਦੇ ਤੇ ਬਾਕੀ ਵੀ ਬੈਠ ਸਕਦੇ। ਹੁਣ NHL ਹੈ, ਜੇ ਉਹਨਾਂ ਨੇ ਇਹ ਅਲਾਉ ਕੀਤਾ ਬਾਕੀ ਗੇਮਸ ਕਿਉਂ ਨਹੀਂ ਅਲਾਉ ਕੀਤੀਆਂ? ਇਸ ਗੱਲ ਦਾ ਹੁਣ ਰੌਲਾ ਵੀ ਪਵੇਗਾ। ਪਰ ਨੈਸ਼ਨਲ ਹਾਕੀ ਲੀਗ ਵੱਡੀ ਬਹੁਤ ਹੈ, ਹੋ ਸਕਦਾ ਜ਼ੋਰ ਉਹਨਾਂ ਦਾ ਜ਼ਿਆਦਾ ਹੋਵੇ, ਹੋ ਸਕਦਾ ਇਸ ਕਰਕੇ ਫੈਨਸ ਬਹੁਤ ਜ਼ਿਆਦਾ ਹੈਗੇ ਆ, ਹੋ ਸਕਦਾ ਇਸ ਕਰਕੇ ਅਨਾਉਂਸ ਕੀਤਾ ਹੋਵੇ। ਇਹਦਾ ਬੈਕਲੈਸ਼ ਅਜੇ ਤਾਂ ਆਇਆ ਨਹੀਂ ਆ, ਜਦੋਂ ਆਏਗਾ ਤਾਂ ਆਪਾਂ ਉਹਦੀ ਗੱਲ ਵੀ ਕਰਾਂਗੇ। ਬਿਲਕੁਲ ਜੀ। ਪਰ ਇਹ ਜੇ ਸਪੋਰਟਸ ਇਵੈਂਟਸ ਹੋਣਗੇ ਤਾਂ ਦੇਸ਼ ਦੀ ਇਕਨੋਮੀ ਨੂੰ ਵੀ ਵਾਧਾ ਹੋਏਗਾ। ਆਉਣਗੇ ਟੂਰਿਸਟ, ਆਉਣਗੇ ਵੇਖਣ ਲਈ, ਆਉਣਗੇ ਨਾਲ ਦੇ ਮੁਲਕ ਦੇ ਜਿਹੜੇ ਪਲੇਅਰਸ ਨੇ ਉਹਨਾਂ ਦੇ ਵੀ ਆਉਣਗੇ। ਸੋ ਸਰ ਪਰ ਇਹ ਤਾਂ ਹੈ ਆਉਣਗੇ, ਪਰ 에ਅਰ ਕੈਨੇਡਾ ਦੀ ਇੱਥੇ ਗੱਲ ਜ਼ਰੂਰ ਕਰ ਲਈਏ। ਜਦੋਂ ਦਾ 에ਅਰ ਕੈਨੇਡਾ ਨੇ ਬੋਨਸ ਦੇਣ ਦੀ ਗੱਲ ਆਖੀ ਆਪਣੇ ਐਗਜ਼ੈਕਟਿਵਸ ਨੂੰ, ਉਸ ਦਿਨ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਸੁਰਖੀਆਂ ਛਾਏ ਹੋਏ ਨੇ। ਇੰਨਾ ਕੁ ਜ਼ਿਆਦਾ ਇਸ ਵਕਤ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਅਦਾਰਿਆਂ ਤੋਂ ਉਹਨਾਂ ਦੀ ਕਿਰਕਰੀ ਹੋ ਰਹੀ ਸੀ। ਖਾਸ ਤੌਰ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਗੱਲ ਨੂੰ ਲੈ ਕੇ ਕਾਫੀ ਨਿਰਾਸ਼ਾ ਜ਼ਾਹਿਰ ਕੀਤੀ ਸੀ। ਸੋ ਹੁਣ ਖਬਰ ਜੋ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ 에ਅਰ ਕੈਨੇਡਾ ਦੇ ਜਿਹੜੇ ਐਗਜ਼ੈਕਟਿਵਸ ਨੂੰ ਬੋਨਸ ਮਿਲਣਾ ਸੀ ਉਹ ਵਾਪਸ ਲੈ ਲਿਆ ਗਿਆ। ਸਰ ਕੀ ਕਹੋਗੇ? ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਬ੍ਰਹਮਪੁਰ ਤੋਂ ਬੋਲ ਰਿਹਾ ਜੀ। ਮੈਂ ਪੁੱਛਣਾ ਚਾਹੁੰਦਾ ਸਟੇ ਐਟ ਹੋਮ 2 ਜੂਨ ਤੱਕ ਸੀਗਾ, ਉਹ ਸਟਿਲ ਕੰਟੀਨਿਊਸ ਹੈ ਕਿ ਫਿਨਿਸ਼ ਹੋ ਗਿਆ? ਨਹੀਂ ਜੀ, ਉਹ ਫਿਨਿਸ਼ ਹੋ ਗਿਆ ਜੀ। 2 ਜੂਨ ਤੋਂ ਬਾਅਦ ਐਕਸਟੈਂਡ ਨਹੀਂ ਕੀਤਾ ਗਿਆ ਜੀ। ਉਹ ਤੁਸੀਂ ਯੂ ਕੈਨ ਗੋ ਆਊਟ ਆਫ ਯੂਰ ਹੋਮ, ਤੁਸੀਂ ਜਾ ਸਕਦੇ ਹੋ। ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਜਿੱਥੇ ਜੀ ਕੀਤਾ ਤੁਰੇ ਫਿਰੀ ਆਪਾਂ। ਪਰ ਸਟਿਲ ਹਾਂਜੀ ਉਹ ਜਿਹੜਾ ਲਾਕਡਾਊਨ, ਹਾਂਜੀ ਉਹ ਤਾਂ ਲੈਣੇ ਹੀ ਪੈਣਗੇ। ਬਟ ਜਿਹੜਾ ਸਰਕਾਰੀ ਤੌਰ ਤੇ ਲਾਕਡਾਊਨ ਸੀਗਾ OCI ਬਾਰੇ ਮੈਂ ਤੁਹਾਨੂੰ ਕੁਝ ਪੁੱਛ ਸਕਦਾ ਕਿ ਪ੍ਰੋਗਰਾਮ ਵਿੱਚ ਨਹੀਂ ਇਹ ਪੁੱਛ ਸਕਦੇ? ਨਹੀਂ, ਪੁੱਛਣ ਨੂੰ ਤਾਂ ਕੋਈ ਫਰਕ ਨਹੀਂ ਹੈ ਜੀ। ਜੋ OCI ਸਾਡੇ ਕੋਲ ਜਵਾਬ ਹੋਵੇ ਤਾਂ ਦੇਵਾਂਗੇ। ਪਰ ਮੋਸਟਲੀ ਅਸੀਂ ਜਿਹੜਾ ਪ੍ਰੋਗਰਾਮ ਰਿਗਾਰਡਿੰਗ ਦੈਟ ਹੁੰਦਾ, ਤੁਸੀਂ ਕੀ ਕੋ ਸਵਾਲ ਆ? ਜੇ ਸਾਨੂੰ ਨਹੀਂ ਆਏਗਾ ਤਾਂ ਅਸੀਂ ਕਹਿੰਦੇ ਨੋ। OCI ਮੇਰੀ ਉਮਰ ਹੈਗੀ 80 ਸਾਲ ਦੇ ਕਰੀਬ ਤੇ OCI ਦਾ ਕਾਰਡ ਮੇਰੇ ਕੋਲ ਕਾਫੀ ਪੁਰਾਣਾ ਆ। ਹਾਂਜੀ। ਔਰ ਉਹਦੇ ਵਿੱਚ ਕੋਈ ਮੈਨੂੰ ਰਿਨਿਊਅਲ ਕਰਾਉਣ ਦੀ ਲੋੜ ਹੈ? ਉਹਦੇ ਵਿੱਚ ਕੋਈ ਵੈਲਿਡਿਟੀ ਨਹੀਂ ਲਿਖੀ ਹੋਈ ਜੀ। ਕਹੋਗੇ ਤੁਸੀਂ? ਨਹੀਂ ਸਰ, ਮੈਨੂੰ ਆਈਡੀਆ ਨਹੀਂ ਇਹਦੇ ਬਾਰੇ। ਮੈਨੂੰ ਵੀ ਇਹਦੇ 60 ਸਾਲ ਤੱਕ ਦਾ ਤਾਂ ਹੈ, ਉਸ ਤੋਂ ਬਾਅਦ ਦਾ ਨਹੀਂ ਹੈ ਕੋਈ। ਹਾਂਜੀ, ਕਿਉਂਕਿ ਇਹਦੇ ਬਾਰੇ ਫ੍ਰੈਂਕਲੀ ਚੇਂਜਸ ਬਹੁਤ ਆਈਆਂ ਨੇ। ਔਰ ਜਿਹੜੀ ਚੇਂਜ ਆ, ਚੇਂਜ ਦਾ ਕਨਫਿਊਜ਼ਨ ਬਹੁਤ ਜ਼ਿਆਦਾ ਹੈਗਾ। ਤੁਹਾਨੂੰ ਜਿਹੜੀ ਬੈਟਰ ਇਨਫੋਰਮੇਸ਼ਨ ਹੈ, ਤੁਹਾਨੂੰ ਜੇ ਫੋਨ ਕਰੋਗੇ ਤੁਸੀਂ ਕੈਨੇਡੀਅਨ ਐਮਬੈਸੀ ਨੂੰ ਤਾਂ ਤੁਹਾਨੂੰ ਉਹਦਾ ਜਵਾਬ ਨਹੀਂ ਆਏਗਾ।
ਤੁਹਾਨੂੰ ਈਮੇਲ ਕਰਨੀ ਪਵੇਗੀ। ਜਿਹੜੀਆਂ ਤੁਹਾਡੀਆਂ ਕੰਡੀਸ਼ਨਸ ਨੇ ਪਲੀਜ਼ ਤੁਸੀਂ ਉਹ ਸਾਰੀਆਂ ਲਿਖ ਕੇ ਤੁਸੀਂ ਉਹਨਾਂ ਨੂੰ ਈਮੇਲ ਕਰੋ। ਇੰਡੀਅਨ ਕੌਂਸੂਲੇਟ ਨੂੰ ਤੁਸੀਂ ਸੌਰੀ ਇੰਡੀਅਨ ਕੌਂਸੂਲੇਟ ਜੀ ਹਾਂਜੀ ਇੰਡੀਅਨ ਕੌਂਸੂਲੇਟ ਨੂੰ ਕੰਟੈਕਟ ਕਰੋ। ਐਮਰਜੈਂਸੀ ਉਹ ਫੋਨ ਹੈਗਾ ਪਰ ਉਹਦੇ ਕੋਈ ਰਿਪਲਾਈ ਨਹੀਂ ਕਰਦੇ ਤੁਹਾਨੂੰ ਉਹ, ਕਿਉਂਕਿ ਇਹ ਐਮਰਜੈਂਸੀ ਨਹੀਂ ਹੈਗੀ ਜੀ। ਜੇ ਤੁਸੀਂ ਈਮੇਲ ਕਰੋਗੇ ਇੰਡੀਅਨ ਹਾਈ ਕਮਿਸ਼ਨ ਆਟਵਾ ਦਾ ਨੰਬਰ ਤੁਸੀਂ ਪ੍ਰੋਵਾਈਡ ਕਰ ਸਕਦੇ ਹੋ ਕਿਸੇ ਵੇਲੇ? ਰਾਈਟ ਨਾਓ ਵੀ ਕੈਨਟ ਬਿਕਾਜ਼ ਇਸ ਪ੍ਰੋਗਰਾਮ ਦੇ ਦੌਰਾਨ, ਪਰ ਕੋਈ ਆਨਲਾਈਨ ਜਾਓ ਜੀ, ਹਰ ਚੀਜ਼ ਉੱਥੇ ਇਨਫੋਰਮੇਸ਼ਨ ਪਈ ਹੈ, ਤੁਸੀਂ ਆਨਲਾਈਨ ਪਾਓ। ਹੁਣ ਕਦੀ ਯੂਜ਼ ਨਹੀਂ ਕੀਤੀ, 80 ਸਾਲ ਦੀ ਉਮਰ ਹੈ, ਘੱਟ ਯੂਜ਼ ਕੀਤੀ ਹੈ। ਓਕੇ, ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੇ ਅਖੀਰ ਤੁਹਾਨੂੰ ਇੰਡੀਅਨ ਕੌਂਸੂਲੇਟ ਟੋਰਾਂਟੋ ਦਾ ਅਸੀਂ ਤੁਹਾਨੂੰ ਨੰਬਰ ਦੇ ਸਕੀਏ, ਸੋ ਤੁਸੀਂ ਬਣੇ ਰਹੋ। ਨੰਬਰ ਹੈ ਉਹਦੇ ਚ ਤਰਨਜੀਤ, ਲੇਕਿਨ ਉਹ ਚੁੱਕਦੇ ਨਹੀਂ ਨਾ ਕਾਲ ਬੈਕ ਕਰ। ਤੁਹਾਨੂੰ ਉਹੀ ਦੱਸਦਾ ਕਿਉਂਕਿ ਮੈਂ ਹੁਣ ਜ਼ਿਆਦਾ ਟਾਈਮ ਨਹੀਂ, ਹੋਰ ਵੀ ਲੋਕੀ ਆ, ਬੜਾ ਇੰਪੋਰਟੈਂਟ ਪ੍ਰੋਗਰਾਮ ਹੈ। ਥੈਂਕ ਯੂ ਜੀ। ਮੈਂ ਬਾਅਦ ਚ ਕਿਸੇ ਵੇਲੇ ਫੋਨ ਕਰਕੇ ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਕੋਸ਼ਿਸ਼ ਕਰ ਲਿਓ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਨੰਬਰ ਪ੍ਰੋਵਾਈਡ ਕਰਵਾਉਣ ਦੀ। ਥੈਂਕ ਯੂ ਜੀ ਕਾਲ ਕਰਨ ਲਈ। ਜਿਹੜੀ 에ਅਰ ਕੈਨੇਡਾ ਦੀ ਤੁਸੀਂ ਗੱਲ ਕਰਨ ਲੱਗੇ ਸੀ ਜੀ, ਕੀ ਆ ਉਹ ਗੱਲ? ਕਹਿੰਦੇ ਵਾਪਸ ਲੈ ਰਹੇ ਨੇ ਬੋਨਸ। ਦੇਖਿਆ ਫਰਕ ਪੈ ਗਿਆ ਨਾ। ਜਦ ਤੱਕ ਰੌਲਾ ਨਹੀਂ ਪਾਉਂਗੇ, ਜਦ ਤੱਕ ਇਹ ਕਿਸੇ ਇਸ਼ੂ ਨੂੰ ਨਹੀਂ ਚੱਕਿਆ ਜਾਏਗਾ, ਉਦੋਂ ਤੱਕ ਜਿਹੜਾ ਥੱਲੇ ਕਾਰਪੇਟ ਦੇ ਜਿਹੜਾ ਕੰਮ ਚੱਲ ਰਿਹਾ ਚੱਲੀ ਜਾਣ ਤੋਂ, ਜਿਹੜਾ ਖਾ ਰਿਹਾ ਖਾਈ ਜਾਣ ਤੋਂ। ਹਰ ਥਾਂ ਇਹੀ ਹਾਲ ਹੈ, ਮਨੁੱਖੀ ਫਿਤਰਤ ਉਹੀ ਹੈਗੀ ਹੈ। ਜੇ ਮੈਨੂੰ ਮਿਲਦਾ ਮੈਂ ਲੈ ਲੈਣਾ, ਜੇ ਕੋਈ ਪਹੂਆ ਤਾਂ ਮੋੜ ਦਾਂਗੇ, ਨਹੀਂ ਤਾਂ ਨਾ ਸਹੀ। ਇਹ ਐਵੇਂ ਲੰਘ ਜਾਣਾ ਸੀਗਾ। ਰੌਲਾ ਪੈ ਗਿਆ ਪਾਰਲੀਮੈਂਟ ਦੇ ਵਿੱਚ, ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ। ਫੈਸਲਾ ਇਹ ਕੀਤਾ, ਇਹ ਨਹੀਂ ਕਿਹਾ ਕਿ ਵਾਪਸ ਕਰੋ, ਉਹਨਾਂ ਨੂੰ ਬੇਸ਼ਰਮ ਕੀਤਾ ਗਿਆ ਕਿਉਂਕਿ ਇਹ ਸਰਕਾਰ ਦੇ ਵਾਸਤੇ ਨਹੀਂ, ਸਰਕਾਰ ਨੇ ਪੈਸੇ ਦੇਣੇ ਸੀ, ਹੈਲਪ ਕਰਨੀ ਸੀ, ਕਰਤੀ। ਪਰ ਉਹ ਲੋਕ ਬੇਸ਼ਰਮ ਨੇ, ਪਾਰਡਨ ਮਾਈ ਲੈਂਗੁਏਜ, ਉਹਨਾਂ ਦੇ ਬੇਸ਼ਰਮੀ ਦੀ ਹੱਦ ਇਹ ਵੀ ਹੈ ਵੀ ਬੋਨਸ ਵੀ ਲੈ ਲਿਆ, ਤੁਹਾਨੂੰ ਅਸੀਂ ਕੱਢਣ ਲੱਗੇ ਹਾਂ, ਟੈਕਸ ਪੇਅਰਸ, ਸਾਡਾ ਪੈਸਾ ਹੈ, ਤੁਹਾਨੂੰ ਅਸੀਂ ਦਿੱਤਾ ਵੀ ਤੁਹਾਡੀ 에ਅਰਲਾਈਨ ਥੱਲੇ ਨਾ ਜਾਵੇ, ਤੇ ਤੁਸੀਂ ਮੌਜ ਨਾਲ ਬੋਲਦੇ। ਤੁਹਾਨੂੰ ਸ਼ਰਮ ਨਹੀਂ ਆਉਂਦੀ? ਸ਼ੀਸ਼ੇ 'ਚ ਖੜ ਕੇ ਆਪਦੇ ਆਪਣਾ ਗੱਲ ਕਰਕੇ ਤਾਂ ਦੇਖੋ। ਉਹਨਾਂ ਨੂੰ ਸ਼ਰਮ ਆ ਗਈ ਆ, ਤਾਂ ਇਹ ਰਿਮਾਈਂਡ ਕਰਾਇਆ ਗਿਆ। ਸੋ ਉਹ ਹੁਣ ਆਪਦਾ ਜਿਹੜਾ ਬੋਨਸਿਸ ਹੈਗੇ ਆ 2020 ਵਾਲੇ, ਉਹ ਵਾਪਸ ਕਰ ਦਿੱਤੇ ਨੇ। ਅੱਗੇ ਨੂੰ ਵੀ ਇਸ ਗੱਲ ਦਾ ਖਿਆਲ ਰੱਖਣ। ਕਿਉਂ ਨਹੀਂ? ਉਹਨਾਂ ਨੂੰ ਅਗਲੀ ਵਾਰੀ ਪੈਸੇ ਨਹੀਂ ਸੀ ਮਿਲਣੇ ਤਾਂ, ਕਿਉਂਕਿ ਹੁਣ ਰੌਲਾ ਪੈ ਚੁੱਕਿਆ, ਉਹਨਾਂ ਨੂੰ ਲੋੜ ਪੈਣੀ ਹੈ। 에ਅਰ ਕੈਨੇਡਾ ਇਜ਼ ਇਨ ਟਰਬਲ। 에ਅਰ ਕੈਨੇਡਾ ਇਜ਼ ਨਾਟ ਆਊਟ ਆਫ ਟਰਬਲ। ਇਹਨਾਂ ਨੂੰ ਹਜੇ ਹੋਰ ਵੀ ਲੋੜ ਪੈਣੀ ਹੈ। ਇਹਨਾਂ ਨੇ ਤਾਂ ਹੀ ਉਹ ਬੋਨਸ ਵਾਪਸ ਕੀਤੇ, ਕਿਉਂਕਿ ਇਹਨਾਂ 2-4-6 ਮਹੀਨੇ ਦੇ ਵਿੱਚ ਫੇਰ ਕਹਿਣਾ ਭਾਈ ਅਸੀਂ ਤਾਂ ਬੰਦ ਕਰਨ ਲੱਗੇ, ਸਾਨੂੰ ਪੈਸੇ ਦਿਓ। ਬਿਲਕੁਲ। ਅੱਜ ਜਿਹੜੇ ਲੋਕ ਕਈ ਇਹ ਜੋ ਹੈਗਾ ਜਿਨ੍ਹਾਂ ਨੂੰ ਉਹਨਾਂ ਦੇ ਵਾਪਸ ਨਹੀਂ ਮਿਲੇ ਹੈਗੇ, ਰਿਫੰਡਸ ਨਹੀਂ ਮਿਲੇ ਹੈਗੇ, ਬੋਨਸ ਦੇਣ ਨੂੰ ਤੁਸੀਂ ਕਾਲੇ ਹੋ ਗਏ ਹੋ, ਜਿਨ੍ਹਾਂ ਦੇ ਕਰਕੇ 에ਅਰਲਾਈਨ ਇੰਡਸਟਰੀ ਚੱਲਦੀ ਪਈ ਆ, ਉਹਨਾਂ ਨੂੰ ਤਾਂ ਦੇ ਦਿਓ ਆਪਦੇ ਕਸਟਮਰ। ਦੈਟਸ ਰਾਈਟ। ਆਪਾਂ ਨੂੰ ਕਾਲਸ ਆਈਆਂ ਨੇ, ਸ਼ੋਅ ਦੇ ਵਿੱਚ ਕਾਲਸ ਆਈਆਂ ਨੇ ਕਿ ਉਹਨਾਂ ਨੂੰ ਪੈਸੇ ਨਹੀਂ ਮਿਲ ਰਹੇ ਹੈਗੇ, ਤੇ ਬੋਨਸ ਚੁੱਪ ਕਰਕੇ ਫੜਾ ਦਿੱਤੇ ਆ। ਐਂਡ ਦਿਸ ਇਜ਼ ਟੋਟਲ ਮਿਸਮੈਨੇਜਮੈਂਟ। ਇਹ 에ਅਰ ਕੈਨੇਡਾ ਦੇ ਬੇਸ ਉਹਨਾਂ ਵਾਸਤੇ ਬੜੀ ਗਲਤ ਗੱਲ ਕੀਤੀ ਹੈ ਉਹਨਾਂ ਨੇ। ਸ਼ੁਕਰ ਹੈ ਜੇ ਵਾਪਸ ਆ ਕੇ ਨਹੀਂ ਇਸ ਗੱਲ ਤੋਂ। ਬਿਲਕੁਲ। 에ਅਰ ਕੈਨੇਡਾ ਦੇ ਨਾਲ ਹੀ ਸਰ ਇੰਡੀਜੀਨੀਅਸ ਦੀ ਵੀ ਗੱਲ ਅਸੀਂ ਜ਼ਰੂਰ ਕਰ ਲਈਏ। ਬੱਚਿਆਂ ਦੀ ਮੌਤ ਤੋਂ ਬਾਅਦ ਇਸ ਵਕਤ ਕੈਨੇਡਾ ਵਿੱਚ ਮਾਹੌਲ ਕਾਫੀ ਜ਼ਿਆਦਾ ਗਰਮਾਇਆ ਹੋਇਆ। ਪਾਰਲੀਮੈਂਟ ਤੋਂ ਲੈ ਕੇ ਇੱਕ ਆਮ ਪਬਲਿਕ ਤੱਕ ਇਸ ਮੁੱਦੇ ਉੱਤੇ ਗੱਲਬਾਤ ਕਰ ਰਹੀ ਆ। ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾ ਰਹੀਆਂ ਨੇ। ਜੇ ਤੁਹਾਨੂੰ ਯਾਦ ਹੋਵੇ ਤਾਂ ਐਜਰਟਨ ਰਾਈਟਸਨ ਦੀ ਜਿਹੜੀ ਹੈਗੀ ਆ ਸਟੈਚੂ ਲੱਗਿਆ ਹੋਇਆ ਸੀ ਯੂਨੀਵਰਸਿਟੀ ਦੇ ਵਿੱਚ, ਉਹ ਸੁੱਟ ਦਿੱਤਾ ਗਿਆ। ਸਰ ਇਹਨੂੰ ਲੈ ਕੇ ਹੁਣ ਕੀ ਕਹਿਣਾ ਚਾਹੋਗੇ? ਇੱਕ ਕਰਕੇ ਆਪਾਂ ਰਾਈਟਸਨ ਯੂਨੀਵਰਸਿਟੀ ਦੇ ਬੀਤੇ ਦਿਨ ਵੀ ਗੱਲ ਕੀਤੀ ਸੀ ਕਿ ਸ਼ਾਇਦ ਰਾਈਟਸਨ ਯੂਨੀਵਰਸਿਟੀ ਦਾ ਨਾਮ ਚੇਂਜ ਕੀਤਾ ਜਾਵੇ ਕਿਉਂਕਿ ਸਟੂਡੈਂਟਸ ਨਾਮ ਨਹੀਂ ਲਿਖ ਰਹੇ ਇਸ ਵਕਤ। ਕੀ ਮਾਮਲਾ ਸਾਹਮਣੇ ਆ ਰਿਹਾ? ਤਰਨ, ਜਿਹੜਾ ਐਗਰਟਨ ਰਾਈਟਸਨ ਹੈ, ਇਹ ਉਹ ਬੰਦਾ ਸੀਗਾ ਜਿਹੜਾ ਕਿ ਜਿਹੜੇ ਰੈਜ਼ੀਡੈਂਸ਼ੀਅਲ ਸਕੂਲਸ ਨੇ ਜਿਹਦੇ ਵਿੱਚ ਕਿ ਜਿਹੜੇ ਨੇਟਿਵ ਇੰਡੀਅਨਸ ਆ ਉਹਨਾਂ ਦੇ ਬੱਚਿਆਂ ਨੂੰ ਇੱਕ ਥਾਂ ਤੇ ਲਿਆਇਆ ਜਾਂਦਾ ਸੀਗਾ। ਉੱਥੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਵੱਖਰਾ ਪੜ੍ਹਾਇਆ ਜਾਂਦਾ ਸੀ, ਇੰਗਲਿਸ਼ ਕਲਚਰ ਬਾਰੇ ਦੱਸਿਆ ਜਾਂਦਾ ਸੀ, ਉਹਨਾਂ ਨੂੰ ਆਪਣੇ ਕਲਚਰ ਤੋਂ ਪਰੇ ਕੀਤਾ ਜਾਂਦਾ ਸੀਗਾ। ਇਹ ਬੰਦਾ ਉਹਦੇ ਬਾਨੀਆਂ ਚੋਂ ਸੀਗਾ। ਇਹਦੇ ਨਾਂ ਦੇ ਉੱਤੇ ਹੁਣ ਰਾਈਟਸਨ ਯੂਨੀਵਰਸਿਟੀ ਬੜੀ ਵੱਡੀ ਯੂਨੀਵਰਸਿਟੀ ਹੈ, ਇਹਦੀ ਕਈ ਬ੍ਰਾਂਚਸ ਨੇ ਐਕਚੁਅਲੀ, ਔਰ ਇਹਦਾ ਐਸ ਵੀਕਐਂਡ ਦੇ ਉੱਤੇ ਜਿਹੜਾ ਇਹਦਾ ਬੁੱਤ ਲੱਗਿਆ ਸੀਗਾ, ਲੋਕਾਂ ਨੇ ਬੁੱਤ ਲਾ ਕੇ ਥੱਲੇ ਸੁੱਟ ਲਿਆ। ਸਮੇਂ ਦੀ ਗੱਲ ਆ, ਕਿਸੇ ਵੇਲੇ ਬੁੱਤ ਲਾਇਆ ਗਿਆ, ਇਹਦੀ ਕਿੰਨੀ ਬੱਲੇ ਬੱਲੇ ਹੋਈ ਹੋਣੀ ਹੈ ਵੀ ਇਹ ਬੰਦਾ ਕਿੰਨਾ ਚੰਗਾ ਸੀਗਾ, ਇਹਨੇ ਸਾਡੇ ਦੇਸ਼ ਵਾਸਤੇ ਆਹ ਕੁਛ ਕੀਤਾ ਹੈ, ਤੇ ਹੁਣ ਉਹ ਖਿੱਚ ਕੇ ਲਾ ਲਿਆ ਗਿਆ। ਹਾਲਤ ਇਹ ਹੋਈ ਹੈ, ਔਰ ਉਹ ਉਹਨੂੰ ਦੁਬਾਰੇ ਲਾਉਣਾ ਨਹੀਂ ਹੈ। ਯੂਨੀਵਰਸਿਟੀ ਨੇ ਆਲਰੇਡੀ ਅਨਾਉਂਸ ਕਰਤਾ ਵੀ ਅਸੀਂ ਉਹਦਾ ਬੁੱਤ ਮੁੜ ਕੇ ਉੱਥੇ ਨਹੀਂ ਲਾਵਾਂਗੇ। ਪਹਿਲਾਂ ਤਾਂ ਬੁੱਤ ਦੇ ਉੱਤੇ ਪੇਂਟ ਸੱਟਿਆ ਗਿਆ, ਲਾਲ ਰੰਗ ਦਾ ਪੇਂਟ ਤੇ ਖੂਨ ਦਾ ਜਿਹੜੀ ਚੀਜ਼ ਹੈ, ਔਰ ਇਹ ਚੰਗਾ ਫੈਸਲਾ ਲਿਆ ਜਿਹੜਾ ਯੂਨੀਵਰਸਿਟੀ ਨੇ ਕਿ ਅਸੀਂ ਮੁੜ ਕੇ ਉੱਥੇ ਨਹੀਂ ਤਾਂ ਯੂਨੀਵਰਸਿਟੀ ਰਾਤ ਨੂੰ ਵੀ ਲਾ ਸਕਦੀ ਹੈ। ਇੱਕ ਵਾਰੀ ਢਾਤਾ ਮੁੜ ਕੇ ਫੇਰ ਆ ਦੋ, ਐਸੀ ਕਿਹੜੀ ਗੱਲ ਹੈਗੀ? ਫੇਰ ਢਾਣਗੇ, ਫਿਰ ਕਿੰਨੀ ਕੁ ਵਾਰੀ ਢਾਉਣਗੇ? ਬਟ ਯੂਨੀਵਰਸਿਟੀ ਨੇ ਸਹੀ ਗੱਲ ਕੀਤੀ ਹੈ ਕਿ ਅਸੀਂ ਉਹਦਾ ਬੁੱਤ ਨਹੀਂ ਲਾਵਾਂਗੇ। ਇਹ ਫੈਸਲਾ ਸੁਣਾ ਦਿੱਤਾ ਗਿਆ। ਹੁਣ ਆ ਗਿਆ ਗੱਲ ਨਾਂ ਦੀ। ਇਹ ਨਾਂ ਤਰਨ ਜਿਹੜੇ ਹਿਸਾਬ 'ਚ ਗੱਲ ਚੱਲ ਰਹੀ ਹੈ, ਇਹ ਨਾਂ ਨਹੀਂ ਰਹੇਗਾ, ਕਿਉਂਕਿ ਇਫ ਯੂ ਲੁੱਕ ਐਟ ਫਰੋਮ ਦ ਬਿਜ਼ਨਸ ਪਰਸਪੈਕਟਿਵ, ਜਿਹੜੇ ਨਵੇਂ ਸਟੂਡੈਂਟਸ ਹੈ, ਬਹੁਤ ਲੋਕੀ ਹੁਣ ਇਸ ਗੱਲ ਦਾ ਬਾਈਕਾਟ ਕਰਨਗੇ ਵੀ ਇਹ ਐਸੀ ਯੂਨੀਵਰਸਿਟੀ ਹੈ ਜਿਹੜੀ ਕਿ ਰੇਸ਼ਲ ਯੂਨੀਵਰਸਿਟੀ ਹੈਗੀ ਆ, ਅਸੀਂ ਇੱਥੇ ਐਡਮਿਸ਼ਨ ਨਹੀਂ ਲੈਣੀ। ਸੋ ਗੱਲ ਚੱਲ ਪਈ ਹੈ,
ਜਿਵੇਂ ਤੁਸੀਂ ਗੱਲ ਕੀਤੀ ਸੀ ਸਰਟਨ ਸਟੂਡੈਂਟਸ ਇਹਨੂੰ ਐਕਸ ਯੂਨੀਵਰਸਿਟੀ ਆਲਰੇਡੀ ਕਹਿਣ ਲੱਗ ਪਏ ਹੈਗੇ ਨੇ ਔਰ ਇਹ ਜੇ ਹਾਲਾਤ ਇਹ ਰਹੇ ਹਾਲਤ ਇਦੋਂ ਮੰਦੇ ਜਾਣੇ ਕਿਉਂ ਹੋਰ ਲੋਕੇਸ਼ਨਸ ਦੇ ਉੱਤੇ ਵੀ ਹੁਣ ਖੋਜ ਜਾਰੀ ਹੋ ਗਈ ਹੈ ਜਿੱਥੇ ਸਕੂਲਸ ਦੇ ਬੱਚੇ ਉੱਥੇ ਰਹਿੰਦੇ ਹੁੰਦੇ ਸੀ ਉੱਥੇ ਬੋਡੀਜ਼ ਹਰੇਕ ਥਾਂ ਤੇ ਹੈਗੀਆਂ ਨੇ ਕਹਿ ਰਹੇ ਨੇ ਕਹਿੰਦੇ ਕਿ ਕੁਝ ਥਾਵਾਂ ਦੇ ਉੱਤੇ ਜਿਹੜੇ ਪ੍ਰੂਫਸ ਇਸ ਵਕਤ ਮਿਲੇ ਨੇ ਉਹਦੇ ਵਿੱਚ ਕਈ ਥਾਵਾਂ ਦੇ ਉੱਤੇ ਡਾਕੂਮੈਂਟਸ ਵਿੱਚ ਇਹ ਪਾਇਆ ਗਿਆ ਕਿ ਕਈ ਬੱਚਿਆਂ ਨੇ ਸੁਸਾਈਡ ਕੀਤੀ ਹੈ ਤੇ ਕਈਆਂ ਦੀ ਪਾਣੀ ਵਿੱਚ ਡੁੱਬ ਕੇ ਮੌਤ ਹੋਈ ਹੈ ਜਿਨ੍ਹਾਂ ਦੇ ਕਿ ਉੱਥੇ ਕੰਕਾਲ ਜਿਹੜੇ ਆ ਉਹ ਮਿਲੇ ਨੇ ਸੋ ਐਵੇਂ ਦੀਆਂ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਵਾਕਈ ਇਹਨਾਂ ਨੂੰ ਹੋਰ ਜ਼ਿਆਦਾ ਮੁਸ਼ਕਿਲਾਂ ਚ ਪਾ ਰਹੇ ਨੇ ਇਹ ਤਰਨ ਕੈਨੇਡਾ ਦੇ ਉੱਤੇ ਇੱਕ ਬਹੁਤ ਵੱਡਾ ਧੱਬਾ ਆ ਰਿਹਾ ਇਸ ਵੇਲੇ ਤਾਂ ਆਪਾਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਇਹਨਾਂ ਨੂੰ ਸੂ ਵੀ ਕੀਤਾ ਜਾਏਗਾ ਵਰਲਡ ਕੋਰਟ ਦੇ ਵਿੱਚ ਵੀ ਲਿਜਾਇਆ ਜਾ ਸਕਦਾ ਵੀ ਤੁਸੀਂ ਇਹ ਗੱਲ ਕੀਤੀ ਗਈ ਹੈ ਇਸ ਗੱਲ ਦੇ ਉੱਤੇ ਪੋਪ ਨੇ ਆਲਮੋਸਟ ਮਾਫੀ ਮੰਗੀ ਹੈ ਮਾਫੀ ਮੰਗੀ ਨਹੀਂ ਹੈ ਔਰ ਨੇੜੇ ਤੇੜੇ ਦੀ ਗੱਲ ਕੀਤੀ ਹੈ ਮਾਫੀ ਕਿਉਂ ਨਹੀਂ ਮੰਗੀ ਦੈਨ ਬਿਕਮਸ ਲਾਇਬਿਲਟੀ ਜਦੋਂ ਤੁਸੀਂ ਮਾਫੀ ਮੰਗਦੇ ਹੋ ਇਟ ਮੀਨਸ ਤੁਸੀਂ ਸਾਰਾ ਕਸੂਰ ਕੀਤਾ ਹੈਗਾ ਤੁਹਾਡੇ ਤੇ ਲਾਇਬਿਲਟੀ ਹੋਣੀ ਹੈ ਪਤਾ ਨਹੀਂ ਕਿੰਨੇ ਮਿਲੀਅਨ ਡਾਲਰ ਦੇ ਤੇ ਬਿਲੀਅਨ ਡਾਲਰ ਦੇ ਇਹ ਕੇਸਿਸ ਹੋਣਗੇ ਜਿਹੜੀ ਕੈਥੋਲਿਕ ਚਰਚ ਨੂੰ ਦੇਣੇ ਪੈਣਗੇ ਸੋ ਇਸ ਕਰਕੇ ਪੋਪ ਹਲੇ ਉਸ ਤੋਂ ਗੁਰੇਜ਼ ਕੀਤਾ ਪਰ ਮੈਨੂੰ ਲੱਗਦਾ ਜੇ ਇਵੇਂ ਪ੍ਰੈਸ਼ਰ ਰਿਹਾ ਤਾਂ ਕਿਸੇ ਦਿਨ ਪੋਪ ਨੂੰ ਵੀ ਮਾਫੀ ਮੰਗਣੀ ਪਵੇਗੀ ਕਿਉਂਕਿ ਇਹ ਜਾਨਾਂ ਗਈਆਂ ਨੇ ਜਾਨਾਂ ਵੀ ਇਸ ਹਿਸਾਬ 'ਚ ਗਈਆਂ ਨੇ ਜਿਹਨੂੰ ਆਪਾਂ ਗੱਲ ਕਰਦੇ ਹਾਂ ਜੈਨੋਸਾਈਡ ਹੈ ਜੈਨੋਸਾਈਡ ਦੀ ਉਹੀ ਡੈਫੀਨੇਸ਼ਨ ਕੀ ਹੈ ਜੈਨੋਸਾਈਡ ਇਹੀ ਹੈ ਤੁਸੀਂ ਠੋਕ ਦੇ ਵਿੱਚ ਲੋਕਾਂ ਨੂੰ ਮਾਰਦਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਇੰਨੇ ਲੋਕਾਂ ਦੀ ਮੌਤ ਹੋਈ ਹੈ ਕੋਈ ਹਿਸਾਬ ਕਿਤਾਬ ਨਹੀਂ ਹੈ ਇਹ ਹਜੇ ਇਦੋਂ ਵਧੇਗਾ ਜੀ ਰਾਇਰਸਨ ਦਾ ਨਾਮ ਵੀ ਮੈਨੂੰ ਲੱਗਦਾ ਹੈ ਛੇਤੀ ਚੇਂਜ ਹੋਵੇਗਾ ਜੀ ਜਗਮੀਤ ਸਿੰਘ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਹਟ ਰਹੇ ਬਾਰ-ਬਾਰ ਸਰਕਾਰ ਤੋਂ ਕਹਿ ਰਿਹਾ ਕਿ ਪਾਰਲੀਮੈਂਟ ਵਿੱਚ ਮੰਗ ਕੀਤੀ ਜਾ ਰਹੀ ਹੈ ਕਿ ਇਸ ਮੁੱਦੇ ਨੂੰ ਚੁੱਕਿਆ ਜਾਵੇ ਜਾਂਚ ਬਿਠਾਈ ਜਾਵੇ ਹਾਲਾਂਕਿ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਜਾਂਚ ਬੈਠਦੀ ਹੈ ਜਾਂ ਨਹੀਂ ਬੈਠਦੀ ਹੈਗੀ ਪਰ ਇੱਕ ਗੱਲ ਜ਼ਰੂਰ ਹੈ ਕਿ ਇਹ ਮੰਗ ਉੱਠਣੀ ਜ਼ਰੂਰ ਸ਼ੁਰੂ ਹੋ ਚੁੱਕੀ ਹੈ ਕਿ ਕੈਨੇਡਾ ਡੇ ਇਸ ਵਾਰੀ ਨਾ ਮਨਾਇਆ ਜਾਵੇ ਬਿਲਕੁਲ ਤਰਨ ਰੀਜ਼ਨ ਇਹੀ ਹੈ ਕਿ ਕੈਨੇਡਾ ਕਿਉਂ ਨਾ ਮਨਾਇਆ ਜਾਵੇ ਜਿਹੜੀ ਇਹ ਇੰਡੀਜਨਸ ਲੋਕਾਂ ਵੱਲੋਂ ਤਾਂ ਇਹ ਚੱਲਣੀ ਹੈ ਕਿ ਕੈਨੇਡਾ ਡੇ ਇਜ਼ ਅ ਸੈਲੀਬ੍ਰੇਸ਼ਨ ਆਫ ਕੈਨੇਡਾ ਜਿਸ ਦਿਨ ਕੈਨੇਡਾ ਹੋਂਦ ਵਿੱਚ ਆਇਆ ਕਿਹਦੇ ਉੱਤੇ ਹੋਂਦ ਆਇਆ ਕਿਹਦੀ ਜ਼ਮੀਨ ਤੇ ਹੋਂਦ 'ਚ ਆਇਆ ਜਿਹੜੇ ਨੇਟਿਵ ਇੰਡੀਅਨਸ ਜਿਹੜੇ ਸੀਗੇ ਪਹਿਲਾਂ ਉਹਨਾਂ ਨੂੰ ਅਸੀਂ ਕਬਜ਼ਾ ਕੀਤਾ ਬਾਹਰੋਂ ਵਿਦੇਸ਼ੀ ਤਾਕਤਾਂ ਆਈਆਂ ਨੇ ਉਹਨਾਂ ਨੇ ਕਬਜ਼ਾ ਕੀਤਾ ਤੇ ਅਖੀਰ ਇਹਨੂੰ ਅਸੀਂ ਕੈਨੇਡਾ ਦਾ ਨਾਮ ਦਿੱਤਾ ਤੇ ਇਹ ਕੈਨੇਡਾ ਡੇ ਸੈਲੀਬ੍ਰੇਸ਼ਨ ਵੀ ਸਾਡਾ ਅਸੀਂ ਆਪਦਾ ਮੁਲਕ ਬਣ ਗਿਆ ਪਰ ਹੁਣ ਗੱਲ ਇਹ ਚੱਲ ਰਹੀ ਹੈ ਕਿ ਕੈਨੇਡਾ ਡੇ ਐਤਕੀ ਨਾ ਮਨਾਇਆ ਜਾਵੇ ਹਜੇ ਤਾਂ ਐਤਕੀ ਨਾ ਮਨਾਇਆ ਜਾਵੇ ਹੋ ਸਕਦਾ ਜੇ ਇਹ ਗੱਲ ਬਹੁਤ ਦੂਰ ਤੱਕ ਚਲੇਗੀ ਤਾਂ ਕੈਨੇਡਾ ਡੇ ਦਾ ਨਾਮ ਵੀ ਸੈਲੀਬ੍ਰੇਸ਼ਨ ਦੀ ਥਾਂ ਤੇ ਕਿਸੇ ਹੋਰ ਢੰਗ ਦੇ ਵਿੱਚ ਇਹ ਮਨਾਇਆ ਜਾਵੇਗਾ ਜੇ ਇਹ ਗੱਲਾਂ ਅਜਿਹੀਆਂ ਰਹੀਆਂ ਅਗਲੇ ਸਾਲ ਤੱਕ ਵੀ ਜੇ ਇਹ ਜਿਹਾ ਕੁਝ ਰਹਿੰਦਾ ਰਹਿ ਗਿਆ ਤਾਂ ਹੋ ਸਕਦਾ ਕੈਨੇਡਾ ਦ ਡੇ ਦ ਵੇ ਇਟਸ ਬੀਨ ਸੈਲੀਬ੍ਰੇਟ ਵਿਲ ਚੇਂਜ ਐਜ਼ ਵੈਲ ਇਹ ਜਿਹੜਾ ਐਤਕੀ ਤਾਂ ਹਲੇ ਚੱਲ ਹੀ ਰਹੀ ਹੈ ਗੱਲ ਕਿਉਂਕਿ ਜਿਵੇਂ ਜਗਮੀਤ ਹੋਣੀ ਗੱਲ ਕੀਤੀ ਆ ਜਦੋਂ ਇਹ ਗੱਲ ਚੱਲੇਗੀ ਹੁਣ ਸਰਕਾਰ ਮਾਈਨੋਰਿਟੀ 'ਚ ਹੈਗੀ ਹੈ ਸਰਕਾਰ ਨੂੰ ਵੋਟਾਂ ਦੀ ਲੋੜ ਵੀ ਹੈਗੀ ਆ ਸਰਕਾਰ ਹੁਣ ਇੰਡੀਅਨਸ ਦੇ ਹੱਕ ਵਿੱਚ ਨੇਟਿਵ ਇੰਡੀਅਨਸ ਉਹਨਾਂ ਦੇ ਹੱਕ ਵਿੱਚ ਗੱਲ ਜ਼ਰੂਰ ਕਰੇਗੀ ਉਹਨਾਂ ਨੂੰ ਵੋਟਾਂ ਚਾਹੀਦੀਆਂ ਨੇ ਇਹ ਮੌਕਾ ਐਸਾ ਹੈਗਾ ਨੇਟਿਵ ਇੰਡੀਅਨਸ ਕੋਲੇ ਕਿ ਇਸ ਵੇਲੇ ਲੋਹਾ ਗਰਮ ਹੈ ਉਹ ਆਪਦੀਆਂ ਮੰਗਾਂ ਮਨਵਾ ਸਕਦੇ ਨੇ ਜਾਇਜ਼ ਮੰਗਾਂ ਮਨਵਾ ਸਕਦੇ ਨੇ ਔਰ ਜੇ ਉਹ ਪ੍ਰੋਪਰਲੀ ਚੱਲਦੇ ਤਾਂ ਹੋ ਸਕਦਾ ਹੁਣ ਬਹੁਤ ਵੱਡੀਆਂ ਚੇਂਜਸ ਆਉਣਗੀਆਂ ਕੈਨੇਡਾ ਦੇ ਵਿੱਚ ਕੈਨੇਡਾ ਨੂੰ ਇੱਕ ਮਲਟੀ ਕਲਚਰਲ ਕੰਟਰੀ ਕਿਹਾ ਜਾਂਦਾ ਹੈ ਕਿ ਜਿੱਥੇ ਅਲੱਗ-ਅਲੱਗ ਮੁਲਕਾਂ ਤੋਂ ਅਲੱਗ-ਅਲੱਗ ਧਰਮਾਂ ਦੇ ਅਲੱਗ-ਅਲੱਗ ਜਾਤਾਂ ਦੇ ਲੋਕਾਂ ਨੇ ਆ ਕੇ ਇਸ ਦੇਸ਼ ਨੂੰ ਅੱਗੇ ਵਸਾਇਆ ਵਾ ਅੱਗੇ ਵਧਾਇਆ ਵਾ ਇਹਦੀ ਇਕਨੋਮੀ ਦੇ ਵਿੱਚ ਪੂਰਾ ਯੋਗਦਾਨ ਪਾਇਆ ਜੇਕਰ ਇੱਥੋਂ ਦੇ ਮੂਲ ਵਸਿੰਦਿਆਂ ਦੀ ਗੱਲ ਕੀਤੀ ਜਾਵੇ ਜਿਸ ਤਰੀਕੇ ਨਾਲ ਇਹਨਾਂ ਦਾ ਸਲੂਕ ਕੀਤਾ ਜਾ ਰਿਹਾ ਇਹਨਾਂ ਨਾਲ ਸਲੂਕ ਹੋ ਰਿਹਾ ਵਾ ਆਮ ਤੌਰ ਤੇ ਬਾਕੀ ਲੋਕਾਂ ਦੇ ਨਾਲ ਕੀਤੀ ਜਾਵੇ ਤਾਂ ਅਸੀਂ ਸਮਝ ਸਕਦੇ ਹਾਂ ਖਬਰ ਸਾਹਮਣੇ ਆ ਰਹੀ ਹੈ ਇਸ ਵਕਤ ਲੰਡਨ ਤੋਂ ਜਿੱਥੇ ਇੱਕ ਸਰਫਰੇ ਦੇ ਵੱਲੋਂ ਮੁਸਲਿਮ ਪਰਿਵਾਰ ਦੇ 5 ਜੀਆਂ ਉੱਤੇ ਇੰਟੈਂਸ਼ਨਲੀ ਕਾਰ ਚੜਾ ਦਿੱਤੀ ਗਈ ਜਿਹਦੇ ਵਿੱਚੋਂ 4 ਦੀ ਮੌਤ ਹੋ ਗਈ ਤੇ ਇੱਕ ਬੱਚਾ ਸਿਰਫ ਬਚਿਆ ਜੋ ਕਿ ਅਜੇ ਹਸਪਤਾਲ ਦੇ ਵਿੱਚ ਹੈ ਤਰਨ ਇਹ ਬਹੁਤ ਲੰਡਨ ਅੰਟਾਰੀਓ ਦੀ ਗੱਲ ਕਰ ਰਹੇ ਹਾਂ ਜੀ ਸਾਡੇ ਅੰਟਾਰੀਓ ਦੇ ਵਿੱਚ ਵੀ ਇੱਕ ਸ਼ਹਿਰ ਹੈਗਾ ਲੰਡਨ ਸਾਡੇ ਵੈਸੇ ਇੱਥੇ ਪੈਰਿਸ ਵੀ ਹੈਗਾ ਜੀ ਅੰਟਾਰੀਓ ਦੇ ਦਿੱਲੀ ਵੀ ਹੈਗਾ ਜੀ ਇੱਥੇ ਸਾਡੇ ਕਈ ਸ਼ਹਿਰਾਂ ਦੇ ਨਾਂ ਇੱਥੇ ਹੈਗੇ ਨੇ ਲੈਬਨਾਨ ਵੀ ਹੈਗਾ ਲੈਬਨਾਨ US ਦੇ ਵਿੱਚ ਵੀ ਹੈਗਾ ਜੀ ਕੱਲ ਸ਼ਾਮ ਦੀ ਗੱਲ ਹੈ ਜੀ ਇੱਕ ਸਿਰਫ ਨੇ ਆਪਦਾ ਟਰੱਕ ਸੀਗਾ ਉਹ ਟਰੱਕ ਸਾਈਡ ਵਾਕ ਦੇ ਉੱਤੇ ਚੜਾ ਦਿੱਤਾ ਜਿਸ ਨਾਲ ਕਿ 4 ਲੋਕਾਂ ਦੀ ਮੌਤ ਹੋ ਗਈ ਜੀ ਇੱਕ 74 ਸਾਲਾ ਔਰਤ ਸੀ ਜੀ ਇੱਕ 44 ਸਾਲਾ ਔਰਤ ਸੀਗੀ ਜੀ 46 ਸਾਲਾ ਮੈਨ ਸੀਗਾ ਜੀ ਤੇ 15 ਸਾਲਾ ਇੱਕ ਗਰਲ ਸੀਗੀ ਉਹਨਾਂ ਦੇ ਉੱਤੇ ਚੜਾ ਦਿੱਤੀ ਹੈ ਜੀ ਇੱਕ 20 ਸਾਲਾ ਬੱਚਾ ਇਸ ਵੇਲੇ ਆਪਦੀ ਜ਼ਿੰਦਗੀ ਮੌਤ ਦੇ ਨਾਲ ਖੇਡ ਰਿਹਾ ਜੀ 4 ਦੀ ਮੌਤ ਹੋ ਗਈ ਹੈ ਔਰ ਮੁਸਲਿਮ ਪਰਿਵਾਰ ਸੀ ਸੈਰ ਕਰਨ ਗਏ ਹੋਏ ਸੀਗੇ ਔਰ ਇਹਨੇ ਫਿਰ ਅੱਗੇ 5-6 ਕਿਲੋਮੀਟਰ ਜਾ ਕੇ ਇਹਦਾ ਟਰੱਕ ਫੜਿਆ ਗਿਆ ਜੀ ਇਸ ਬੰਦੇ ਨੂੰ
ਇੰਟੈਂਸ਼ਨਲ ਜਿਹੜਾ ਮਰਡਰ ਹੈਗਾ ਉਹਦੇ ਵਿੱਚ 4 ਫਸਟ ਡਿਗਰੀ ਮਰਡਰ ਦੇ ਵਿੱਚ 4 ਕੇਸਾਂ ਦੇ ਵਿੱਚ ਇਹਨੂੰ ਚਾਰਜ ਕਰ ਲਿਆ ਗਿਆ ਜੀ। ਹਾਲਾਤ ਇਹ ਹੈ ਕਿ ਤੁਹਾਨੂੰ ਤੁਸੀਂ ਦੇਖੋ ਵੀ ਇੰਨੀ ਹੇਟ ਔਰ ਇਸ ਦੇਸ਼ ਦੇ ਵਿੱਚ, ਹਾਲਾਂਕਿ ਇਹ ਦੇਸ਼ ਇਟਸ ਲੈਂਡ ਆਫ ਇਮੀਗ੍ਰੈਂਟਸ, ਜਿਹੜਾ ਬੰਦਾ ਨੇ ਟਰੱਕ ਚੜਾਇਆ ਵੀ ਹੋਏਗਾ ਉਹ ਵੀ ਇਮੀਗ੍ਰੈਂਟ ਹੈ। ਬਿਲਕੁਲ ਸੈਕੰਡ ਜਨਰੇਸ਼ਨ ਹੋ ਸਕਦਾ, ਚੌਥੀ ਜਨਰੇਸ਼ਨ ਹੋ ਸਕਦਾ, ਆਇਆ ਤਾਂ ਉਹ ਬਾਹਰੋਂ ਹੀ ਹੈ ਤੇ ਤੈਨੂੰ ਇਹ ਬੰਦੇ ਬੁਰੇ ਲੱਗਦੇ ਆ। ਹਾਊ ਇਜ਼ ਇਟ ਪੋਸੀਬਲ? ਪਰ ਜਿਹੜੀ ਹੇਟ ਹੈ ਇਟਸ ਅ ਹੇਟ ਕ੍ਰਾਈਮ। ਇਹ ਹੇਟ ਹੈ, ਇਹ ਹੇਟ ਛੱਡਣੀ ਪਵੇਗੀ ਕਿਉਂਕਿ ਹਾਲਾਤ ਬਦਲ ਰਹੇ ਨੇ। ਇਹ ਸਭ ਲੋਕਾਂ ਦਾ ਮੁਲਕ ਹੈ। ਇਸ ਮੁਲਕ ਨੂੰ ਆ ਕੇ ਜਿੰਨੇ ਵੀ ਬਾਹਰੋਂ ਲੋਕ ਆਏ ਨੇ ਸਾਰਿਆਂ ਨੇ ਇਸ ਮੁਲਕ ਦੀ ਤਰੱਕੀ 'ਚ ਹਿੱਸਾ ਪਾਇਆ। ਕੁਛ ਕਾਂ ਗਿਆਰੀਆਂ ਹੁੰਦੀਆਂ ਨੇ, ਐਸੇ ਲੋਕ ਹੁੰਦੇ ਨੇ, ਪਰ ਤੁਸੀਂ ਇਹਦਾ ਮਤਲਬ ਇਹ ਨਹੀਂ ਹੈ। ਤੁਹਾਨੂੰ ਪ੍ਰੋਟੈਸਟ ਦਾ ਹੱਕ ਹੈ, ਤੁਸੀਂ ਕਹਿ ਸਕਦੇ ਹੋ ਵੀ ਇਹ ਇੱਥੇ ਕਿਉਂ ਹੈ, ਤੁਸੀਂ ਚੈਲੰਜ ਕਰ ਸਕਦੇ ਹੋ, ਤੁਸੀਂ ਕੋਰਟ 'ਚ ਚੈਲੰਜ ਕਰ ਸਕਦੇ ਹੋ, ਪਰ ਤੁਹਾਨੂੰ ਕਿਸੇ ਦੀ ਜਾਨ ਲੈਣ ਦਾ ਕੋਈ ਹੱਕ ਨਹੀਂ ਹੈ। ਇਹ ਬੰਦੇ ਨੇ ਜੋ ਕੰਮ ਕੀਤਾ, ਤੁਸੀਂ ਹਲੇ ਇੱਕ ਗੱਲ ਦੇਖੋ, ਇੱਥੇ ਜਿਹੜੀ ਕੰਟਰੀ 'ਚ ਆਪਾਂ ਆਏ ਹਾਂ ਉੱਥੇ ਕੁਛ ਹੋਰ ਕਿਸਮ ਦੀ ਹੇਟ ਹੈ। ਗੋਲੀ ਮਾਰੋ ਸਾਰਿਆਂ ਕੋ, ਜਾਓ ਜੀ ਬਾਰਡਰ ਪਾਰ ਜਾਓ। ਉੱਥੇ ਜਿਹੜੇ ਲੋਕੀ ਜਨਰੇਸ਼ਨ ਆਫਟਰ ਜਨਰੇਸ਼ਨ ਰਹਿ ਰਹੇ ਉਹਨਾਂ ਨੇ ਕਿਹਾ ਵੀ ਤੁਸੀਂ ਬਾਰਡਰ ਪਾਰ ਜਾਓ, ਤੁਸੀਂ ਤਾਂ ਵਸਨੀਕ ਨਹੀਂ ਹੋ। ਇੱਥੇ ਇਸ ਗੱਲ ਦਾ ਕੋਈ ਰੌਲਾ ਨਹੀਂ ਹੈ। ਆਹ ਜਿਹੜੀ ਗੱਲ ਹੋਈ ਹੈ ਹੁਣ ਇਹਦੇ 'ਚ ਜਿੰਨੇ ਵੀ ਬਹੁਤੇ ਲੋਕ ਲੋਕਲ, ਪ੍ਰੋਵਿੰਸ਼ੀਅਲ, ਫੈਡਰਲ, ਜਿੰਨੇ ਵੀ ਪੋਲੀਟੀਸ਼ੀਅਨਸ ਨੇ ਇਹਦੇ ਹੱਕ ਦੇ ਵਿੱਚ ਹੁਣੇ ਸਟੇਟਸਮੈਂਟਸ ਆ ਜਾਣੀਆਂ ਨੇ। ਆਪਣਾ ਪ੍ਰੋਗਰਾਮ ਚੱਲਦੇ ਆ ਜਾਣਗੀਆਂ। ਅਵਲ ਤਾਂ ਇਸ ਚੀਜ਼ ਨੂੰ ਕੋਈ ਵੀ ਟੋਲਰੇਟ ਨਹੀਂ ਕਰਦਾ, ਨਾ ਕੀਤਾ ਜਾਣਾ ਚਾਹੀਦਾ, ਨਾ ਇਸ ਚੀਜ਼ ਨੂੰ ਹਵਾ ਦੇਣੀ ਚਾਹੀਦੀ ਹੈ। ਪਰ ਜਿਹੜੇ ਲੋਕ ਇਹ ਗੱਲ ਦੇਖਦੇ ਆ ਉਹਨਾਂ ਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਵੀ ਦੁਨੀਆ 'ਚ ਕਿਸੇ ਹੋਰ ਥਾਂ ਜੇ ਇਹੋ ਜਿਹੀ ਗੱਲ ਹੁੰਦੀ ਹੈ ਅਸੀਂ ਕਈ ਵਾਰੀ ਉਹਦੇ ਹੱਕ 'ਚ ਬੋਲਦੇ ਹਾਂ। ਸਾਨੂੰ ਸੋਚਣਾ ਚਾਹੀਦਾ ਵੀ ਇੱਥੇ ਵੀ ਇਹ ਗੱਲ ਹੋ ਸਕਦੀ ਹੈ। ਪਰ ਜਿਹੜੀ ਇਹ ਘਟਨਾ ਵਾਪਰੀ ਹੈ ਬਹੁਤ ਮਾੜੀ ਘਟਨਾ ਵਾਪਰੀ। ਬਿਲਕੁਲ ਸਰ, ਇਹ ਸਿਰਫ ਇਹ ਨਹੀਂ ਹੈ ਕਿ ਕੈਨੇਡਾ ਵਿੱਚ ਹੀ ਇਸ ਵਕਤ ਜਾਂ ਅਸੀਂ ਕਹਿ ਲਈਏ ਕਿ ਇੱਧਰ ਦੀਆਂ ਕੰਟਰੀਜ਼ ਦੇ ਵਿੱਚ ਹੀ ਐਵੇਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ। ਏਸ਼ੀਆ ਵਿੱਚ ਇਹੋ ਜਿਹਾ ਕੁਝ ਨਹੀਂ ਹੋ ਰਿਹਾ। ਸਾਰੇ ਪਾਸੇ ਅਸੀਂ ਦੇਖ ਰਹੇ ਹਾਂ ਇਸ ਵਕਤ ਆਹੀ ਹਾਲਾਤ ਬਣੇ ਹੋਏ ਨੇ। ਜਿਨ੍ਹਾਂ ਨੇ ਨਫ਼ਰਤ ਕਰਨੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਨਫ਼ਰਤ ਉਹਨਾਂ ਨੇ ਉਗਲ ਹੀ ਦੇਣੀ ਆ। ਖਬਰ ਸਾਹਮਣੇ ਆ ਰਹੀ ਹੈ ਸਿੰਗਾਪੁਰ ਤੋਂ। ਸਿੰਗਾਪੁਰ ਵਿੱਚ ਇੱਕ ਭਾਰਤੀ ਓਰੀਜਨ ਦਾ, ਭਾਰਤੀ ਮੂਲ ਦਾ ਇੱਕ ਵਿਅਕਤੀ ਆਪਣੀ ਗਰਲਫ੍ਰੈਂਡ ਦੇ ਨਾਲ ਜਾ ਰਿਹਾ ਸੀ ਕਿ ਉੱਥੇ ਇੱਕ ਚੀਨੀ ਨਾਗਰਿਕ ਉਹਨਾਂ ਨੂੰ ਮਿਲਿਆ ਜਿਹੜਾ ਕਿ ਮੂਲ ਰੂਪ ਨਾਲ ਉਹ ਵੀ ਸਿੰਗਾਪੁਰ ਦਾ ਹੀ ਨਾਗਰਿਕ ਸੀ। ਭਾਰਤੀ ਵਿਅਕਤੀ ਦੀ ਜਿਹੜੀ ਗਰਲਫ੍ਰੈਂਡ ਸੀ ਉਹ ਹਾਫ ਚਾਈਨੀਜ਼ ਸੀ ਤੇ ਹਾਫ ਥਾਈ ਸੀ। ਦੋਵੇਂ ਆਪਸ ਵਿੱਚ ਜਾ ਰਹੇ ਸੀ ਮਿਲ ਕੇ। ਤਾਂ ਉਹ ਚਾਈਨੀਜ਼ ਵਿਅਕਤੀ ਨੇ ਇਹਨਾਂ ਨੂੰ ਰੇਸਿਸਟ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ। ਇੰਡੀਅਨ ਓਰੀਜਨ ਦੇ ਇਸ ਵਿਅਕਤੀ ਨੂੰ ਕਿਹਾ ਕਿ ਜੇਕਰ ਉਹ ਘੁੰਮਣ ਫਿਰਨ ਲਈ ਲੱਭਣਾ ਹੀ ਚਾਹੁੰਦਾ ਹੈ ਤਾਂ ਇੱਕ ਆਪਣੀ ਇੰਡੀਅਨ ਓਰੀਜਨ ਦੀ ਕੁੜੀ ਨਾਲ ਹੀ ਘੁੰਮੇ ਫਿਰੇ, ਚਾਈਨੀਜ਼ ਕੁੜੀ ਨਾਲ ਫਰੈਂਡਸ਼ਿਪ ਨਾ ਰੱਖੇ। ਸਰ ਅਜਿਹੇ ਹਾਲਾਤਾਂ ਵਿੱਚ ਤੁਸੀਂ ਕੀ ਕਹੋਗੇ ਕਿ ਕਿਸੇ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਕਿਉਂ ਦੇ ਰਹੇ ਹੋ? ਇੱਕ ਤਾਂ ਦਖਲਅੰਦਾਜ਼ੀ ਹੈ। ਸੈਕੰਡਲੀ ਗੱਲ ਇਹ ਹੈਗੀ ਹੈ ਕਿ ਤੁਸੀਂ ਫਸਟ ਆਫ ਆਲ ਕੀ ਗਰੰਟੀ ਹੈ ਇਸ ਗੱਲ ਦੀ ਕਿ ਇਹ ਬੰਦਾ ਇੰਡੀਅਨ ਹੈ ਤੇ ਇਹ ਸਿੰਗਾਪੁਰੀਅਨ ਨਹੀਂ ਹੈ। ਸੈਕੰਡ ਥਰਡ ਜਨਰੇਸ਼ਨ 'ਚ ਆਪਣੇ ਲੋਕ ਰਹਿੰਦੇ ਨੇ ਉੱਥੇ, ਜੇ ਉਹਨਾਂ ਦੇ ਨੈਣ ਨਕਸ਼ ਉਵੇਂ ਰਲਦੇ ਹੈਗੇ ਨੇ। ਸੋ how you can say we are you from India? ਬਿਲਕੁਲ ਸਰ, ਤੁਸੀਂ ਸਾਡੇ ਦਰਸ਼ਕ ਦੇਖ ਸਕਦੇ ਨੇ ਜੀ ਟੀਵੀ ਸਕਰੀਨ ਦੇ ਉੱਤੇ ਇਹ ਪਿਕਚਰ ਜਿਹੜੀ ਇਹ ਉੱਥੇ ਘਟਨਾ ਵਾਪਰੀ ਹੈ। ਤੇ ਉਹਨੇ ਹਾਲਾਂਕਿ ਜਦੋਂ ਆਪਸ 'ਚ ਬਹਿਸ ਬਸਈਆ ਹੋ ਰਿਹਾ ਸੀ, ਇੰਡੀਅਨ ਓਰੀਜਨ ਦੇ ਪਰਸਨ ਆ, ਉਹਦਾ ਨਾਮ ਹੈ ਜੀ ਦੇਵ ਪ੍ਰਕਾਸ਼। ਉਹਨਾਂ ਨੇ ਕਿਹਾ ਕਿ ਮੈਂ ਫੁੱਲ ਇੰਡੀਅਨ ਨਹੀਂ ਹੈਗਾ, ਮੈਂ ਹਾਫ ਇੰਡੀਅਨ ਆ ਤੇ ਸਿੰਗਾਪੁਰ ਦਾ ਮੈਂ ਰਹਿਣ ਵਾਲਾ, ਸਿੰਗਾਪੁਰ ਦਾ ਜੰਮਿਆ ਪਲਾ ਵਾਂ ਤੇ ਮੈਂ ਸਿੰਗਾਪੁਰ ਦਾ ਹੀ ਹੈਗਾ ਆ। ਕਹਿੰਦਾ ਮੇਰੀ ਜਿਹੜੀ ਗਰਲਫ੍ਰੈਂਡ ਆ ਉਹ ਫੁੱਲ ਚਾਈਨੀਜ਼ ਨਹੀਂ ਹੈਗੀ, ਪੂਰੀ ਚਾਈਨੀਜ਼ ਨਹੀਂ ਹੈ, ਉਹ ਹਾਫ ਚਾਈਨੀਜ਼ ਤੇ ਹਾਫ ਥਾਈ ਹੈ। ਤੂੰ ਮੈਨੂੰ ਏਦਾਂ ਕਿਵੇਂ ਕਹਿ ਸਕਦਾ ਕਿ ਮੈਂ ਉਹਦੇ ਨਾਲ ਨਹੀਂ ਜਾ ਸਕਦਾ। ਇਨਫੈਕਟ ਉਹ ਲੜਕਾ ਜਾ ਕੇ ਜਿਹੜਾ ਚਾਈਨੀਜ਼ ਪਰਸਨ ਆ ਉਹ ਜਾ ਕੇ ਉਹ ਕੁੜੀ ਨੂੰ ਵੀ ਜਾ ਕੇ ਬੋਲਦਾ ਆ ਕਿ ਕੀ ਤੇਰੇ ਪੇਰੈਂਟਸ ਇਸ ਤੇ ਪ੍ਰਾਊਡ ਫੀਲ ਕਰਨਗੇ ਕਿ ਤੂੰ ਇੱਕ ਇੰਡੀਅਨ ਮੁੰਡੇ ਦੇ ਨੂੰ ਡੇਟ ਕਰਦੀ ਪਈ ਹੈ। ਔਰ ਜਿਹੜੀ ਵੀਡੀਓ ਉਹ ਕੁੜੀ ਨੇ ਬਣਾਈ ਹੈ। ਬਿਲਕੁਲ ਕੁੜੀ ਨੇ ਬਣਾਈ। ਜਿਹੜੀ ਵੀਡੀਓ ਬਣੀ ਹੈ ਬਾਹਰ ਆਈ ਹੋਈ ਉਹ ਸਾਰੀ ਉਹ ਕੁੜੀ ਨੇ ਬਣਾਈ ਹੈ। ਇਹ ਜਿਹੜਾ ਹੇਟ ਵਾਲੀ ਚੀਜ਼ ਹੈ ਇਹ ਹਰ ਥਾਂ ਤੇ ਹੈ, ਇਹ ਖਤਮ ਨਹੀਂ ਹੁੰਦੀ ਹੈ, ਨਾ ਇਹ ਹੋਣੀ ਹੋਈ ਹੈ। ਪਰ ਇਹਦੇ ਨਾਲ ਇੰਨਾ ਜ਼ਰੂਰ ਹੈ ਕਿ ਹੁਣ ਕਈ ਵਾਰੀ ਕੋਈ ਸਾਨੂੰ ਇੱਥੇ ਸਵਾਲ ਕਰਦਾ, ਹੁਣ ਸਾਡੇ ਬੱਚੇ ਨੇ, ਬੱਚਿਆਂ ਨੂੰ ਤੁਸੀਂ ਕਹੋਗੇ ਕੋਈ ਸਵਾਲ ਕਰਦਾ where are you from, ਤੇ ਬੱਚਾ ਜਦੋਂ ਕਹਿੰਦਾ I'm from here, ਅਗਲੇ ਨੂੰ ਲੱਗਦਾ no originally ਇਹ ਗੋਰੇ ਨੂੰ ਅਸੀਂ ਕਹਿੰਦੇ ਹਾਂ where are you from, ਮੁੜ ਕੇ ਉਹਨੂੰ ਪੁੱਛੋ where are you from, oh I'm born here, so did I, so what's the difference? ਇਸ ਕੰਟਰੀ 'ਚ ਜਿਹੜਾ ਬੰਦਾ ਪੈਦਾ ਹੋਇਆ ਉਹ ਕੈਨੇਡੀਅਨ ਹੈ। ਜਿਹੜੇ ਕੰਟਰੀ 'ਚ ਜਿੱਥੇ ਤੁਸੀਂ ਪੈਦਾ ਹੋਣੇ ਤੁਸੀਂ ਉਸ ਕੰਟਰੀ ਦੇ ਵਸਿੰਦੇ ਹੋ, ਅਨਲੈਸ ਯੂ ਆਰ ਬੋਰਨ ਇਨ ਸਮ ਮੁਸਲਿਮ ਕੰਟਰੀ। ਸੌਰੀ ਮੈਂ
ਨਾਨਕੇ ਇਹ ਗੱਲ ਕਹਿ ਰਿਹਾ ਕਿਉਂਕਿ ਤੁਹਾਨੂੰ ਬਹੁਤ ਮੁਸਲਿਮ ਕੰਟਰੀਜ਼ ਅਲਾਉ ਨਹੀਂ ਕਰਦੇ ਉੱਥੋਂ ਦੀ ਸਿਟੀਜ਼ਨਸ਼ਿਪ। ਤੁਸੀਂ ਜਿੱਥੋਂ ਦੇ ਹੈ, ਹੁਣ ਕੁਵੈਤ ਦੇ ਵਿੱਚ, ਸਾਊਦੀ ਅਰੇਬੀਆ ਦੇ ਵਿੱਚੋਂ, ਉਹਨਾਂ ਕੰਟਰੀਜ਼ ਜਿਹੜਾ ਵੀ ਕਿਸੇ ਵੀ ਹੋਰ ਦੇਸ਼ ਦਾ ਬੰਦਾ ਪੈਦਾ ਹੁੰਦਾ ਉਹਦੀ ਓਰੀਜਨਲ ਸਿਟੀਜ਼ਨਸ਼ਿਪ ਹੀ ਰਹਿੰਦੀ ਹੈ ਜਿਹੜੇ ਕੰਟਰੀ 'ਚੋਂ ਉਹਦੇ ਪੇਰੈਂਟਸ ਆਏ ਹੁੰਦੇ ਆ, ਉਹਨਾਂ ਨੂੰ ਉਹ ਮੁਸਲਿਮ ਕੰਟਰੀਜ਼ ਨਹੀਂ ਦਿੰਦੇ ਹੈਗੇ। ਅਦਰਵਾਈਜ਼ ਬਾਕੀ ਦੇ ਜਿਹੜੇ ਕੰਟਰੀਜ਼ ਹੈਗੇ ਉਹਨਾਂ ਦੇ ਕੰਟਰੀ 'ਚ ਇਹ ਅਲਾਉਡ ਹੈਗਾ ਕਿ ਤੁਸੀਂ ਜਿੱਥੇ ਪੈਦਾ ਹੋਏ ਤੁਸੀਂ ਉੱਥੋਂ ਦੇ ਵਸਨੀਕ ਹੋ। ਆਹ ਜਿਹੜਾ ਇਦੋਂ ਇਹ ਵੀ ਹੇਟ ਕ੍ਰਾਈਮ, ਤੁਸੀਂ ਇਦੋਂ ਮੂਰਖ ਕੀ ਹੋ ਸਕਦੇ ਹੋ ਵੀ ਤੁਹਾਨੂੰ ਜਦ ਪਤਾ ਹੀ ਨਹੀਂ ਵੀ ਇਹ ਬੰਦਾ ਸਿੰਗਾਪੋਰੀਅਨ ਹੈ ਜਾਂ ਨਹੀਂ ਹੈਗਾ, ਐਂਡ ਦਿਸ ਇਜ਼ ਨਨ ਆਫ ਯੂਰ ਬਿਜ਼ਨਸ। ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ ਵੀ ਜਿੱਥੇ ਤੂੰ ਪੈਦਾ ਉੱਥੇ ਮੈਂ ਪੈਦਾ ਹੋਣਾ, ਮੇਰੀ ਮਰਜ਼ੀ ਆ, ਇਹ ਕੁੜੀ ਦੀ ਮਰਜ਼ੀ ਆ। ਤੇ ਆਰ ਯੂ ਫਾਦਰ ਆਫ ਦ ਗਰਲ, ਆਰ ਯੂ ਬ੍ਰਦਰ ਆਫ ਦ ਗਰਲ, ਹੂ ਆਰ ਯੂ, ਇਟਸ ਨਨ ਆਫ ਯੂਰ ਬਿਜ਼ਨਸ। ਜਦ ਤੱਕ ਇਸ ਚੀਜ਼ ਨੂੰ ਹੈਂਡਲ ਨਹੀਂ ਕੀਤਾ ਜਾਂਦਾ, ਪਰ ਉਹ ਮੁੰਡੇ ਨੇ ਬੜੀ ਸਿਆਣਪ ਨਾਲ ਹੈਂਡਲ ਕੀਤਾ, ਬੜੀ ਪ੍ਰੋਪਰਲੀ ਹੈਂਡਲ ਕੀਤਾ। ਮਗਰ ਉਹਨੇ ਵੀਡੀਓ ਵੀ ਪਾਈ ਹੈ ਸੋਸ਼ਲ ਮੀਡੀਆ ਤੇ ਪਾਈ ਹੈ, ਐਂਡ ਉਹਨੇ ਥੱਲੇ ਨਾਲ ਆਪਦੇ ਕਮੈਂਟਸ ਵੀ ਦਿੱਤੇ ਕਿ ਜਿਹੜੀ ਇਹ ਗੱਲ ਕੀਤੀ ਹੈ ਹੋਪਫੁਲੀ ਤੂੰ ਇਸ ਗੱਲ ਨੂੰ ਕਿਸੇ ਵੇਲੇ ਸਮਝ ਜਾਏਗਾ ਤੇ ਤੁਸੀਂ ਇਸ ਗੱਲ ਨੂੰ ਹੇਟ ਨਹੀਂ ਕਰੋਗੇ। ਬਿਲਕੁਲ। ਤੇ ਉਹਨੂੰ ਜਦੋਂ ਵੀਡੀਓ ਵਿੱਚ ਆਪਸ 'ਚ ਤਕਰਾਰ ਹੋ ਰਹੀ ਸੀ ਤੇ ਇੰਡੀਅਨ ਓਰੀਜਨ ਦੇ ਪਰਸਨ ਨੇ ਉਹਨੂੰ ਡੇਵ ਨੇ ਕਿਹਾ ਵੀ ਹੈ ਕਿ ਤੂੰ ਇਹ ਰੇਸਿਜ਼ਮ ਵਾਲਾ ਕੰਮ ਹੋ ਰਿਹਾ ਵਾ, ਤੂੰ ਰੇਸਿਜ਼ਮ ਕਰ ਰਿਹਾ ਸਾਡੇ ਨਾਲ। ਤੇ ਉਹਨੇ ਕਿਹਾ ਸਿੱਧਾ, ਉਹਨੇ ਓਪਨਲੀ ਕਿਹਾ ਕਿ ਹਾਂ ਮੈਂ ਰੇਸਿਸਟ ਹੈਗਾ ਜਾਂ ਤੇ ਮੈਂ ਕਰੂੰਗਾ। ਇਹ ਬੀਨਾਸ ਨਹੀਂ ਹੁੰਦਾ, ਇਹ ਨਹੀਂ ਹੋਏਗਾ। ਇਹ ਕੁਛ ਨਾ ਰੇਸਿਜ਼ਮ ਹੈ ਜਿਹੜਾ ਤਰਨ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਰਹੇਗਾ। ਪਰ ਸਰ ਤੁਹਾਨੂੰ ਹੁਣ ਨਹੀਂ ਲੱਗ ਰਿਹਾ ਕਿ ਹੁਣ ਹੀ ਚੀਜ਼ਾਂ ਜ਼ਿਆਦਾ ਓਪਨਲੀ ਹੋਣ ਲੱਗ ਪਈਆਂ ਨੇ, ਪਹਿਲਾਂ ਇੰਨੀ ਓਪਨਲੀ ਨਹੀਂ ਹੁੰਦੀਆਂ ਸੀ? ਯੈਸ, ਇਟਸ ਆਲ ਡਿਪੈਂਡਸ ਔਨ ਦਾ ਵਰਲਡ ਲੀਡਰਸ਼ਿਪ ਐਜ਼ ਵੈਲ। ਜਿਵੇਂ ਜਿਵੇਂ ਤੁਸੀਂ ਸਰਟਨ ਦੇਸ਼ਾਂ ਦੇ ਵਿੱਚ ਦੇਖਦੇ ਹੋ, ਜਦੋਂ ਇਹ ਚੀਜ਼ਾਂ ਨੂੰ ਉਭਾਰ ਦਿੱਤਾ ਜਾਂਦਾ ਤਾਂ ਉਦੋਂ ਉਸ ਦਾ ਅਸਰ ਬਾਕੀ ਦੁਨੀਆ ਤੇ ਹੁੰਦਾ ਹੈ। ਮੰਨੇ ਕੋਈ ਨਾ ਮੰਨੇ, ਜਿਹੜੇ ਟਰੰਪ ਸਪੋਰਟਰ ਨੇ, ਹੋ ਸਕਦਾ ਮੇਰੀ ਗੱਲ ਉਹਨੂੰ ਚੰਗੀ ਨਾ ਲੱਗੇ, ਮਿਸਟਰ ਟਰੰਪ ਡਿਡ ਦੈਟ। ਉਹਨੇ ਇਸ ਗੱਲ ਨੂੰ ਹਵਾ ਦਿੱਤੀ ਹੈ, ਫੈਨ ਕੀਤਾ ਇਸ ਗੱਲ ਨੂੰ। ਤੇ ਹੋਰ ਦੇਸ਼ਾਂ ਦੇ ਵਿੱਚ ਵੀ ਕਈ ਐਸੇ ਲੀਡਰ ਨੇ ਜਿਹੜੇ ਕਿ ਇੱਕ ਸਰਟਨ ਧਰਮ ਨੂੰ ਪੂਰੇ ਲੈ ਕੇ ਚੱਲ ਰਹੇ ਨੇ। ਕਈ ਪ੍ਰੋਵਿੰਸਿਸ ਦੇ ਲੀਡਰਸ ਵੀ ਨੇ ਜਿਹੜੇ ਸਰਟਨ ਧਰਮ ਨੂੰ ਲੈ ਕੇ ਚੱਲ ਰਹੇ ਨੇ। ਇਹ ਕੈਨੇਡਾ ਦੇ ਵਿੱਚ ਵੀ ਹੈਗਾ, ਇਹ ਯੂਐਸ ਦੇ ਵਿੱਚ ਵੀ ਹੈਗਾ। ਪਰ ਜਦੋਂ ਤੋਂ ਮਿਸਟਰ ਟਰੰਪ ਆਇਆ ਉਦੋਂ ਤੋਂ ਇਸ ਚੀਜ਼ ਨੂੰ ਹਵਾ ਬਹੁਤ ਜ਼ਿਆਦਾ ਮਿਲੀ ਹੈ ਔਰ ਇਸੇ ਕਰਕੇ ਮੈਨੂੰ ਲੱਗਦਾ ਜਿਹੜੇ ਕੇਸਿਸ ਨੇ ਅੱਗੇ ਨੂੰ ਵਧ ਰਹੇ ਨੇ। ਵਰਲਡ ਟ੍ਰੇਡ ਸੈਂਟਰ ਤੇ ਜਦੋਂ ਅਟੈਕ ਹੋਇਆ ਸੀ ਉਸ ਵੇਲੇ ਤੋਂ ਬਾਅਦ ਮੁਸਲਿਮ ਭਾਈਚਾਰੇ ਨੂੰ ਸਭ ਤੋਂ ਵੱਧ ਟਾਰਗੇਟ ਕੀਤਾ ਗਿਆ। ਹਾਲਾਂਕਿ ਸਿੱਖਸ ਵੀ ਵਿੱਚ ਹੀ ਸੀਗੇ, ਪਰ ਮੁਸਲਿਮ ਭਾਈਚਾਰਾ ਹੁਣ ਤੱਕ ਸਭ ਤੋਂ ਵੱਧ ਟਾਰਗੇਟ ਹੁੰਦਾ ਆ। ਉਸ ਤੋਂ ਬਾਅਦ ਜੇ ਹੁਣ ਅਸੀਂ ਵਾਇਰਸ ਦੀ ਗੱਲ ਕਰੀਏ ਤਾਂ ਜਦੋਂ ਦਾ ਵਾਇਰਸ ਆਇਆ ਚਾਈਨੀਜ਼ ਕਮਿਊਨਿਟੀ ਨੂੰ ਬਹੁਤ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ। ਪਰ ਇਹ ਟਾਰਗੇਟ ਜਿਹੜਾ ਕੁਝ ਕੁ ਲੋਕ ਕਰਦੇ ਨੇ, ਪਰ ਪੂਰੀ ਕਮਿਊਨਿਟੀ ਨੂੰ ਨਾਲ ਦੀ ਨਾਲ ਬਦਨਾਮ ਕਰ ਰਹੇ ਨੇ। ਪਰ ਇਹ ਗੱਲ ਹੈ ਕਿ ਇਹਨਾਂ ਦੇ ਨੁਮਾਇੰਦੇ ਕਿਉਂ ਨਹੀਂ, ਆਪਾਂ ਹਮੇਸ਼ਾ ਤੁਸੀਂ ਗੱਲ ਕਰਦੇ ਹੋ ਕਿ ਕਦੇ ਮੁਸਲਿਮ ਸਮਾਜ ਦੇ ਕਿਸੇ ਧਾਰਮਿਕ ਆਗੂ ਨੇ ਅੱਗੇ ਆ ਕੇ ਬਿਆਨ ਨਹੀਂ ਦਿੱਤਾ, ਕਦੇ ਚਾਈਨੀਜ਼ ਕਿਸੇ ਰਿਪਰੈਜ਼ੈਂਟੇਟਿਵ ਨੇ ਵੀ ਅੱਗੇ ਆ ਕੇ ਇਸ ਬਾਰੇ ਕਦੇ ਕੋਈ ਅਜਿਹਾ ਬਿਆਨ ਨਹੀਂ ਦਿੱਤਾ ਹੈ। ਬਿਲਕੁਲ, ਯੂ ਆਰ ਰਾਈਟ। ਈਵਨ ਚਾਈਨੀਜ਼ ਗਵਰਨਮੈਂਟ ਨੇ ਵੀ ਇਸ ਮਾਮਲੇ 'ਚ ਕੋਈ ਬਿਆਨ ਨਹੀਂ ਦਿੱਤਾ ਵੀ ਨਹੀਂ ਇਹ, ਕਿਉਂਕਿ ਹੁਣ ਜਿਹੜੇ ਦੋਸ਼ ਹੈ ਸ਼ੁਰੂ ਹੋ ਗਿਆ ਉੱਥੋਂ। ਆਪਾਂ ਅਜੇ ਤੱਕ ਇਹੀ ਮੰਨ ਕੇ ਚੱਲਾਂਗੇ ਕਿ ਲੈਬ ਦੇ ਵਿੱਚ ਨਹੀਂ ਸ਼ੁਰੂ ਹੋਇਆ, ਅਜੇ ਤੱਕ ਇਟਸ ਨਾਟ ਪ੍ਰੂਵਨ। ਉੱਥੋਂ ਸ਼ੁਰੂ ਹੋ ਗਿਆ, ਇਹ 'ਚ ਹੁਣ ਉੱਥੋਂ ਦੇ ਦੇਸ਼ ਦਾ ਕੀ ਕਸੂਰ, ਇੰਡੀਆ 'ਚ ਸ਼ੁਰੂ ਹੋ ਗਿਆ। ਇੱਕ ਗੱਲ ਚੰਗੀ ਕੀਤੀ ਹੈ, ਚਾਈਨਾ ਵਾਲੇ ਤੋਂ ਬਾਕੀ ਦੁਨੀਆ ਨੇ ਲੈਸਨ ਲਰਨ ਕੀਤਾ। ਸੋ ਨਾਓ ਇਟਸ ਅ ਡੈਲਟਾ ਵੇਰੀਐਂਟ, ਇਟਸ ਨਾਟ ਇੰਡੀਅਨ ਵੇਰੀਐਂਟ। ਜੇ ਇੰਡੀਅਨ ਵੇਰੀਐਂਟ ਇਹਨੂੰ ਮੁੜ ਕੇ ਕਿਹਾ ਜਾਂਦਾ, ਮਿਸਟਰ ਫੋਰਡ ਨੇ 2-3 ਵਾਰੀ ਕਿਹਾ, ਬਟ ਹੀ ਕਰੈਕਟਡ ਹਿਮਸੈਲਫ, ਕਿਉਂਕਿ ਨਾਰਮਲੀ ਇੰਡੀਅਨ ਵੇਰੀਐਂਟ ਹੈ, ਬਟ ਇਟਸ ਉਹਨੇ ਕਰੈਕਟ ਕੀਤਾ ਆਪਦੇ ਆਪ ਨੂੰ ਕਿ ਨੋ ਇਟਸ ਡੈਲਟਾ ਵੇਰੀਐਂਟ ਹੈਗਾ। ਔਰ ਇਸੇ ਕਰਕੇ ਹੋ ਸਕਦਾ ਕੋਈ ਸਿਰਫਿਰਾ ਜੇ ਟਰੰਪ ਹੋਈ ਹੁੰਦਾ, ਪਤਾ ਨਹੀਂ ਉਹਨੇ ਜੇ ਇਹੋ ਜਿਹੀ ਗੱਲ ਕਹਿ ਦਿੰਦਾ ਵੀ ਇੱਥੇ ਇੰਡੀਅਨ ਵੇਰੀਐਂਟ ਹੈਗਾ, ਸ਼ਾਇਦ ਇਹ ਹੇਟ ਇੰਡੀਅਨਸ ਦੇ ਅਗੇਂਸਟ ਵੀ ਸ਼ੁਰੂ ਹੋ ਜਾਂਦੀ। ਕਈ ਲੋਕਾਂ ਤਾਂ ਬਹਾਨਾ ਭਾਲਦੇ ਨੇ, ਬਟ ਇਹ ਚੰਗੀ ਗੱਲ ਕੀਤੀ ਗਈ ਹੈ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ ਉਹਨੇ ਇਹਨੂੰ ਡੈਲਟਾ ਵੇਰੀਐਂਟ ਕਹਤਾ, ਪਹਿਲੇ ਤੇ ਰੋਕ ਲਿਆ ਗਿਆ। ਪਰ ਜਿਹੜੀ ਗੱਲ ਉਹ ਵੀ ਹੋਈ ਹੈ ਉਹ ਕੋਈ ਬਹੁਤ ਠੀਕ ਗੱਲ ਨਹੀਂ ਹੋਈ ਹੈ। ਬਿਲਕੁਲ ਸਰ। ਉੱਥੇ ਦੂਜੇ ਪਾਸੇ ਆਪਾਂ ਗੱਲ ਕਰੀਏ ਕਮਿਊਨਿਟੀ ਦੀ, ਜਦੋਂ ਗੱਲ ਆਉਂਦੀ ਹੈ ਤਾਂ ਹੁਣ ਆਪਾਂ ਕਿਹਾ ਕਿ ਲੈਂਡ ਆਫ ਇਮੀਗ੍ਰੈਂਟਸ ਆ ਕੈਨੇਡਾ। ਸੋ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਆਪਣੀ ਹਰ ਰਸਮ ਰਿਵਾਜ ਵੀ ਮਨਾਈਏ, ਸਭ ਕੁਝ ਹੋਵੇ। ਸੋ ਇਸ ਵਕਤ ਸੈਸਕਾਟੂਨ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹਿੰਦੂ ਅਤੇ ਸਿੱਖ ਭਾਈਚਾਰਾ, ਉੱਥੋਂ ਦੇ ਸਥਾਨਕ ਲੋਕਲ ਜਿਹੜੇ ਅਦਾਰੇ ਨੇ ਉਹਨਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਅਸਥੀਆਂ ਪ੍ਰਵਾਹ ਕਰਨ ਲਈ ਉਹਨਾਂ ਨੂੰ ਕੋਈ ਜਗ੍ਹਾ ਮੁਹੱਈਆ ਕਰਵਾਈ ਜਾਵੇ। ਚੰਗੀ ਗੱਲ ਹੈ ਧਰਮ। ਜਿਹੜਾ ਸੈਸਕਾਟੂਨ ਐਕਚੁਅਲੀ ਸੈਕੰਡ ਬਿਗੇਸਟ ਸਿਟੀ ਹੈ, ਜਿਹੜਾ ਰਾਜਧਾਨੀ ਹੈ ਰਜਾਈਨਾ, ਔਰ ਉੱਥੋਂ ਦੀ ਜਿਹੜੀ ਹਿੰਦੂ ਤੇ ਸਿੱਖ ਕਮਿਊਨਿਟੀ ਹੈਗੀ ਉਹਨੇ ਬੇਨਤੀ ਕੀਤੀ ਹੈ ਸਰਕਾਰ ਨੂੰ ਕਿ ਸਾਨੂੰ, ਔਰ ਓਕੇ ਸਰਕਾਰ ਮੰਨੇਗੀ ਹੋਈ ਉਹਨੂੰ। ਤੁਹਾਡਾ ਕੀ ਮਤਲਬ ਹੈ ਜਿਹੜੀਆਂ ਉੱਥੇ ਹੁਣ ਡੈਥਸ ਹੋ ਰਹੀਆਂ ਨੇ, ਕਿ ਸਾਰੇ ਲੋਕ ਐਸ਼ਸ ਪਾਉਣ ਇੰਡੀਆ ਜਾਂਦੇ ਆ, ਫੁੱਲ ਪਾਉਣ? ਨੋ, ਬਹੁਤ ਲੋਕ ਨੇ ਜਿਹੜੇ ਇੱਥੇ ਨੇ। ਇੱਥੇ
ਹੁਣ ਟੋਰਾਂਟੋ ਦੇ ਵਿੱਚ ਇਸ ਇਲਾਕੇ ਦੇ ਵਿੱਚ ਸਾਨੂੰ ਅਲਾਉ ਕੀਤਾ ਗਿਆ ਜਿੱਥੇ ਕਿ ਤੁਸੀਂ ਆਪਣੇ ਫੁੱਲ ਪਾ ਸਕਦੇ ਹੋ। ਤੁਹਾਡਾ ਕੀ ਮਤਲਬ, ਉਹ ਤੋਂ ਪਹਿਲਾਂ ਫੁੱਲ ਪਾਉਂਦੇ ਨਹੀਂ ਸੀ? ਸਰਕਾਰ ਨੂੰ ਇਸ ਗੱਲ ਦਾ ਪਤਾ। ਲੋਕੀ ਇੱਥੇ ਬੋਟ ਤੇ ਜਾਂਦੇ ਸੀ, ਬੋਟ ਕਰੂਜ਼ ਤੇ ਕਿਤੇ ਵੀ ਜਾਣਾ, ਤੁਸੀਂ ਵਗਦੇ ਪਾਣੀ 'ਚ ਪਾਉਣਾ। ਅਸਲ ਮਕਸਦ ਤਾਂ ਇਹ ਹੈ, ਇਹ ਗੱਲ ਵੱਖਰੀ ਹੈ ਕਿ ਅਸੀਂ ਉਹ ਗੰਗਾ 'ਚ ਪਾਉਣੇ ਆ ਜਾਂ ਕੀਰਤਪੁਰ ਸਾਹਿਬ ਪਾਉਣੇ ਆ, ਵਗਦਾ ਪਾਣੀ ਹੈ। ਉਹ ਵੀ ਇਸੇ ਕਰਕੇ ਰੱਖਿਆ ਗਿਆ ਕਿ ਤੁਸੀਂ ਇੱਕ ਜਗ੍ਹਾ ਤੇ ਇਕੱਠੇ ਨਾ ਹੋਣ ਜਿਹੜੇ ਫੁੱਲ ਹੈਗੇ ਨੇ। ਹੁਣ ਸੋ ਦਾ ਕਹਿੰਦਾ ਸੀ ਮੇਰੇ ਫੁੱਲ 'ਚ ਨਾ ਵਿੱਚ ਪਾਉਣੇ। ਸੋ ਇਹ ਜਿਹੜੀ ਰਿਕੁਐਸਟ ਕੀਤੀ ਗਈ ਹੈ, ਇਹ ਚੰਗੀ ਰਿਕੁਐਸਟ ਹੈ। ਉਹਦਾ ਫਰਕ ਇਹ ਹੋਏਗਾ ਕਿ ਤੁਸੀਂ ਇੱਕ ਸਰਟਨ ਪਲੇਸ ਡੈਜ਼ਿਗਨੇਟਡ ਹੈਗੀ ਹੈ, ਤੁਸੀਂ ਉੱਥੇ ਜਾ ਕੇ ਆਪਦੀਆਂ ਰਸਮਾਂ ਕਰ ਸਕਦੇ ਹੋ। ਪਹਿਲਾਂ ਵਾਲਾ ਰਸਮ ਨਹੀਂ ਸੀ ਕਰਦਾ ਹੁੰਦਾ, ਵੋਟ ਸੀਗਾ ਵਾਲੇ ਦਿਨ ਬੈਗ ਸਿੱਟ ਦੇਣਾ, ਇਹ ਗੱਲ ਹੁੰਦੀ, ਮੈਂ ਜਾਣਦਾ ਕੁਝ ਲੋਕਾਂ ਨੇ ਇਹ ਗੱਲ ਕੀਤੀ ਹੈਗੀ ਹੈ। ਸੋ ਇਹ ਗੱਲ ਚੰਗੀ ਹੈਗੀ ਹੈ, ਸਰਕਾਰ ਇਸ ਨੂੰ ਅਲਾਉ ਕਰੇਗੀ, ਅਲਾਉ ਕਰ ਵੀ ਦੇਣਾ ਚਾਹੀਦਾ। ਐਂਡ ਫਰੈਂਕਲੀ ਜੇ ਸੋਚਿਆ ਜਾਏ, ਕੰਪੈਰੀਜ਼ਨ ਕੀਤਾ ਜਾਵੇ, ਜਿਹੜੇ ਲੋਕ ਕ੍ਰਿਮੇਟ ਕਰਦੇ ਹੁਣ ਬਹੁਤ ਐਕਚੁਅਲੀ ਤਰਨ ਜਿਹੜੇ ਲੋਕ ਕ੍ਰਿਸਚੀਅਨਿਟੀ 'ਚ ਬਿਲੀਵ ਕਰਦੇ ਨੇ, ਉਹ ਲੋਕ ਵੀ ਕ੍ਰਿਮੇਟ ਕਰਦੇ ਆ ਸਰਟਨ ਪਰਸੈਂਟੇਜ। ਔਰ ਸੋਚਣ ਵਾਲੀ ਗੱਲ ਇਹ ਹੈ ਕਿ ਅਖੀਰ ਕਿੰਨੀ ਧਰਤੀ ਚਾਹੀਦੀ ਹੈ, ਕਿੰਨਾ ਕੁਛ ਚਾਹੀਦਾ। ਤੁਸੀਂ ਜੋ ਕ੍ਰਿਮੇਟ ਕਰਦੇ ਹੋ ਉਹਦੇ ਵਾਸਤੇ ਧਰਤੀ ਦੀ ਲੋੜ ਹੀ ਹੈ ਨਹੀਂ, ਇੱਕ ਜਗ੍ਹਾ ਤੇ ਹੈਗਾ, ਉਸ ਸਥਾਨ ਨੂੰ ਮੁੜ ਮੁੜ ਕੇ ਵਰਤੀ ਜਾਂਦੇ, ਆਪਾਂ ਸੰਸਕਾਰ ਕਰਦੇ ਹਾਂ। ਤੇ ਸਾਹਮਣੇ ਜੇ ਤੁਸੀਂ ਕਰਨੀਆਂ ਨੇ ਗ੍ਰੇਵਸ ਚਾਹੀਦੇ ਨੇ, ਕਬਰਾਂ ਚਾਹੀਦੀਆਂ ਨੇ, ਉਸ ਜ਼ਮੀਨ ਵੀ ਚਾਹੀਦੀ ਹੈਗੀ ਆ। ਇਸ ਗੱਲ ਨੂੰ ਸੋਚ ਕੇ ਵੀ ਕ੍ਰਿਸਚੀਅਨ ਲੋਕ ਕਨਵੈਨਸ਼ਨ ਕਰਨ ਲੱਗੇ ਕਹਿੰਦੇ। ਹਾਲਾਂਕਿ ਲੋਕਲ ਪ੍ਰਸ਼ਾਸਨ ਨੂੰ ਇਸ ਗੱਲ ਦੀ ਕੋਈ ਇਤਰਾਜ਼ ਨਹੀਂ ਹੈ ਤੇ ਉਹਨਾਂ ਨੇ ਵੈਸੇ ਹੀ ਅਸਥੀਆਂ ਪ੍ਰਵਾਹ ਕਰਨ ਲਈ ਪਰਮਿਸ਼ਨ ਵੀ ਦਿੱਤੀ ਹੋਈ ਹੈ, ਪਰ ਉਹ ਚਾਹੁੰਦੇ ਨੇ ਕਿ ਇੱਕ ਡੈਜ਼ਿਗਨੇਟਡ ਥਾਂ ਹੋਵੇ ਜਿੱਥੇ ਕਿ ਸਾਰੇ ਜਾ ਕੇ ਆਪਣੇ ਰਸਮ ਰਿਵਾਜ ਅਦਾ ਕਰ ਸਕਣ, ਆਪਣੇ ਅਸਥੀਆਂ। ਕਹਿੰਦੇ ਉਸ ਟਾਈਮ ਦੇ ਵਿੱਚ ਪੂਰੀ ਫੈਮਿਲੀ ਨਹੀਂ ਇਕੱਠੀ ਹੋਗੀ, ਸਿਰਫ 2 ਜਾਂ 3 ਜਣੇ ਜਾ ਕੇ ਅਸਥੀਆਂ ਪ੍ਰਵਾਹ ਕਰਕੇ ਆਉਣਗੇ। ਆਪਣੀ ਵੀ ਇੱਥੇ ਓਨਟਾਰੀਓ ਖਾਲਸਾ ਦਰਬਾਰ ਦੇ ਨਾਲ ਜਿਹੜੀ ਆ ਮਿਸੀਸਾਗਾ ਦੀ ਕੌਂਸਲ ਵੱਲੋਂ ਅਪਰੂਵ ਕੀਤਾ ਗਿਆ ਸੀ ਤੇ ਆਪਣੀ ਵੀ ਇੱਥੇ ਜਗ੍ਹਾ ਪ੍ਰੋਵਾਈਡ ਕਰਵਾਈ ਗਈ ਹੈ। ਜੀ ਸਹੀ ਗੱਲ ਹੈ ਔਰ ਚੰਗੀ ਗੱਲ ਹੈ। ਤਰਨ ਦੇਖੋ, ਜਿਹੜਾ ਉਹ ਸਮਾਂ ਤੁਸੀਂ ਯੂ ਵਾਂਟ ਟੂ ਬੀ ਵਿਦ ਦਾ ਡਿਪਾਰਟਡ ਸੋਲ ਐਟ ਦੈਟ ਟਾਈਮ, ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਪਿਆਰਾ, ਤੁਸੀਂ ਉਹਨੂੰ ਸਾਵੇਂ ਤਾਂ ਤੁਸੀਂ ਹੌਲੀ ਦਿਨ ਚੋਰੀ ਕਰਕੇ ਛੱਡ ਦਿੰਦੇ ਸੀਗੇ, ਸਾਵੇਂ ਤੁਸੀਂ ਉਹਨੂੰ ਐਕਚੁਅਲ ਜਿਹੜੀਆਂ ਤੁਹਾਡੀਆਂ ਰਸਮਾਂ ਹੈਗੀਆਂ ਉਹਦੇ ਨਾਲ ਤੁਸੀਂ ਉਹਨੂੰ ਵਿਦਾ ਕਰਨਾ ਹੈ। ਇਟ ਗਿਵਸ ਯੂ ਮੋਰ, ਜਿਹਨੂੰ ਕਹਿੰਦੇ ਸਕੂਨ ਮਿਲਦਾ ਹੈ ਇਸ ਗੱਲ ਦੇ ਨਾਲ। ਹਾਲਾਂਕਿ ਜਿਹੜਾ ਤੁਸੀਂ ਜਿਹੜਾ ਚੋਰੀ ਕਰਕੇ ਆਉਣਾ ਉਹ ਗਲਤ ਨਹੀਂ ਸੀ ਬਣਦੀ। ਹਾਲਾਂਕਿ ਪੈਂਡੈਮਿਕ ਤੋਂ ਬਾਅਦ ਕਿੰਨੀਆਂ ਇੱਥੇ ਇੰਡੀਅਨ ਕਮਿਊਨਿਟੀਜ਼ ਦੀਆਂ ਡੈਥਸ ਹੋਈਆਂ ਨੇ ਤੇ ਬਹੁਤ ਸਾਰੇ ਇਸ ਵਕਤ ਵੇਟ ਕਰ ਰਹੇ ਆ ਕੋਈ ਐਵੇਂ ਦਾ ਜਿਹੜਾ ਡਿਸੀਜਨ ਲਿਆ ਜਾਵੇ। ਉੱਥੇ ਹੀ ਕੌਂਸਲ, ਜਿਹੜੇ ਉੱਥੋਂ ਦੀ ਸਿਟੀ ਕੌਂਸਲ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਤੁਹਾਨੂੰ ਜਗ੍ਹਾ ਦੇ ਦੇਵਾਂਗੇ, ਪਰ ਕਈ ਲੋਕ ਇਸ ਚੀਜ਼ ਨੂੰ ਲੈ ਕੇ ਇਤਰਾਜ਼ ਵੀ ਕਰ ਰਹੇ ਨੇ। ਆਪਾਂ ਤਾਂ ਕਹਿ ਸਕਦੇ ਹਾਂ ਕਿ ਚਲੋ ਵਗਦੇ ਪਾਣੀ 'ਚ ਪਾ ਦਿੱਤਾ, ਇਹਦੇ ਨਾਲ ਕੋਈ ਪੋਲਿਊਸ਼ਨ ਨਹੀਂ ਹੋਏਗਾ, ਪਰ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਉਹ ਇਸ ਚੀਜ਼ ਨੂੰ ਲੈ ਕੇ ਥੋੜੇ ਜਿਹੇ ਅੜੇ ਹੋਏ ਨੇ। You're right. This is a matter of educating them now. So it's a good time to educate those people that what you are doing is right, what we are doing is right. Nothing is right or wrong. But ਜੇ ਤੁਸੀਂ এনवायरमेंटल ਦੇ ਵਿੱਚ ਏਰੀਆ ਦੇ ਪਾਸੇ ਨੂੰ ਜਾਂਦੇ ਹੋ ਤਾਂ ਤੁਹਾਡੇ ਕੋਲੇ ਇਹ ਜਿਹੜਾ ਬੈਸਟ ਸਿਨੈਰੀਓ ਹੈਗਾ, ਤੁਸੀਂ ਟੂ ਡਿਸਪੋਜ਼ ਆਫ ਦਾ ਜਿਹੜੇ ਫੁੱਲ ਹੈਗੇ ਨੇ ਵਗਦੇ ਪਾਣੀ 'ਚ ਪਾਣੇ, ਵਿੱਚੇ ਰਲ ਜਾਣਾ ਸਾਰਾ ਕੁਛ, ਜੋ ਪਾਣੀ ਸੰਗ ਪਾਣੀ। ਬਿਲਕੁਲ ਸਰ, ਥੋੜੀ ਜਿਹੀ ਹੁਣ ਆਪਾਂ ਕਿਮ ਜੋਂਗ ਉਨ ਦੀ ਵੀ ਗੱਲ ਕਰ ਲਈਏ। ਕਾਫੀ ਸਮੇਂ ਬਾਅਦ ਸਾਡੇ ਪ੍ਰੋਗਰਾਮ ਦੀ ਸ਼ੋਭਾ ਵਧਾ ਰਹੇ ਨੇ। ਸੋ ਇਸ ਵਕਤ ਉੱਥੋਂ ਦੇ ਲੋਕਾਂ ਲਈ ਕਾਫੀ ਜ਼ਿਆਦਾ ਖਤਰਨਾਕ ਫਰਮਾਨ ਸਾਹਮਣੇ ਆ ਰਹੇ ਨੇ। ਨਾ ਤਾਂ ਉੱਥੇ ਜੀਨ ਪਾਈ ਜਾ ਸਕਦੀ ਆ, ਨਾ ਉੱਥੇ ਵਿਦੇਸ਼ੀ ਫਿਲਮਾਂ ਦੇਖੀਆਂ ਜਾ ਸਕਦੀਆਂ ਨੇ, ਨਾ ਉੱਥੇ ਵਿਦੇਸ਼ੀ ਸਲੈਂਗ ਯੂਜ਼ ਕੀਤੇ ਜਾ ਸਕਦੇ ਨੇ। ਕੋਈ ਕਰਦਾ ਹੋਇਆ ਵੀ ਪੜਿਆ ਜਾਂਦਾ ਤਾਂ ਸਜ਼ਾ ਸਿਰ ਕਲਮ ਤੱਕ ਹੋ ਸਕਦੀ ਆ, 15 ਸਾਲ ਤੋਂ ਲੈ ਕੇ ਸਿਰ ਕਲਮ ਤੱਕ। ਸਰ ਬੜੇ ਫਰਮਾਨ ਜਾਰੀ ਹੋ ਰਹੇ ਨੇ ਸਖਤ ਤੋਂ ਸਖਤ। ਤਰਨ, ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਗੱਲ ਤੁਸੀਂ ਕਹੀ ਹੈ ਇਹ ਕਿਮ ਜੋਂਗ ਉਨ ਦੇ ਦੇਸ਼ ਵਾਸਤੇ ਨਹੀਂ, ਕਿਸੇ ਹੋਰ ਦੇਸ਼ ਵਾਸਤੇ ਵੀ ਹੋ ਸਕਦੀ ਹੈ? ਜਿਵੇਂ ਕਿ ਸੋਚਿਆ ਜਾਵੇ, ਤੁਸੀਂ ਜਿਹੜੀ ਇਹ ਗੱਲ ਕੀਤੀ ਗਈ ਹੈ ਵੀ ਤੁਸੀਂ ਜੀਨ ਨਹੀਂ ਪਾ ਸਕਦੇ, ਇਹ ਇੱਕ ਹੋਰ ਦੇਸ਼ ਵਿੱਚ ਵੀ ਰੌਲਾ ਪੈ ਹਟਿਆ। ਤੁਸੀਂ ਵਿਦੇਸ਼ੀ ਚੀਜ਼ਾਂ ਦਾ ਬਾਈਕਾਟ ਕਰੋ, ਇਹ ਉੱਥੇ ਵੀ ਰੌਲਾ ਪੈ ਚੁੱਕਿਆ। ਹਾਲਾਂਕਿ ਹੁਣ ਜੋ ਦਵਾਈ ਦੀ ਲੋੜ ਪੈਂਦੀ ਹੈ ਵਿਦੇਸ਼ੀ ਲੈਂਦਾ, ਲੋਕਾਂ ਨੂੰ ਆਪਦੀਆਂ ਦੇਸੀ ਵੇਚ ਰਿਹਾ। ਜਿਹੜਾ ਤੁਸੀਂ ਫੋਰਨ ਮੀਡੀਆ ਨਹੀਂ ਦੇਖ ਸਕਦੇ ਉਹ ਵੀ ਤੁਹਾਨੂੰ ਕਿਹਾ, ਔਰ ਜਿਹੜਾ ਮੀਡੀਆ ਤੁਸੀਂ ਕਿਹਾ ਗਿਆ ਦੇਖਣ ਵਾਸਤੇ, ਉਹ ਮੀਡੀਆ ਨੂੰ ਫੀਡ ਕੀਤਾ ਜਾ ਰਿਹਾ ਵੀ ਤੁਸੀਂ ਆਹ ਹੀ ਦੇਖਣਾ। ਪਰ ਐਟਲੀਸਟ ਹਜੇ ਉੱਥੇ ਨਹੀਂ ਸਖਤ ਸਜ਼ਾਵਾਂ ਨਹੀਂ ਕਿ ਜੇ ਤੁਸੀਂ ਦੇਖਦੇ ਹੋਏ ਫੜੇ ਜਾਂਦੇ ਹੋ ਤਾਂ ਤੁਹਾਡਾ ਸਿਰ ਕਲਮ ਕਰ ਦਿੱਤਾ ਜਾਊਗਾ। ਯੈਸ, ਹਾਂ, ਇਹ ਫਰਕ ਹੈਗਾ। ਪਰ ਉਹ ਬਾਅਦ ਉਧਰ ਨੂੰ ਰਿਹਾ ਨਾ। ਹੇਅਰ ਕੱਟ ਦਾ ਉੱਥੇ ਹੈ ਕਿ ਤੁਹਾਨੂੰ ਪਾਸਾ 2-4 ਤਰ੍ਹਾਂ ਦੀ ਹੇਅਰ ਕੱਟ ਨਹੀਂ, ਜੇ ਤੁਸੀਂ ਇਸ ਤੋਂ ਇਲਾਵਾ ਕੋਈ ਹੇਅਰ ਕੱਟ ਕਰਦੇ ਹੋ ਜੇ ਤਾਂ ਤੁਸੀਂ ਬੱਚਿਆਂ ਨੂੰ ਸਜ਼ਾ ਤਾਂ ਹੋਗੀ, ਪਰ ਪੇਰੈਂਟਸ ਨੂੰ ਵੱਧ ਸਜ਼ਾ ਮਿਲੂਗੀ। ਦੈਟਸ ਰਾਈਟ। ਇਹ ਜਿਹੜਾ ਦਿਸ ਇਜ਼ ਅ ਬੈਸਟ ਵੇ ਟੂ ਕੰਟਰੋਲ ਦ ਮਾਸਸ। ਤੁਸੀਂ ਕੁਝ ਹੋਰ ਦੇਖੋਗੇ, ਬਾਹਰ ਦੇਖੋਗੇ, ਕੁਝ ਹੋਰ ਕਰੋਗੇ, ਤੁਹਾਡੇ ਤੇ ਉਹਦਾ ਅਸਰ ਪਏਗਾ ਹੀ ਪਏਗਾ। ਸਾਡੀ ਜਿਹੜੀ ਸੁਸਾਇਟੀ ਹੈ ਇਸ ਵੇਲੇ, ਮੈਂ ਆਪਣੀ ਇੰਡੀਅਨ ਸੁਸਾਇਟੀ ਦੀ ਕਰ ਰਿਹਾ, ਅਸੀਂ ਓਪਨ ਕਿਉਂ ਹੋਣ ਲੱਗੇ ਹੋਏ ਹਾਂ? ਅਸੀਂ ਛੇਤੀ ਓਪਨ ਹੋ ਗਏ ਇੰਡੀਆ ਦੇ ਵਿੱਚ। ਕਿਉਂ ਹੋ ਗਏ? ਕਿਉਂਕਿ ਜਿਹੜਾ
ਬਾਹਰਲਾ ਸਭ ਕੁਝ ਚਲਾ ਗਿਆ, ਮੀਡੀਆ ਚਲਾ ਗਿਆ, ਇਹ ਦੇਖਣ ਲੱਗ ਗਿਆ ਤੁਸੀਂ ਕੀ ਹੋ ਰਿਹਾ। ਸਾਡੇ ਵੇਲੇ there was no boyfriend girlfriend thing, frankly. It was very rare. Now this is common. ਇੰਡੀਆ 'ਚ ਮੈਂ ਗੱਲ ਕਰਦਾ, ਜੋ ਕੁਝ ਤੁਹਾਨੂੰ ਮੀਡੀਆ ਫੀਡ ਕਰਦਾ ਤੁਹਾਡੇ 'ਤੇ ਉਹਦਾ ਅਸਰ ਹੋਣ ਲੱਗ ਜਾਂਦਾ ਹੈ। ਇਹ ਬੰਦਾ ਕਹਿੰਦਾ ਵੀ ਇਹ ਕੰਮ ਨਹੀਂ ਹੋਣਾ, ਇਹ ਹੋਰ ਗੱਲਾਂ ਤੇ ਕੰਟਰੋਲ ਕਰ ਰਿਹਾ। ਬॉयਫ੍ਰੈਂਡ ਗਰਲਫ੍ਰੈਂਡ ਵਾਲੀ ਗੱਲ ਨਹੀਂ ਹੈ, ਇਹ ਜੀਨਸ ਨਹੀਂ ਉਹ ਪਾਉਣੀਆਂ, ਤੁਸੀਂ ਬਾਹਰ ਦੀਆਂ ਮੂਵੀਜ਼ ਨਹੀਂ ਦੇਖਣੀਆਂ, ਤੁਸੀਂ ਹੇਅਰ ਕੱਟ ਸਰਟਨ ਸਟਾਈਲ ਦਾ ਕਰਨਾ, ਜੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਸਜ਼ਾ ਮੌਤ ਹੋ ਸਕਦੀ ਹੈ। ਪਰ ਲੋਕੀ ਉਹਦਾ ਇਲਾਜ ਲੱਭ ਲੈਂਦੇ, ਅਗਲੇ ਨੇ ਦੇਖਣੀਆਂ ਨੇ, ਫਿਰ ਕਰਨਾ ਕੀ ਹੈ। ਹੁਣ USB ਤੇ ਆ ਰਿਹਾ ਸਮਾਨ, USB ਤੇ ਸਮਾਨ ਫੜਿਆ ਜਾ ਸਕਦਾ ਤੁਹਾਡੇ ਕੋਲ, ਰਾਈਟ। ਤੁਸੀਂ ਮੈਨੂੰ USB ਫੜਾਤੀ, ਮੈਂ ਉਹ ਚਲਾ ਕੇ ਜਦ ਨੂੰ ਪੁਲਿਸ ਆਉਂਦੀ ਹੈ ਮੇਰੇ ਤੋਂ ਫੜ ਕੇ ਰਹਿ ਜਾਂਦੀ ਹੈ। ਨਾਓ ਵਾਟ ਦੇ ਡੂ, ਉਹ USB ਜਿਹੜਾ ਪ੍ਰੋਗਰਾਮ ਪਾਉਂਦੇ ਆ ਉਹ ਇੱਕ ਵਾਰੀ ਦੇਖਣ ਵਾਲਾ ਹੀ ਆ। ਜੇ ਤੁਸੀਂ ਉਹਨੂੰ ਦੇਖ ਲਿਆ ਉਸ ਤੋਂ ਮਗਰੋਂ ਪ੍ਰੋਗਰਾਮ ਡਿਲੀਟ ਹੋਣਾ, ਜਾਂ USB ਦੇ ਹਿਸਾਬ ਦੇ ਨੇ। ਜੇ ਤੁਸੀਂ 3 ਵਾਰੀ ਉਹਦਾ ਪਾਸਵਰਡ ਲੱਭਣ ਦੀ ਕੋਸ਼ਿਸ਼ ਕਰਦੇ ਹੋ ਤਾਂ ਜੋ ਉਹਦਾ ਕੰਟੈਂਟ ਆ ਉਹ ਆਪਣੇ ਆਪ ਖਤਮ ਹੋਣਾ। ਲੋਕਾਂ ਕੋਲ ਢੰਗ ਹੈਗੇ ਨੇ, ਲੋਕੀ ਅਜੇ ਲੱਭਦੇ ਹੀ ਰਹਿਣੇ। ਪਰ ਕਿਮ ਜੰਗ ਉਨ ਜਿਹੜਾ ਇਉਂ ਕਰਨ ਲੱਗਿਆ, ਇਹ ਆਪਦੇ ਫਾਦਰ ਨਾਲੋਂ ਵੀ ਅੱਗੇ ਲੰਘ ਗਿਆ, ਉਹ ਸਟੇਟ ਨੂੰ ਕੰਟਰੋਲ ਕਰ ਲਿਆ। ਸਟੇਟ ਦੀ ਹਾਲਤ ਬਹੁਤ ਮਾੜੀ ਆ, ਕੋਈ ਚਾਹੇ ਕੁਝ ਕਹੀ ਜਾਵੇ। ਲੋਕ ਬਹੁਤ ਗਰੀਬੀ 'ਚ ਨੇ, ਔਰ ਸਰਕਾਰ ਦੇ ਹੱਕ ਵਿੱਚ ਹੀ ਨਾਰਾ ਲੱਗੇਗਾ। ਜੇ ਲੱਗੇਗਾ, ਨਹੀਂ ਲੱਗੋਗੇ ਤਾਂ ਤੁਹਾਨੂੰ ਸਰਕਲ ਨੂੰ ਕਰਦਾ। ਜਿਹੜੇ ਲੋਕਾਂ ਨੇ ਬਾਰਡਰ ਕ੍ਰਾਸ ਕੀਤਾ ਨਾਰਥ ਕੋਰੀਆ ਤੋਂ ਸਾਊਥ ਕੋਰੀਆ 'ਚ, ਬਹੁਤ ਦੇਰ ਦੇ ਲੋਕੀ ਆ ਰਹੇ ਨੇ, ਉਹ ਆ ਕੇ ਇਹ ਗੱਲਾਂ ਦੱਸਦੇ ਨੇ ਕਿ ਤੁਸੀਂ ਉੱਥੇ ਹਾਲਤ ਕੀ ਨੇ। ਇਹਦਾ ਹੋਰ ਕੰਟਰੋਲ ਕਰ ਲਿਆ, ਪਤਾ ਨਹੀਂ ਕਦ ਤੱਕ ਚੱਲੇਗਾ ਕੰਮ। ਪਰ ਇੰਨੀ ਸਖਤੀ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਅਸੀਂ ਕੁਝ ਕਹਿੰਦੇ ਹਾਂ ਕਿ ਕੁਝ ਅਰਬ ਕੰਟਰੀਜ਼ ਨੇ ਜਾਂ ਕੁਝ ਮੁਸਲਿਮ ਕੰਟਰੀਜ਼ ਨੇ ਜਿਹੜੇ ਕਿ ਔਰਤਾਂ ਨੂੰ ਇੰਨਾ ਜ਼ਿਆਦਾ ਬੈਨ ਕਰਦੇ ਆ। ਉਦੋਂ ਆਪਾਂ ਹਮੇਸ਼ਾ ਬੋਲਦੇ ਹਾਂ ਕਿ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਆਪਣੇ ਅਕੋਰਡਿੰਗ ਜਿਉਣ ਦਾ ਅਧਿਕਾਰ ਹੈ। ਸੋ ਜਦੋਂ ਇਸ ਤਰ੍ਹਾਂ ਤਰੀਕੇ ਦੇ ਫਰਮਾਨ ਆਉਂਦੇ ਆ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ, ਪੋਜ਼ਿਟਿਵ ਜਾਂ ਨੈਗੇਟਿਵ? ਨੈਗੇਟਿਵ ਹੈ। ਦਿਸ ਸ਼ੁਡਨਟ ਬੀ ਅਲਾਉਡ, ਸ਼ੁਡਨਟ ਬੀ ਲਾਈਕ ਦੈਟ। ਤੁਸੀਂ ਲੋਕਾਂ ਨੂੰ ਜ਼ਿੰਦਗੀ ਜਿਉਣ ਦਿਓ। ਤੁਸੀਂ ਓਕੇ, ਲੈਟਸ ਟਾਕ ਅਬਾਊਟ ਦ ਵੈਸਟਰਨ ਡੈਮੋਕ੍ਰੇਸੀਜ਼ ਜਿਹੜੀਆਂ ਹੈਗੀਆਂ ਨੇ ਐਜ਼ ਕੰਪੇਅਰ। ਤੁਹਾਡਾ ਕੀ ਮਤਲਬ ਹੈ, ਜਿਹੜੀਆਂ ਵੈਸਟਰਨ ਡੈਮੋਕ੍ਰੇਸੀਜ਼ ਨੇ ਇਹ ਚੱਲ ਨਹੀਂ ਰਹੀਆਂ, ਵਧੀਆ ਚੱਲ ਰਹੀਆਂ ਨੇ, ਸਭ ਨੂੰ ਹੱਕ ਹੈਗੇ ਦਿੱਤੇ। ਤੁਸੀਂ ਆਪਦਾ ਹੱਕ ਜੇ ਨਹੀਂ ਮਿਲਦਾ ਲੈ ਸਕਦੇ ਹੋ। ਅਸੀਂ ਦੂਸਰੀਆਂ ਨਸਲਾਂ ਇਸ ਦੇਸ਼ 'ਚ ਆਏ ਹੋਏ ਹਾਂ, ਅਸੀਂ ਇਸ ਦੇਸ਼ ਦੇ ਹਿੱਸੇਦਾਰ ਬਣੇ ਹੋਏ ਹਾਂ, ਇਸ ਦੇਸ਼ ਦੀਆਂ ਵੱਡੀਆਂ ਜੌਬਸ 'ਤੇ ਅਸੀਂ ਬੈਠੇ ਹਾਂ, ਇਸ ਦੇਸ਼ ਦੀ ਪੋਲੀਟਿਕਸ 'ਚ ਅਸੀਂ ਇਨਵੋਲਵਡ ਹੈਗੇ ਹਾਂ। ਇੱਥੇ ਵੀ ਇਨਵੋਲਵਡ ਹਾਂ, UK 'ਚ ਇਨਵੋਲਵਡ ਹਾਂ, ਯੂਰਪ ਦੇ ਹੋਰ ਕੰਟਰੀਜ਼ 'ਚ ਇਨਵੋਲਵਡ ਹਾਂ, ਅਸੀਂ US 'ਚ ਇਨਵੋਲਵਡ ਹਾਂ। ਵਾਟਸ ਰੋਂਗ ਵਿਦ ਦੈਟ? ਉਹ ਫਰਕ ਕੀ ਹੈ? ਫਰਕ ਇਹ ਹੈ, ਜਿੱਥੇ ਇਹੋ ਜਿਹਾ ਕੁਛ ਹੈਗਾ ਉੱਥੇ ਪੁਸ਼ਤ ਦਰ ਪੁਸ਼ਤ ਪਿਤਾ ਪੁਰਖੀ ਜੌਬ ਹੈ। ਮੁਸਲਿਮ ਕੰਟਰੀਜ਼ ਵਿੱਚ ਵੀ, ਜੋ ਸਾਊਦੀ ਅਰੇਬੀਆ ਅੱਗੇ ਦੀ ਅੱਗੇ ਕਿੰਗ ਤੋਂ ਰਿਹਾ, ਉਹਦਾ ਅੱਗੇ ਉਹਦੀ ਔਲਾਦ, ਅੱਗੇ ਉਹਦੀ ਔਲਾਦ। ਇਹ ਕਿਮ ਜੰਗ ਉਨ ਦਾਦਾ ਸੀ, ਪਿਓ ਸੀ, ਹੁਣ ਇਹ ਜਿੱਥੇ ਪੁਸ਼ਤ ਦਰ ਪੁਸ਼ਤ ਹੈ, ਕੰਟਰੋਲ ਕਰਨ ਵਾਸਤੇ ਮਾਸਿਸ ਨੂੰ ਇਹੋ ਜਿਹਾ ਕੁਛ ਚੱਲਦਾ ਹੀ ਰਹੇਗਾ। ਬਿਲਕੁਲ ਸਰ, ਪਰ ਮਨੁੱਖੀ ਕਾਣ ਵੀ ਹੈਗਾ ਇਹ। ਤੁਸੀਂ ਆਪਣੇ ਤਰੀਕੇ ਨਾਲ ਆਪਣੀ ਜ਼ਿੰਦਗੀ ਨਹੀਂ ਜੀ ਸਕਦੇ। ਅਗਲੀ ਖਬਰ ਪਹਿਲਾਂ ਅਸੀਂ ਰੁਖ ਕਰਦੇ ਹਾਂ। ਕੈਨੇਡਾ ਦੀ ਖਬਰ ਹੈ। ਕੈਨੇਡਾ ਦੇ 2 ਮਾਈਕਲਸ ਚਾਈਨਾ ਵਿੱਚ ਗ੍ਰਿਫਤਾਰ ਕੀਤੇ ਹੋਏ ਨੇ ਤੇ ਉਹਨਾਂ ਦੀ ਸਜ਼ਾ ਦਾ ਐਲਾਨ ਲਗਭਗ ਹੋਣ ਵਾਲਾ ਹੈ। ਤੇ ਸਰ ਉੱਥੇ ਦੂਜੇ ਪਾਸੇ ਗੱਲ ਕਰੀਏ, ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਕੈਨੇਡਾ ਨੇ US ਦੇ ਨਾਲ ਇੱਕ ਸੀਕ੍ਰੇਟ ਗੱਲਬਾਤ ਕੀਤੀ ਹੈ, ਜਿਹਦੇ ਵਿੱਚ ਇਹਨਾਂ ਦੋਵਾਂ ਮਾਈਕਲਸ ਦੀ ਰਿਹਾਈ ਦੇ ਲਈ ਗੁਹਾਰ ਲਗਾਈ ਗਈ ਹੈ। ਤਰ੍ਹਾਂ ਨੇ ਜਿਹੜੇ ਸੀਕ੍ਰੇਟ ਟਾਕਸ ਹੈਗੇ ਨੇ, ਇਹ ਚੱਲਦੀਆਂ ਹੀ ਰਹਿੰਦੀਆਂ, ਇਹ ਦਰ ਖੁੱਲ੍ਹੇ ਹੀ ਰਹਿੰਦੇ ਆ। ਲੋਕਾਂ, ਸਾਡੀ ਜਿਹੜੀ ਸਰਕਾਰ ਹੈ, ਕੈਨੇਡੀਅਨ ਗਵਰਨਮੈਂਟ ਨੇ ਕੋਸ਼ਿਸ਼ ਬੜੀ ਕੀਤੀ। 900 ਤੋਂ ਉੱਪਰ ਦਿਨ ਹੋ ਚੁੱਕੇ ਜੀ ਇਹ ਦੋਨੇ ਮਾਈਕਲਸ ਨੂੰ ਫੜਿਆ ਹੋਇਆ ਨੇ। ਸਰਕਾਰ ਨੇ ਸਾਡੀ ਬਹੁਤ ਕੋਸ਼ਿਸ਼ ਕੀਤੀ ਹੈ ਵੀ ਕਿਸੇ ਨਾ ਕਿਸੇ ਢੰਗ ਨਾਲ ਉਹ ਮਾਈਕਲਸ ਨੂੰ ਉੱਥੋਂ ਨਿਜਾਤ ਮਿਲੇ, ਇੱਥੇ ਆ ਸਕਣ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਜੀ ਤੇ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਗੱਲ ਕਰਨੀ ਸੀ, ਮੈਂ ਐਡਵੋਕੇਟ ਤੋਂ ਬੋਲ ਰਿਹਾ। ਹਾਂਜੀ, ਸਵਾਗਤ ਹੈ ਜੀ। ਹਾਂਜੀ, ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਕਹਿਣਾ ਚਾਹੁੰਦਾ ਵੀ ਜਿਹੜਾ ਹੁਣ 21ਵੀਂ ਸਦੀ ਆ ਗਈ, ਜਿਹੜੀਆਂ ਮੈਂ ਖਬਰਾਂ ਸੁਣਦਾ ਆ ਵੀ ਮੁਸਲਮਾਨਾਂ ਦੇ ਵਿਚਾਰੇ ਪਰਿਵਾਰ ਤੇ ਟਰੱਕ ਚੜਾਤਾ, ਤੇ ਦੂਜਾ ਇਹ ਨਸਲੀ ਟਿੱਪਣੀ ਹੋਈ ਜਿਹੜੀ 21ਵੀਂ ਸਦੀ ਆ ਗਈ। ਆਪਾਂ ਤਾਂ ਦੁਨੀਆ ਤਾਂ ਅੱਗੇ ਨੂੰ ਜਾ ਰਹੀ ਹੈ, ਇਹ ਪਿੱਛੇ ਨੂੰ ਖਿੱਚ ਰਹੇ ਆ ਇਹਨਾਂ ਮੁਲਕਾਂ 'ਚ ਆ ਕੇ ਵੀ। ਦੂਜਿਆਂ ਨੂੰ ਜਿਹੜਾ ਨਾਰਥ ਕੋਰੀਆ ਵਾਲੇ 'ਚ ਬੜਾ ਇਹ ਝਗੜੇ ਲੱਗਿਆ ਮੈਨੂੰ ਵੀ ਦੇਖੋ ਇਹ ਕਿਆ ਚੱਕਰ ਕਿਆ ਵੀ ਇੰਨਾ ਵੀ ਬੰਦੇ ਨੂੰ ਡਿਕਟੇਟਰ ਹੋਣਾ ਵੀ ਚੰਗਾ ਨਹੀਂ ਕਿ ਸਿਰ ਕੰਮ ਕਰ ਦੋ। ਜੇ ਕੋਈ ਵਿਦੇਸ਼ੀ ਮੂਵੀ ਦੇਖਦਾ ਜਾਂ ਜੀਨ ਪਾਉਂਦਾ ਹੈ, ਇਹਨਾਂ ਦੇ ਲੋਕ ਪਿੱਛੇ ਨੂੰ ਲੱਗ ਜਾਣ ਤੇ ਅੱਗੇ ਨੂੰ ਕੀ ਜਾਣਾ ਇਹਨਾਂ ਨੇ। ਉਦੋਂ ਕੋਰੀਆ ਵਾਲੇ ਕਹਿੰਦੇ ਅਸੀਂ ਇੰਨੀ ਤਰੱਕੀ ਕਰਦੇ ਨਾਰਥ ਕੋਰੀਆ ਵਾਲੇ, ਤੇ ਉਹ ਬਾਕੀ ਪਬਲਿਕ ਨੂੰ ਗਰੀਬ ਰੱਖਣਾ ਚਾਹੁੰਦੇ ਆ ਵੀ
ਗਰੀਬ ਰਹੇ ਸਭ ਤੇ ਹੇਠ ਹੀ ਰਹੇ ਆ। ਤੇ ਇਹ ਤਾਨਾਸ਼ਾਹੀ ਹੈ ਜੀ। ਇਹ ਹੁਣ ਪੁਰਾਣੇ ਯੁੱਗਾਂ ਵਾਲਾ ਜਿਹੜਾ ਅੱਜ ਤੇ ਕਈ ਸੌ ਸਾਲ ਪਹਿਲਾਂ ਸੀਗਾ, ਉਹ ਹੀ ਉੱਥੇ ਹੀ ਲੈ ਕੇ ਆਉਣਾ ਚਾਹੁੰਦੇ ਆ। ਹੁਣ ਕੀ ਬਣੂਗਾ? ਹੁਣ ਦੇਖੋ ਆਪਣਾ ਕੈਨੇਡਾ ਡੇ ਵਾਲੀ ਗੱਲ ਆ ਜਿਹੜੀ ਤੁਸੀਂ ਕਰੀ ਸੀ ਵੀ ਇਹ ਮਲਟੀ ਕਲਚਰ ਕੰਟਰੀ ਹੈ ਹੁਣ। ਵੀ ਹੁਣ ਇਹ ਕੈਨੇਡਾ ਡੇ ਤਾਂ ਠੀਕ ਹੈ ਵੀ ਉਦੋਂ ਬਣਾਇਆ ਗਿਆ ਜਦੋਂ ਕੈਨੇਡਾ ਹੋਂਦ ਵਿੱਚ ਆਇਆ। ਹੌਲੀ 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 ਬਾਹਰ ਲੋਕ ਆਉਣ ਲੱਗ ਗਏ। ਇਹ ਵੀ ਬਾਹਰੋਂ ਆਏ, ਸਾਰੇ ਬਾਹਰੋਂ ਆਏ, ਆਪਣੇ ਰੈਡ ਇੰਡੀਅਨ ਨੂੰ ਛੱਡ ਕੇ ਸਾਰੀ ਦੁਨੀਆ ਬਾਹਰੋਂ ਆਈ ਹੈ। ਤੇ ਇਹਨਾਂ ਨੂੰ ਮਨਾਉਣਾ ਚਾਹੀਦਾ, ਬਣਾਉਣਾ ਚਾਹੀਦਾ। ਵੈਸੇ ਮੇਰੀ ਸਲਾਹ, ਮੈਂ ਕਿਸੇ ਦੇ ਹੈ ਨਹੀਂ ਕਹਿਣਾ ਵੀ ਇਹ ਹੋਣਾ ਚਾਹੀਦਾ ਵੀ ਇਹ ਕੈਨੇਡਾ ਡੇ ਮਲਟੀ ਕਲਚਰ ਡੇ ਤੇ ਬਣਾਉਣਾ ਚਾਹੀਦਾ। ਮਲਟੀ ਕਲਚਰ, ਕਿਉਂਕਿ ਇਹ ਏਦਾਂ ਕਰਨਗੇ ਤਾਂ ਧਰਮ ਸਾਰੇ ਧਰਮਾਂ ਦੇ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਹੋਊਗਾ। ਜਿਹੜਾ ਕੋਈ ਵੀ ਬਾਹਰੋਂ ਆਇਆ, ਧਰਮ ਤਾਂ ਬਹੁਤ ਹੈ, ਜੇ ਹਰ ਇੱਕ ਬੰਦੇ ਦਾ ਸਤਿਕਾਰ ਹੋਊਗਾ। ਇਹਦਾ ਏਦਾਂ ਕੋਈ ਨਾ ਕੋਈ ਬਣਾਉਣਾ ਚਾਹੀਦਾ। ਜੋ ਗਲਤੀਆਂ ਹੋ ਗਈਆਂ ਪਿੱਛੇ ਆਪਣੇ ਬੱਚਿਆਂ ਦੀ ਸੁਣੀ ਹੈ, ਜਿਹੜੀ ਗੱਲ ਦੇਖੀ ਟੀਵੀ ਤੇ ਵੀ ਦੱਸਦੇ ਹੈ, ਉਹ ਜੋ ਹੋਊਗੀ ਉਹ ਤਾਂ ਆਪਾਂ ਸੁਧਾਰ ਨਹੀਂ ਸਕਦੇ। ਅੱਗੇ ਵਾਸਤੇ ਤਾਂ ਉਹਨਾਂ ਬੰਦਿਆਂ ਦੀ ਰਿਸਪੈਕਟ ਕਰੋ ਨਾ ਜਿਹੜੇ ਬੰਦਿਆਂ ਦਾ ਕੰਟਰੀ ਹੈ। ਤੇ ਕੈਨੇਡਾ ਠੀਕ ਹੈ ਨਾਮ ਰੱਖਦਾ, ਅੱਗੇ ਨਹੀਂ ਜੇ ਵੀ ਨਾ ਹੋਊਗਾ। ਉਹ ਕੈਨੇਡਾ ਡੇ ਦੇ ਨਾਲ ਮਲਟੀ ਕਲਚਰ ਜ਼ਰੂਰ ਆਉਣਾ ਚਾਹੀਦਾ ਹੈ ਵੀ ਮਲਟੀ ਕਲਚਰ ਲੋਕ ਰਹਿ ਰਹੇ ਸਾਰੀ ਦੁਨੀਆ ਦੇ। ਥੈਂਕ ਯੂ ਜੀ। ਮੈਂ ਤਾਂ ਇੰਨੀ ਗੱਲ ਕਹਿਣੀ ਚਾਹੁੰਦਾ ਜੀ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ। ਥੈਂਕ ਯੂ ਜੀ, ਸੋ ਨਾਈਸ ਸਰ ਜੀ। ਜਿਹੜਾ ਤੁਸੀਂ ਮਲਟੀਕਲਚਰ ਦੀ ਗੱਲ ਕੀਤੀ ਹੈ ਜੀ, ਜਿਹੜਾ ਕੈਨੇਡਾ ਡੇ ਹੈ, ਜੇ ਇਹ ਹਾਲਾਤ ਚੱਲਦੇ ਅਗਲੇ ਸਾਲ ਤੱਕ ਵੀ ਇਵੇਂ ਚੱਲੀ ਗਏ ਜੀ ਤਾਂ ਕੈਨੇਡਾ ਡੇ ਦਾ ਨਾਮ ਨਾਲ ਕੁਛ ਨਾ ਕੁਛ ਹੋਰ ਜਿਹੜੀ ਤੁਸੀਂ ਸੁਜੈਸ਼ਨ ਕੀਤਾ ਅਜਿਹਾ ਕੋਈ ਚੀਜ਼ ਲੱਗਦਾ ਕਿ ਜ਼ਰੂਰ ਆਈ। ਜਿਹੜੀ ਕਿਮ ਜੰਗ ਉਨ ਦੀ ਗੱਲ ਕੀਤੀ ਹੈ ਜੀ, ਉੱਥੇ ਹਾਲਤ ਇਹ ਹੈ ਕਿ ਜਿਹੜੇ ਬੰਦੇ ਦਾ ਕਸੂਰ ਕੱਢਿਆ ਜਾਂਦਾ, ਚਾਹੇ ਉਹ ਕਸੂਰਵਾਰ ਹੈ ਜਾਂ ਨਹੀਂ, ਸਰਕਾਰ ਨੇ ਕੱਢ ਦਿੱਤਾ ਅਤੇ ਉਹਨੂੰ ਜਿਹੜੀ ਸਜ਼ਾ ਹੈਗੀ ਉਹ ਐਕਸੀਕਿਊਸ਼ਨ ਹੈ ਜੀ। ਔਰ ਐਕਸੀਕਿਊਸ਼ਨ ਜਿਹੜੀ ਕੀਤੀ ਜਾਂਦੀ ਹੈ ਜੋ ਸੁਣਦੇ ਆ ਉਹ ਇਉਂ ਆ ਵੀ ਉਸ ਜਿਹੜੀ ਨੇਬਰਹੁੱਡ 'ਚ ਉਹ ਬੰਦਾ ਰਹਿੰਦਾ ਉਸ ਨੇਬਰਹੁੱਡ ਦੇ ਵਿੱਚ ਉਹਨੂੰ ਲਿਜਾਇਆ ਜਾਂਦਾ, ਸਾਰੀ ਨੇਬਰਹੁੱਡ ਨੂੰ ਸੱਦਿਆ ਜਾਂਦਾ, ਉਹਦੇ ਸਾਹਮਣੇ ਉਹਨੂੰ ਐਕਸੀਕਿਊਟ ਕੀਤਾ ਜਾਂਦਾ। ਉਹ ਜਿਹੜਾ ਨਹੀਂ ਆਉਂਦਾ ਉਹਨੂੰ ਸਮਝ ਜਾਂਦਾ ਉਹ ਦੇਸ਼ ਦਰੋਹੀ ਹੈ। ਔਰ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਕਿ ਲੋਕਾਂ ਦੇ ਉੱਤੇ ਆਪਦਾ ਰੋਹ ਪਾਇਆ ਜਾਵੇ। ਯੂ ਆਰ ਰਾਈਟ, ਇਹ ਹੁਣ ਤੋਂ ਬਹੁਤ ਕਈ ਸਦੀਆਂ ਪਹਿਲਾਂ ਇਹੋ ਜਿਹਾ ਕੁਛ ਹੁੰਦਾ ਸੀ। ਹੁਣ ਅੱਜ ਦੇ ਜ਼ਮਾਨੇ 'ਚ ਇਹ ਬਹੁਤ ਗਲਤ ਗੱਲ ਹੈ ਜੀ। ਬਿਲਕੁਲ ਸਰ, ਵਾਪਸ ਆਈਏ ਆਪਾਂ ਮੁੱਦੇ ਦੇ ਉੱਤੇ ਗੱਲਬਾਤ ਕਰ ਰਹੇ ਸੀ ਸੀਕ੍ਰੇਟ ਟਾਕ ਦੀ। ਹਾਂ ਤਰਨ, ਸਰਕਾਰ ਦੀ ਕੋਸ਼ਿਸ਼ ਹੈ ਕਿ ਕਿਸੇ ਨਾ ਕਿਸੇ ਹਿਸਾਬ ਤੋਂ ਮਾਈਕਲਸ 900 ਤੋਂ ਉੱਪਰ ਦਿਨ ਹੋ ਚੁੱਕੇ ਨੇ ਜਿਹਨੂੰ ਵਾਪਸ ਲੈ ਕੇ ਆਂਦਾ ਜਾਵੇ। ਇਹ ਇਸ ਤਰ੍ਹਾਂ ਨਹੀਂ ਹੁੰਦਾ ਵੀ ਸਰਕਾਰਾਂ ਆਪਣਾ ਕੰਮ ਬੰਦ ਕਰ ਦਿੰਦੇ ਨੇ। ਸਰਕਾਰਾਂ ਨੂੰ ਪੋਲੀਟੀਕਲ ਗੇਨ ਵੀ ਹੁੰਦਾ ਇਸ ਮਾਮਲੇ ਦੇ ਵਿੱਚ। ਆਪਦੇ ਬੰਦੇ ਖਿਆਲ ਕਰਨਾ ਸਰਕਾਰ ਦਾ ਫਰਜ਼ ਵੀ ਹੈਗਾ। ਸਰਕਾਰ ਨੇ ਪੂਰੀ ਕੋਸ਼ਿਸ਼ ਕੀਤੀ। ਕਿਮ ਜੰਗ ਉਨ ਇੱਥੇ 13 ਮਿਲੀਅਨ ਦੇ ਘਰ 'ਚ ਰਹਿੰਦੀ ਹੈ, ਉਹਨਾਂ ਨੂੰ ਛੋਟੀ ਕਾਰ ਕੋਠੜੀ ਦੇ ਵਿੱਚ ਪਾਇਆ ਹੋਇਆ, ਉਹਨਾਂ ਨੂੰ ਦਿਨੇ ਡੇ ਲਾਈਟ ਕਈ ਵਾਰੀ ਦਿਸਦੀ ਹੈ, ਕਈ ਵਾਰੀ ਨਹੀਂ ਦਿਸਦੀ। ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਜੀ US ਰਾਹੀਂ ਗੱਲਬਾਤ ਕਰਦੀ ਵੀ ਕਿਸੇ ਹਿਸਾਬ ਦੇ ਵਿੱਚ ਕੋਈ ਕਾਈਂਡ ਆਫ ਸੌਦਾ ਹੋ ਜਾਵੇ, ਕੁਛ ਹੋ ਜਾਵੇ। ਜਿਹੜਾ ਚਾਈਨਾ ਨੂੰ ਅੰਬੈਸਡਰ ਭੇਜਿਆ ਹੈ ਜੀ ਕੈਨੇਡਾ ਦਾ, ਉਹ ਸਪੈਸ਼ਲੀ ਵਾਪਸ ਸੱਦਿਆ ਗਿਆ ਸੀਗਾ। ਅਸੀਂ ਕੈਨੇਡੀਅਨ ਅੰਬੈਸਡਰ ਜਿਹੜਾ US 'ਚ ਬੈਠਾ ਉਹਦੇ ਤੋਂ ਗੱਲ ਨਹੀਂ ਕਰਵਾਈ। ਅਸੀਂ ਚਾਈਨੀ ਜਿਹੜਾ ਅੰਬੈਸਡਰ ਸਾਡਾ ਭੇਜਿਆ ਸੀ ਉਹਦੇ ਰਾਹੀਂ ਗੱਲ ਕੀਤੀ ਸੀਗੀ, ਪਰ ਅਜੇ ਤੱਕ ਉਹ ਗੱਲ ਸਿਰੇ। ਜਿਹੜੀ ਸਰਕਾਰ ਦੀ ਕੋਸ਼ਿਸ਼ ਪੂਰੀ ਹੈ ਕਿਸੇ ਨਾ ਕਿਸੇ ਹਿਸਾਬ ਜਿਹੜੇ ਸਾਡੇ 2 ਮਾਈਕਲਸ ਫੜੇ ਹੋਏ ਨੇ ਉਹਨਾਂ ਨੂੰ ਰਿਹਾ ਕੀਤਾ ਜਾ ਸਕੇ। ਚਾਈਨਾ ਦੇ ਸਖਤ ਰਵੱਈਏ ਤੋਂ ਕੈਨੇਡਾ ਤਾਂ ਪਰੇਸ਼ਾਨ ਹੈਗਾ ਹੀ ਆ, ਪਰ US ਦੇ ਵਿੱਚ ਇੱਕੋ ਹੀ ਪਰਸਨ ਸੀ ਜਿਹੜਾ ਸਭ ਤੋਂ ਸਖਤ ਅੱਖਾਂ ਉਹਨਾਂ ਨੂੰ ਦਿਖਾਉਂਦਾ ਸੀ। ਉਹ ਸੀ ਮਿਸਟਰ ਡੋਨਾਲਡ ਟਰੰਪ, ਜੋ ਕਿ ਹੁਣ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਚੁੱਕੇ ਨੇ। 2024 ਦੀਆਂ ਰਾਸ਼ਟਰਪਤੀ ਚੋਣਾਂ ਲੜਨ ਦੇ ਵੀ ਇੱਛੁਕ ਨੇ। ਨਾਲ ਦੀ ਨਾਲ ਉਹ ਚੀਨ ਨੂੰ ਲੈ ਕੇ ਵੀ ਗੱਲ ਸਾਹਮਣੇ ਆਈ ਹੈ ਕਿ ਕਰੋਨਾ ਵਾਇਰਸ ਫੈਲਾਉਣ ਦੇ ਲਈ ਉਹ ਚੀਨ ਨੂੰ ਸਜ਼ਾ ਦਿਵਾਉਣ ਦੇ ਵੀ ਇੱਛੁਕ ਨੇ। ਸੋ ਸਰ ਕੀ ਕਹਿਣਾ ਚਾਹੋਗੇ? ਮਿਸਟਰ ਟਰੰਪ 2024 ਦੀਆਂ ਰਾਸ਼ਟਰਪਤੀ ਚੋਣਾਂ ਲੜਨਾ ਚਾਹੁੰਦੇ ਨੇ। ਤਰਨ ਗੱਲ ਹੈਗੀ ਉਹ ਟਰੰਪ ਸਾਹਿਬ ਨੇ ਉਹਨਾਂ ਨੂੰ ਪ੍ਰੋਬਲਮ ਹੋ ਰਹਾ। ਹੁਣ ਇੱਕ ਤਾਂ ਉਹ ਪ੍ਰੈਜ਼ੀਡੈਂਟ ਹੈ ਨਹੀਂ, ਉਹਨਾਂ ਨੂੰ ਡਰ ਇਹ ਹੈ ਕਿ ਜਿਹੜੇ ਕੇਸਿਸ ਉਹਨਾਂ ਤੇ ਚੱਲ ਰਹੇ ਨੇ ਉਹਦੇ 'ਚ ਤਰਨ 99% ਸਜ਼ਾ ਹੋਏਗੀ। ਜੇ ਉਹਨਾਂ ਨੂੰ ਸਜ਼ਾ ਹੋ ਜਾਂਦੀ ਹੈ ਤਾਂ ਉਹਨਾਂ ਦਾ ਪੋਲੀਟੀਕਲ ਫਿਊਚਰ ਤੋਂ ਛੱਡੋ ਪਰੇ, ਉਹਨਾਂ ਦਾ ਜੋ ਕੁਝ ਵੀ ਹੈਗਾ ਉਹ ਵੀ ਖਤਮ ਹੋਣ ਦੇ ਚਾਂਸ ਹੋ ਜਾਂਦੇ। ਉਹਨਾਂ ਨੂੰ ਉਸ ਚੀਜ਼ ਨੂੰ ਟਾਲਣ ਵਾਸਤੇ ਅਜਿਹਾ ਕੁਝ ਕਰਨਾ ਹੀ ਪਵੇਗਾ, ਇਹ ਜਿਹਾ ਰੌਲਾ ਪਾਉਣਾ ਹੀ ਪਵੇਗਾ। ਰਿਪਬਲਿਕਨ ਹੁਣ ਜਿਹੜੀਆਂ ਸੈਨੇਟ ਦੀਆਂ ਛੋਟੀਆਂ ਕਿਤੇ ਇਲੈਕਸ਼ਨ ਆਉਂਦੀਆਂ ਨੇ ਉਹਦੇ ਵਿੱਚ ਹੁਣ ਉਹ ਆਪਦੀ ਹਿੱਸਾ ਪਾਉਣ ਲੱਗੇ ਆ। ਜਿੱਥੇ ਹਿੱਸਾ ਪਾਉਣ ਲੱਗੇ ਆ ਪਿਛਲੇ ਵੀਕਐਂਡ 'ਤੇ ਉਹਨਾਂ ਦੇ ਇੱਕ ਜਗ੍ਹਾ 'ਤੇ ਗਏ ਆ। ਮਿਸਟਰ ਟਰੰਪ ਨੇ ਜਿਹੜੀ ਗੱਲਬਾਤ ਕੀਤੀ ਆ ਉਹੀ ਰੋਣਾ ਕਿ ਮੇਰੇ ਨਾਲ ਜਿਹੜੀ ਧੋਖਾ ਕੀਤਾ ਗਿਆ, ਮੈਂ ਇਲੈਕਸ਼ਨ ਜਿੱਤੀ ਹੋਈ ਸੀ। ਉਹਨਾਂ ਨੂੰ ਇਹ ਗੱਲ ਛੱਡਣੀ ਪੈਣੀ ਆ। ਜਿਹੜੀ ਇਹ ਗੱਲ ਕਰਨੀ ਆ ਇਹਦੇ ਨਾਲ ਤਰਨ ਜਿਹੜੀ ਰਿਪਬਲਿਕਨ ਪਾਰਟੀ ਆ ਉਹਨੂੰ ਨੁਕਸਾਨ ਹੋ ਰਿਹਾ। ਜੇ ਰਿਪਬਲਿਕਨ ਪਾਰਟੀ ਕੋਲੇ ਸੈਨੇਟ ਅੱਗੇ ਵੇਲੇ ਨਹੀਂ ਆਉਂਦੀ ਤਾਂ ਰਿਪਬਲਿਕਨ ਪਾਰਟੀ ਕਿੱਥੇ ਜਾਂਦੀ ਹੈਗੀ? ਰੌਲਾ ਤਾਂ ਸੈਨੇਟ 'ਤੇ ਕੰਟਰੋਲ ਕਰਨ ਦਾ। ਟਰੰਪ ਸਾਹਿਬ ਆਪਦਾ ਹੀ ਬੱਚਿਆਂ ਵਾਂਗੂ ਰੋਣਾ ਰੋ ਰਹੇ ਨੇ,
ਅਸਲੋਂ ਡਰ ਇਹ ਹੈ ਕਿ ਮੈਨੂੰ ਕੈਦ ਨਾ ਹੋ ਜਾਵੇ, ਉਹ ਰੋਣਾ ਰੋਇਆ ਜਾ ਰਿਹਾ ਹੈਗਾ। ਪ੍ਰੋਬਲਮ ਇਹ ਹੈ ਬਟ ਹੀ ਇਜ਼ ਡਰੈਗਿੰਗ, ਇਟਸ ਮਾਈ ਵਿਊ, ਹੋ ਸਕਦਾ ਮੇਰੇ ਨਾਲ ਤੁਸੀਂ ਸਹਿਮਤ ਨਾ ਹੋਵੇ, ਖਾਸ ਕਰ ਯੂਐਸ ਵਾਲੇ, ਇਟਸ ਮਾਈ ਵਿਊ, ਹੀ ਇਜ਼ ਡਰੈਗਿੰਗ ਦ ਰਿਪਬਲਿਕਨ ਪਾਰਟੀ ਡਾਊਨ, ਜਿਹੜਾ ਤਰੱਕੀ ਕਰਦੀ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਹਾਂਜੀ ਭਾਜੀ, ਮੈਂ ਇੱਥੋਂ ਆਪਣੇ ਟਾਊਨਟਨ ਤੋਂ ਬੋਲਦੇ। ਸਤਿ ਸ਼੍ਰੀ ਅਕਾਲ ਭਾਜੀ, ਤੁਹਾਨੂੰ ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੁੰਦੇ ਹੋ ਜੀ? ਤੇ ਮੈਂ ਭਾਜੀ ਗੱਲ ਕਰਨਾ ਚਾਹੁੰਦੀ ਆ ਕਿ ਆ ਜਿਹੜੇ ਨਸਲ ਤੋਂ ਆਹਵੇ 5 ਜੀ ਕੁਲਚੇ ਆ ਇਹਨਾਂ ਨੇ ਗੱਡੀ ਦੇ ਹੇਠਾਂ, ਤੇ ਦੇਖੋ ਇਹ ਕੀ ਹੈ, ਤਾਂ ਮਹਾਰਾਜ ਸਾਰੇ ਹੀ ਆਪਾਂ ਜਾਤਾਂ ਪਾਤਾਂ ਆਪਾਂ ਆਪ ਹੀ ਬਣਾਈਆਂ ਆ। ਮਹਾਰਾਜ ਨੇ ਤਾਂ ਕੋਈ ਫਰਕ ਨਹੀਂ ਰੱਖਿਆ ਹਨਾ, ਤੇ ਇਹ ਆਪ ਹੀ ਸਾਰੀਆਂ ਜਾਤਾਂ ਪਾਤਾਂ ਬਣਾਈਆਂ। ਮੈਂ ਤਾਂ ਇਹ ਕਹਿੰਦੀ ਵੀ ਮੇਰੇ ਵਾਲੀਆਂ ਬੁੜੀਆਂ ਪਹਿਲਾਂ ਮੈਂ ਤਾਂ ਆਪਣੇ ਤੇ ਲਾਉਂਗੀ, ਵੀ ਚਾਹੀਦਾ ਸੀਗਾ ਉੱਥੇ ਗੋਹਾ ਸਿੱਟਦੀਆਂ, ਤੇ ਬੰਦਿਆਂ ਨੂੰ ਚਾਹੀਦਾ ਸੀ ਉੱਥੇ ਤੱਤਾ ਕਰਦੇ ਹਲ, ਮਗਰ ਫੇਰ ਸੂਟ ਆਉਣੇ ਚਾਹੀਦੇ ਸੀ। ਨਹੀਂ ਪਰ ਹੁਣ ਜਿਹੜੀ ਇਹਨਾਂ ਨੇ ਇੱਥੇ ਆਣ ਕੇ ਲੱਛਣ ਫੜਿਆ, ਇਹ ਸੁਧਰਦੇ ਹੀ ਨਹੀਂ ਗਏ। ਨਹੀਂ ਪਰ ਜਿਹੜੀ ਉਹ ਗੱਲ ਹੋਈ ਹੈ ਜੀ, ਉਹ ਜਿਹੜਾ ਬੰਦਾ, ਉਹ ਲੋਕਲ ਇੱਥੋਂ ਦਾ ਬੰਦਾ ਜਿਹਨੇ ਟਰੱਕ ਚੜਾਇਆ ਜੀ, ਤੇ ਜਿਹੜੀ ਕਮਿਊਨਿਟੀ ਹੈਗੀ ਆ, ਜਿਹੜੇ ਜਿਨ੍ਹਾਂ ਦੀ ਮੌਤ ਹੋਈ ਹੈ, ਉਹ ਆਪਣੇ ਇਮੀਗ੍ਰੈਂਟ ਸੀਗੇ ਜੀ, ਉਹ ਕਿਸੇ ਮੁਸਲਿਮ ਪਰਿਵਾਰ ਸੀਗਾ ਜੀ। ਇਹ ਜਿਹੜੀ ਗੱਲ ਬੰਦੇ ਨੇ ਕੀਤੀ ਆ, ਉਹ ਇੱਥੋਂ ਦੀ ਜਿਹੜੀ ਜਿਹਨੂੰ ਅਸੀਂ ਕਹਿੰਦੇ ਜੀ ਕਾਕੇਸ਼ੀਅਨ ਨਸਲ ਹੈ, ਉਸ ਦਾ ਬੰਦਾ ਜੀ ਉਹ ਜੀ। ਓਕੇ ਜੀ, ਥੈਂਕ ਯੂ ਸ਼ੁਕਰੀਆ ਜੀ, ਥੈਂਕ ਯੂ ਕਾਲ ਕਰਨ, ਸੋ ਨਾਈਸ ਆਫ ਯੂ, ਥੈਂਕ ਯੂ ਜੀ। ਤੇ ਸਰ ਗੱਲਬਾਤ ਕਰ ਸੀ ਮਿਸਟਰ ਟਰੰਪ ਦੀ, ਕਹਿ ਰਹੇ ਨੇ ਕਿ 2024 ਦੀਆਂ ਚੋਣਾਂ ਵਿੱਚ ਉਹਨਾਂ ਦੀ ਪਾਰਟੀ ਹੀ ਜਿੱਤੇਗੀ, ਤੇ ਜੇ ਜਿੱਤਦੀ ਆ ਤਾਂ ਚੀਨ ਨੂੰ ਵਾਇਰਸ ਫੈਲਾਉਣ ਲਈ ਉਹਨਾਂ ਦੀ ਪਾਰਟੀ ਸਜ਼ਾ ਵੀ ਦਵਾਏਗੀ। ਹਾਂ ਬਿਲਕੁਲ ਦਵਾਏਗੀ ਜੀ, ਇਹ ਜੀ ਸਟੇਟਮੈਂਟ ਉਹਨੂੰ ਦੇਣੀਆਂ ਪੈਣੀਆਂ, ਨਹੀਂ ਤਾਂ ਉਹਨੂੰ ਅੰਦਰ ਆਪ ਹੋ ਜਾਣਾ। ਫ੍ਰੈਂਕਲੀ ਸੌਰੀ, ਮੈਂ ਜੇ ਗੱਲ ਕੀਤੀ ਹੈ, ਐਂਡ ਚਾਂਸਸ ਆ ਮਿਸਟਰ ਟਰੰਪ ਨੂੰ ਸਜ਼ਾ ਹੋਏਗੀ ਕਿਸੇ ਨਾ ਕਿਸੇ ਢੰਗ ਦੇ ਵਿੱਚ, ਕਿਸੇ ਨਾ ਕਿਸੇ ਗੱਲ ਤੇ ਮਿਸਟਰ ਟਰੰਪ ਨੂੰ ਸਜ਼ਾ ਹੋਣੀ ਹੈ। ਮਿਸਟਰ ਟਰੰਪ ਨੂੰ, ਹੀ ਡਸਨਟ ਕੇਅਰ ਅਬਾਊਟ ਯੂਐਸ, he doesn't care about anything, he just cares about himself, ਕਿਉਂਕਿ ਮੈਂ ਹਰਿਆ, ਉਹ ਕਿਤੇ ਨਹੀਂ ਕਿਹਾ ਰਿਪਬਲਿਕਨ ਪਾਰਟੀ ਹੈ ਜੀ, ਨਹੀਂ ਹੈਗੇ ਉਹਨਾਂ ਨਾਲ, ਕਹਿੰਦੇ ਧੋਖਾ ਹੋਇਆ। ਹਾਂ ਧੋਖਾ ਨਹੀਂ, ਧੋਖਾ ਮੇਰੇ ਨਾਲ ਹੋਇਆ, ਸੱਚ ਹਾਂ ਮੇਰੇ ਨਾਲ ਧੋਖਾ ਹੋਇਆ, ਰਿਪਬਲਿਕਨ ਪਾਰਟੀ ਨਾਲ ਨਹੀਂ ਧੋਖਾ ਹੋਇਆ, ਮੇਰੇ ਨਾਲ, ਮੇਰੇ ਪਰਿਵਾਰ ਨਾਲ, ਆਪਦਾ ਪਰਿਵਾਰ ਨੂੰ ਸਾਰੀਆਂ ਉਹਨੇ ਪੋਜੀਸ਼ਨਾਂ ਤੇ ਲਾਇਆ ਹੋਇਆ ਸੀਗਾ। ਸੋ ਟਰੰਪ, he is in trouble, he is in big trouble, and he is creating big trouble for his Republican Party as well. ਜੀ ਬਿਲਕੁਲ। ਤੇ ਸਰ ਇਸ ਦੇ ਨਾਲ ਹੀ ਥੋੜਾ ਜਿਹਾ ਖਬਰਾਂ ਦਾ ਸਿਲਸਿਲਾ ਅਸੀਂ ਸਮਾਪਤ ਕਰਦੇ ਹਾਂ। ਦਰਸ਼ਕਾਂ ਲਈ ਸਵਾਲ ਹੁੰਦਾ ਹਰ ਵਾਰ, ਤੇ ਇਸ ਵਾਰ ਦਾ ਸਵਾਲ ਕੀ ਹੈ? ਲਓ ਜੀ, ਫਿਰ ਆ ਕਾਲ ਲੈ ਲਈ, ਮੈਨੂੰ ਲੱਗਦਾ ਜੇ ਕਾਲ ਆਉਂਦੀ ਹੈ ਜੀ। ਬਿਲਕੁਲ, ਸਭਾ ਟੀਮ ਨੂੰ ਕਵਾਂਗੇ ਨਾਲ ਦੀ ਨਾਲ ਫਾਰਵਰਡ ਕਰ ਦਿਓ ਜੀ, ਕਾਲ ਜੇ ਕਰਨੀਆਂ ਨੇ ਇਹ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਤਰਨ ਜੀ, ਸਤਿ ਸ਼੍ਰੀ ਅਕਾਲ ਨਾਟ ਸਾਹਿਬ। ਸੰਦੇਵਾ ਜੀ, ਸਤਿ ਸ਼੍ਰੀ ਅਕਾਲ, ਮਿਲਟਨ ਤੋਂ ਬੋਲ ਰਹੇ ਹਾਂ। ਸਵਾਗਤ ਹੈ ਜੀ। ਚਾਹੇ ਜੀ ਕਿਮ ਜੋਂਗ ਉਨ ਹੋਏ, ਤੇ ਚਾਹੇ ਟਰੰਪ ਹੋਏ, ਤੇ ਚਾਹੇ ਉਹ ਬੰਦਾ ਜਿਹਨੇ 4 ਬੰਦਿਆਂ ਨੂੰ ਮਾਰਤਾ ਟਰੱਕ ਚੜਾ ਕੇ, ਆਲ ਮੈਂਟਲੀ ਸਿਕਨੈਸ। ਇਹ ਖਾਲੀ ਕ੍ਰਾਈਮ ਨਹੀਂ ਹੈ, ਮੈਂਟਲੀ ਸਿਕ ਲੋਕ ਨੇ। ਸਾਡੇ ਇੰਡੀਆ ਦੇਖ ਲਓ, ਉਹ ਦੇ ਵਾਂਟ ਟੂ ਕਨਵਰਟ ਇੰਡੀਆ ਇਨਟੂ ਅ ਹਿੰਦੂ ਰਾਸ਼ਟਰ। ਅਗਰ ਸੋਚੋ ਸਾਰੇ ਬੰਦੇ ਹਿੰਦੂ ਹੋ ਜਾਣਗੇ ਕਿ ਇੰਡੀਆ ਦੀ ਪ੍ਰੋਬਲਮ ਸॉल्व ਹੋ ਜਾਏਗੀ? ਨਹੀਂ ਸਰ, ਫਿਰ ਉੱਚੀ ਜਾਤ ਔਰ ਨੀਚੀ ਜਾਤ ਦਾ ਪੰਗਾ ਪੈ ਜਾਏਗਾ। ਚਲੋ ਸਾਰੇ ਉੱਚੀ ਜਾਤ ਦੇ ਹੋ ਜਾਣਗੇ, ਫਿਰ ਪੰਗੇ ਖਤਮ ਹੋ ਜਾਣਗੇ? ਨਹੀਂ, ਫਿਰ ਜਿਹੜੇ ਚਤੁਰਵੇਦੀ ਨੇ ਉਹ ਬੈਟਰ ਨੇ, ਜਿਹੜੇ ਦੁਵੇਦੀ ਨੇ ਉਹ ਛੋਟੀ ਜਾਤ ਦੇ ਪੰਡਤ ਨੇ। ਇਹ ਤੇ ਡਿਵੀਜ਼ਨ ਹੁੰਦਾ ਹੀ ਰਹੇਗਾ, ਔਰ ਲੋਕਾਂ ਨੂੰ ਕੋਈ ਨਾ ਕੋਈ ਦੂਜੇ ਨੂੰ ਨੀਵਾਂ ਦਿਖਾਉਣ ਲਈ, ਜਿਹਦਾ ਦਿਮਾਗ ਵਿੱਚ ਸਿਕਨੈਸ ਹੈ, ਉਹ ਦੂਜੇ ਨੂੰ ਨੀਵਾਂ ਦਿਖਾ ਕੇ ਆਪਣੇ ਆਪ ਨੂੰ ਉੱਚਾ ਸ਼ੋ ਕਰਨ ਦੀ, ਤੇ ਉਹ ਤੇ ਸਭ ਚੱਲਦਾ ਹੀ ਰਹੇਗਾ। ਔਰ ਆਈ ਥਿੰਕ ਟਰੰਪ ਵੀ ਮੈਂਟਲੀ ਸਿਕ ਹੈ, ਉਹ ਬੰਦਾ ਜਿਹਨੇ ਗੱਡੀ ਚੜਾਈ ਹੈ ਉਹ ਵੀ ਮੈਂਟਲੀ, ਬੋਥ ਆਰ ਇਕੁਅਲ ਇਨ ਮਾਈ ਓਪੀਨੀਅਨ। ਥੈਂਕ ਯੂ ਜੀ, ਥੈਂਕ ਯੂ ਜੀ, ਗੱਲ ਕਰਨ ਲਈ ਸ਼ੁਕਰੀਆ, ਥੈਂਕਸ ਫॉर ਕਾਲਿੰਗ ਜੀ। ਸਰ ਨੈਕਸਟ ਕਾਲਰ ਵੀ ਜ਼ਰੂਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂ, ਅਮਰੀਕ ਸਿੰਘ ਬੋਲ ਰਿਹਾ ਜੀ, ਬੂਲੇਪੁਰ ਬ੍ਰੈਂਪਟਨ ਤੋਂ। ਹਾਂਜੀ ਜਨਾਬ, ਕੀ ਕਹਿਣਾ ਚਾਹੁੰਦੇ ਹੋ? ਮੈਥੋਂ ਪਹਿਲਾਂ ਕਾਲ ਕੀਤੀ ਸੀ ਕਿਸੇ ਨੇ ਵੀ ਸਾਡੇ ਬਜ਼ੁਰਗ ਤੱਤਾ ਕਰਦੇ ਤੇ ਜਨਾਨੀਆਂ ਗੋਹਾ ਢੋਂਦੀਆਂ ਸੀ, ਉਹਨਾਂ ਦੀ ਕਿਰਪਾ ਨਾਲ ਅਸੀਂ ਬੈਠੇ ਉਰੇ। ਠੀਕ ਹੈ ਜੀ। ਜਿਨ੍ਹਾਂ ਨੇ ਤੱਤਾ ਕਰਕੇ ਵੱਧ ਹੱਤਿਆ ਜਾਂ ਗੋਹਾ ਢੋਇਆ, ਉਹਨਾਂ ਦੀ ਦੇਣ ਕਰਕੇ ਅਸੀਂ ਕੈਨੇਡਾ ਦੀ ਹਵਾ ਖਾ ਰਹੇ ਹਾਂ। ਠੀਕ ਹੈ ਜੀ, ਥੈਂਕ ਯੂ। ਆਪਣਾ ਵਿਰਸਾ ਨਹੀਂ ਭੁੱਲਣਾ ਚਾਹੀਦਾ। ਬਿਲਕੁਲ, ਥੈਂਕ ਯੂ, ਸ਼ੁਕਰੀਆ ਜੀ ਕਾਲ ਕਰਨ ਲਈ, ਮਿਹਰਬਾਨੀ ਥੈਂਕ ਜੀ। ਯੂ ਸੋ ਮਚ। ਤਰਨ ਇਹ ਐਕਟਰ ਨੇ ਜੀ, ਇਹ ਫੀਮੇਲ ਹੈ ਜੀ, ਇਹ ਜੀ ਹੁਣ ਜਦੋਂ ਮੈਂ ਥੋੜਾ ਜਿਹਾ ਤਰਨ ਦੇ ਫਿੱਟ ਆ ਜਾਣੀ ਹੈ ਇਹ ਗੱਲ, ਮੈਨੂੰ ਲੱਗਦਾ ਇਹ 55 ਤੋਂ ਲੈ ਕੇ 60 ਦੇ ਵਿੱਚ ਜਨਮ ਹੋਇਆ। 55 ਠੀਕ ਹੈ, ਠੀਕ ਹੈ ਜੀ, ਓਕੇ। ਇਹ ਮੁੰਬਈ 'ਚ ਹੋਇਆ ਜੀ। ਇਹ ਦਾਨ ਪੁੰਨ ਵੀ ਕਰਦੀ ਹੈ। ਇਹ ਵੈਸੇ ਇਸ ਵੇਲੇ ਹੁਣ ਇਹਦਾ ਜਿਹੜੇ ਨਾਮ ਤੇ ਸ਼ੁਰੂ ਕੀਤਾ ਸੀ
ਇਹਦਾ ਲਾਸਟ ਨੇਮ ਬਦਲਿਆ ਹੈ, ਇੱਕ ਸ਼ੀ ਗਟ ਮੈਰਿਡ, ਠੀਕ ਹੈ। ਕਈ ਨਹੀਂ ਬਦਲਦੀਆਂ, ਵੈਸੇ ਇਹਨੇ ਆਪਦਾ ਨਾਮ ਲਾਸਟ ਨੇਮ ਬਦਲਿਆ ਹੈ। ਠੀਕ ਹੈ। ਕਈ ਇਹ ਹਸਪਤਾਲਾਂ ਦੀ ਚੇਅਰਪਰਸਨ ਵੀ ਹੈਗੀ ਹੈ ਜੀ। ਇਹਨੇ ਜਿਹੜਾ ਹੈਗਾ ਜੀ ਬੰਬੇ ਦੇ ਵਿੱਚੋਂ ਉਹ ਪੜ੍ਹੀ ਹੈ ਜੀ, ਮੈਂ ਹੁਣ ਦੇਖਦਾ ਕੀ ਨਾਂ ਦੱਸਾਂ। ਇਹ ਫੈਮਨਾ ਟੀਨ ਪ੍ਰਿੰਸੈਸ ਵੀ ਬਣੀ ਸੀਗੀ ਜੀ, ਅਤੇ ਇਹਨੇ ਇੰਡੀਆ ਨੂੰ ਉਸ ਦੇ ਵਿੱਚ ਰਿਪਰੈਜ਼ੈਂਟ ਕੀਤਾ ਸੀਗਾ ਅਰੂਬਾ ਦੇ ਵਿੱਚ, ਜਿੱਥੇ ਇਹ ਸੈਕਿੰਡ ਰਨਰ ਅਪ ਸੀਗੀ। 1975 ਦੀ ਗੱਲ ਆ, ਚਲ ਇੰਨਾ ਘੰਟ ਮੈਂ ਦੇ ਦਿੰਦਾ ਜੀ। ਉਸ ਤੋਂ ਮਗਰੋਂ ਇਹਨੇ ਜੈ ਹਿੰਦ ਕਾਲਜ ਦੇ ਵਿੱਚ ਇਹਨੇ ਆਰਟਸ ਦੀ ਡਿਗਰੀ ਕੀਤੀ ਹੈ ਜੀ। 1970 ਦੇ ਵਿੱਚ ਇਹ ਫਿਲਮ ਇੰਡਸਟਰੀ ਨੂੰ ਜੁਆਇਨ ਕੀਤਾ ਸੀਗੇ ਜੀ। ਇਹਨੇ 1991 ਦੇ ਵਿੱਚ ਵੈਸੇ ਇਹਦਾ ਵਿਆਹ ਹੋਇਆ। ਵਿਆਹ ਇਹਦਾ ਇੰਡਸਟਰੀ ਫਿਲਮ ਦਾ 13 ਸਾਲ ਇਹਨੇ ਫਿਲਮਾਂ ਦੇ ਵਿੱਚ ਕੰਮ ਕੀਤਾ। ਉਸ ਤੋਂ ਮਗਰੋਂ ਇਹਨੇ ਫਿਲਮਾਂ 'ਚੋਂ ਸੰਨਿਆਸ ਲਿਆ ਸੀ। ਇਹਨੇ ਸਿਮੀ ਗਰੇਵਾਲ ਦੇ ਨਾਲ ਇੰਟਰਵਿਊ ਵਿੱਚ ਕਿਹਾ, ਕਹਿੰਦੀ ਮੈਨੂੰ ਜਦੋਂ ਮੈਂ ਛੱਡੀਆਂ ਫਿਲਮਾਂ ਮੈਨੂੰ ਇਉਂ ਲੱਗਦਾ ਸੀ ਵੀ ਮੈਂ ਛੇਤੀ ਛੱਡਤੀ ਹੈ, ਪਰ ਬਾਅਦ 'ਚ ਕਹਿੰਦੀ ਆਈ ਹੈਵ ਨੋ ਰਿਗਰੈਟਸ, ਕਹਿੰਦੀ। ਔਰ ਮੁੜ ਕੇ ਇਹਨੇ ਉਸ ਇੰਡਸਟਰੀ ਵੱਲ ਦੇਖਿਆ ਵੀ ਹੈ ਨਹੀਂ। ਇਹ ਇਸ ਪੋਜੀਸ਼ਨ 'ਤੇ ਹੈ, ਇਹਨੂੰ ਦੇਖਣ ਦੀ ਲੋੜ ਵੀ ਹੈ ਨਹੀਂ। ਫਿਲਮਾਂ ਜੀ ਇਹਦੀਆਂ ਰਜੇਸ਼ ਖੰਨਾ ਨਾਲ ਬਹੁਤ ਫਿਲਮਾਂ ਆਈਆਂ ਨੇ ਜੀ, ਦੇਵਾਨੰਦ ਦੇ ਨਾਲ ਫਿਲਮਾਂ ਆਈਆਂ ਜੀ ਇਹਦੀਆਂ, ਅਤੇ ਇਸ ਰਿਸ਼ੀ ਕਪੂਰ ਦੇ ਨਾਲ ਫਿਲਮਾਂ ਆਈਆਂ ਨੇ ਜੀ, ਅਤੇ ਬਾਕੀ ਹੋਰ ਐਕਟਰਸ ਨਾਲ ਇਹਦੀਆਂ ਥੋੜ੍ਹੀਆਂ ਫਿਲਮਾਂ ਆਈਆਂ ਨੇ। ਦੇਖੋ ਹੁਣ ਤੁਸੀਂ, ਮੈਂ ਤੁਹਾਨੂੰ ਥੋੜ੍ਹਾ ਦੱਸਤਾ ਵੀ ਇਹਨੇ 3 ਬੰਦੇ ਹੀ ਆ ਜਿਹਦੇ ਨਾਲ ਬਹੁਤੀਆਂ ਫਿਲਮਾਂ ਆਈਆਂ ਨੇ। ਇਹ ਜੇ ਨਹੀਂ ਹੁਣ ਦੱਸੋਗੇ ਇਹ ਤੁਹਾਨੂੰ ਜੀ, ਹੁਣ ਤੁਹਾਡੀ ਕਮਜ਼ੋਰੀ ਹੈ ਇਹ ਥੋੜ੍ਹਾ ਬਹੁਤਾ। ਜਿਹੜੀ ਨੈਸ਼ਨਲ ਗੈਲਰੀ ਆਫ ਮਾਡਰਨ ਆਰਟ ਹੈਗੀ ਆ, ਉਹਦੇ ਵਿੱਚ ਵੀ ਇਹਦਾ ਹਿੱਸਾ ਹੈਗਾ ਜੀ। ਕਈ ਗਰੀਬ ਸੰਸਥਾਵਾਂ ਨੂੰ ਵੀ ਇਹਨੇ ਪ੍ਰਮੋਟ ਕੀਤਾ ਹੈਗਾ। ਇਹਨੂੰ ਜਿਹਨੂੰ ਕਹਿੰਦੇ ਵੀ ਖੋਜ ਕਿਹਨੇ ਕੀਤੀ ਸੀ, ਆਮ ਇਹ ਹੁੰਦਾ ਨਾ ਹੀਰੋ ਦੀ ਖੋਜ ਕਿਹਨੇ ਕੀਤੀ ਹੈ, ਉਹ ਦੱਸ ਦਿੰਦੇ ਹੁਣ, ਕਿਉਂਕਿ ਫੋਨ ਕੋਈ ਆਇਆ ਨਹੀਂ ਹੈ। ਦੇਵਾਨੰਦ ਨੇ ਇਹਦੀ ਖੋਜ ਕੀਤੀ ਸੀਗੀ, ਅਤੇ ਇਹਦੀ ਜਿਹੜੀਆਂ ਫਿਲਮਾਂ ਉਹਦੇ ਨਾਲ ਕੁਛ ਪਹਿਲੀਆਂ ਫਿਲਮਾਂ ਆਈਆਂ ਸੀ। ਫਿਰ ਰਜੇਸ਼ ਖੰਨੇ ਦੇ ਨਾਲ ਇਹਦੀਆਂ ਬਹੁਤ ਫਿਲਮਾਂ ਹਿੱਟ ਹੋਈਆਂ ਨੇ, ਔਰ ਇਹਨੇ ਮੇਰੇ ਖਿਆਲ ਸਭ ਤੋਂ ਜ਼ਿਆਦਾ ਫਿਲਮਾਂ ਜੇ ਕੀਤੀਆਂ ਹੋਣਗੀਆਂ ਸ਼ਾਇਦ ਰਜੇਸ਼ ਖੰਨੇ ਦੇ ਨਾਲ ਇਹ ਕੀਤੀਆਂ ਨੇ। ਕਾਲਰ ਆਉਣੇ ਸ਼ੁਰੂ ਹੋ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਤਰਨ ਜੀ, ਮੈਂ ਰਜਿੰਦਰ ਸਚਦੇਵਾ ਮਿੰਟਨ ਤੋਂ ਦੁਬਾਰਾ ਕਾਲ ਕਰ ਰਿਹਾ। ਟੀਨਾ ਅੰਬਾਨੀ ਦੀ ਗੱਲ ਕਰ ਰਹੇ ਨੇ ਡਾਕਟਰ ਸਾਹਿਬ। ਟੀਨਾ ਅੰਬਾਨੀ ਦੀ, ਥੈਂਕ ਯੂ ਜੀ, ਸੋ ਨਾਈਸ ਆਫ ਯੂ। ਇਹਨੇ ਫਿਰ ਕਿਸੇ ਵੇਲੇ ਕਿਸੇ ਇੱਕ ਹੀਰੋ ਦੇ ਨਾਲ ਹੀਰੋ ਨੂੰ ਇਹਨੇ ਕਿਹਾ ਵੀ ਸੀਗਾ ਵੀ ਵੀ ਕੈਨ ਮੈਰੀ, ਪਰ ਉਹ ਜਿਹੜਾ ਹੀਰੋ ਸੀਗਾ ਜਿਹਨੇ ਹਿੱਟ ਫਿਲਮਾਂ ਹੁੰਦੀਆਂ ਸੀ, ਉਹਨੇ ਇਹਨੂੰ ਜਵਾਬ ਦਿੱਤਾ ਸੀ ਕਿ ਉਹ ਆਪਣੀ ਪਹਿਲੀ ਘਰ ਵਾਲੀ ਨੂੰ ਡਿਵੋਰਸ ਦੇਣ ਨੂੰ ਤਿਆਰ ਨਹੀਂ ਸੀਗਾ। ਜੀ ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮਾਫੀ ਚਾਹਾਂਗੇ ਜੀ, ਫੋਨ ਡਿਸਕਨੈਕਟ ਹੋ ਗਿਆ। ਨੈਕਸਟ ਕਾਲਰ ਜੀ, ਸ਼ਾਇਦ ਸਾਡੀ ਸਰਵਰ ਟੀਮ ਨਾਲ ਦੀ ਨਾਲ ਆਪਰੇਟ ਕਰ ਰਹੀ ਹੈ। ਸਰਵਰ ਟੀਮ ਨੂੰ ਕਹਾਂਗੇ ਕਿ ਕਰਕੇ ਕਾਲਸ ਫਾਰਵਰਡ ਕੀਤੀਆਂ ਜਾਣ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮਨਦੀਪ ਬੋਲ ਰਹੀ ਹਾਂ ਜੀ, ਵਿਨੀਪੈਗ ਤੋਂ ਜੀ। ਜੀ ਮਨਦੀਪ ਜੀ। ਇਹ ਹੈ ਜੀ ਟੀਨਾ ਮਨੀਮ ਦਾ ਐਕਟਰ ਦੇ ਤੌਰ ਤੇ ਨਾਂ ਸੀ, ਤੇ ਹੁਣ ਟੀਨਾ ਅੰਬਾਨੀ ਹੈ ਜੀ। ਥੈਂਕ ਯੂ ਜੀ ਕਾਲ ਕਰਨ ਲਈ ਸ਼ੁਕਰੀਆ ਜੀ ਸਰ। ਨੈਕਸਟ ਕਾਲਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਜੀ ਸਹੀ ਬੋਲਣਾ ਤੋਂ ਬ੍ਰੈਂਪਟਨ ਟੀਨਾ ਮਨੀਮ ਹੈ ਜੀ। ਪੱਕੀ ਗੱਲ ਆ ਮੰਡੇਰ ਸਾਹਿਬ, ਪੱਕੀ ਗੱਲ ਆ? ਪੱਕੀ ਗੱਲ ਜੀ। ਅੱਛਾ, ਬੜੀ ਦੇਰ ਬਾਅਦ ਦੱਸ ਸਕਦੇ ਹੋ ਇਹਨਾਂ ਦੀ ਇਹਦੀ ਫਿਲਮ ਕੋਈ? ਹਾਂਜੀ, ਉਹ ਦੇਸ਼ ਪ੍ਰਦੇਸ਼ ਸੀਗੀ ਦੇਵਾਨੰਦ ਨਾਲ। ਕੀ ਬਾਤ ਹੈ ਜੀ, ਥੈਂਕ ਯੂ ਕਾਲ ਕਰਨ ਲਈ। ਥੈਂਕ ਯੂ ਜੀ, ਸੌਰੀ ਅਸੀਂ ਡਿਸਕਨੈਕਟ ਕਰ ਦਿੱਤਾ। ਨੈਕਸਟ ਕਾਲਰ ਜੁੜ ਗਏ ਨੇ। ਸੌਰੀ ਮੰਡੇਰ ਸਾਹਿਬ ਜੀ ਸਰ। ਸਾਨੂੰ ਕੁਝ ਫੇਸਬੁੱਕ ਤੇ ਵੀ ਦਰਸ਼ਕ ਕਰ ਰਹੇ ਨੇ, ਰੁਪਿੰਦਰ ਬਾਜਵਾ ਜੀ, ਅਨਿਲ ਨਖਵਾਲ, ਜੋਗ ਚੋਪੜਾ ਜੀ ਕਰਨ, ਟੀਨਾ ਅੰਬਾਨੀ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਟੀਨਾ ਮਨੀਮ ਜੀ, ਮੈਂ ਬ੍ਰੈਂਪਟਨ ਤੋਂ ਬੋਲ ਰਹੀ ਹਾਂ, ਗੋਲਡੀ ਜੀ। ਟੀਨਾ ਮਨੀਮ, ਥੈਂਕ ਯੂ ਜੀ। ਠੀਕ ਹੈ ਜੀ, ਟੀਵੀ ਸਕਰੀਨ ਤੇ ਆਨਸਰ ਸੁਣ ਲਿਓ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸਤਿ ਸ੍ਰੀ ਅਕਾਲ ਜੀ, ਇਹ ਮਾਰਕਮ ਤੋਂ ਬੋਲਦੇ ਜੀ, ਇਹ ਟੀਨਾ ਮਨੀਮ ਜੀ। ਓਕੇ ਜੀ, ਥੈਂਕ ਯੂ ਜੀ। ਟੀਨਾ ਮਨੀਮ ਹੋਰ ਆ ਗਿਆ ਜੀ, ਟੀਨਾ ਮਨੀਮ। ਹਾਂਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਇਹ ਟੀਨਾ ਅੰਬਾਨੀ ਹੈ ਜੀ। ਟੀਨਾ ਅੰਬਾਨੀ ਹੈ ਜੀ, ਥੈਂਕ ਯੂ ਜੀ। ਕਿੱਥੋਂ ਬੋਲ ਰਹੇ ਹੋ ਜੀ? ਮੈਂ ਬ੍ਰੈਂਪਟਨ ਤੋਂ ਬੋਲਦਾ ਜੀ। ਥੈਂਕ ਯੂ ਜੀ ਕਾਲ ਕਰਨ ਲਈ। ਨੈਕਸਟ ਕਾਲਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਟੋਰਾਂਟੋ ਤੋਂ ਬੋਲਿਆ ਜਗਦੀਸ਼ ਰਾਣਾ ਜੀ। ਇਹ ਟੀਨਾ ਮਨੀਮ ਹੈ ਟੀਨਾ ਤੇ ਇਹ ਦੇਸ਼ ਪ੍ਰਦੇਸ਼ ਉਹ ਫਿਲਮ ਆਈ ਸੀ ਦੇਵਾਨੰਦ ਨਾਲ, ਜਿਹਨੇ ਕੀਤਾ ਸੀ ਪ੍ਰਮੋਟ। ਥੈਂਕ ਯੂ ਜੀ। ਤੇ ਇਸ ਵੇਲੇ ਅਨਿਲ ਅੰਬਾਨੀ ਦੀ
ਵਾਈਫ ਹੈ। Thank you ਜੀ। ਥੈਂਕ ਜੋ ਯੂ ਜੀ। ਜੋ ਲੈ ਬੇਟਾ ਸਾਰਿਆਂ ਨੂੰ ਐਸੇ ਦੁਖੀ ਕੀਤਾ ਇਹਨਾਂ ਨੇ ਪਰਿਵਾਰ। ਉਹਦਾ ਭਰਾ ਜੀ ਉਹ। ਉਹ ਮੁਕੇਸ਼ ਅੰਬਾਨੀ ਸੀ। ਅਨਿਲ ਅੰਬਾਨੀ ਕਹਿ ਰਿਹਾ ਮੈਂ ਤੁਹਾਨੂੰ। ਥੈਂਕ ਯੂ ਜੀ ਕਾਲ ਕਰਨ ਲਈ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਜੀ ਕੈਲਡਨ ਤੋਂ ਬੋਲਦਾ ਜੀ। ਟੀਨਾ ਮਨੀ ਮਾਜਰੀ ਤੇ ਇਹਨਾਂ ਦੀ ਵਿਜੇਸ਼ ਕਰਨ ਦੇ ਨਾਲ ਮੂਵੀ ਸੀਗੀ ਦੌਸਨ ਜੀ ਉਹਦਾ ਥੈਂਕ ਯੂ ਕੋਈ ਜੀ। ਗਾਣਾ ਦੱਸ ਸਕਦੇ ਹੋ? ਗਾਣਾ ਹਾਂਜੀ ਮੇਰੀ ਮੰਮੀ ਨੇ ਚਾय पे बुलाया। ਥੈਂਕ ਯੂ ਜੀ ਕਾਲ ਕਰਨ ਲਈ, ਸ਼ੁਕਰੀਆ। ਨੈਕਸਟ ਕਾਲਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਇਹਦਾ ਨਾਮ ਸਾਬਰ ਦੱਸ ਦਿੱਤਾ। ਹਾਂਜੀ। ਟੀਨਾ ਮਨੀ ਇਹਦਾ ਨਾਮ ਇਹਦੀਆਂ ਫਿਲਮਾਂ ਮੈਂ ਬੜੀਆਂ ਦੇਖੀਆਂ। ਮੈਂ ਪਹਿਲੀ ਫਿਲਮ ਦੀ ਬਾਤ ਦੇਖੀ ਸੀ ਗ੍ਰੀਨ ਡਾਰਟ, ਬਹੁਤ ਪੁਰਾਣੀ ਗੱਲ ਹੋ ਗਈ, 40 ਸਾਲ ਤੇ ਹੋ ਗਏ, ਮੈਂ ਕਿਹਾ 45 ਸਾਲ ਹੋ ਗਏ। ਤੇ ਇਹਦੀਆਂ ਫਿਲਮਾਂ ਜਿਹੜੀਆਂ ਬਹੁਤ ਸੀਗੀਆਂ ਆਪਣਾ ਰਜੇਸ਼ਨ ਨਾਲ, ਤੇ ਕਿਉਂਕਿ ਰਜੇਸ਼ਨ ਨਾਲ ਦੀ ਟੌਪ ਦੀ ਫਿਲਮਾਂ ਛੱਡੀਆਂ ਸੀਗੀਆਂ। ਇਹਦੀ ਸਭ ਤੋਂ ਬੜੀ ਗੱਲ ਸੀ ਇਹ ਹਰ ਟਾਈਮ ਹੱਸਦੀ ਰਹਿੰਦੀ ਸੀ। ਥੈਂਕ ਯੂ ਜੀ। ਥੈਂਕ ਯੂ ਜੀ। ਥੈਂਕ ਯੂ ਜੀ ਕਾਲ ਕਰਨ ਲਈ, ਸੋ ਨਾਈਸ ਆਫ ਯੂ। ਥੈਂਕ ਯੂ ਜੀ। ਲਾਸਟ ਕਾਲ ਲੈ ਰਹੇ ਹਾਂ ਪ੍ਰੋਗਰਾਮ ਦੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਆ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕਿੱਥੋਂ ਬੋਲ ਰਹੇ ਹੋ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਕੈਲਗਰੀ ਤੋਂ ਬੋਲਦੇ ਆ ਤੇ ਇਸ ਦਾ ਨਾਮ ਟੀਨਾ ਮੁਨੀਮ ਹੈ ਜੀ। ਟੀਨਾ ਮੁਨੀਮ, ਥੈਂਕ ਯੂ ਜੀ। ਥੈਂਕ ਯੂ ਜੀ, ਸੋ ਨਾਈਸ ਆਫ ਯੂ। ਥੈਂਕ ਯੂ ਜੀ। ਦੇਖੋ ਰਾਜੇਸ਼ ਖੰਨੇ ਨਾਲ ਸਭ ਨੂੰ ਪਤਾ, ਰਿਸ਼ੀ ਕਪੂਰ ਨਾਲ ਵੀ ਕਈ ਮੂਵੀ ਹਾਂ, ਰਿਸ਼ੀ ਕਪੂਰ ਨੇ ਫਿਲਮਾਂ ਆਈਆਂ ਨੇ ਜੀ, ਬਟ ਬਹੁਤੀਆਂ ਰਾਜੇਸ਼ ਖੰਨਾ ਦੇ ਨਾਲ। ਰਾਜੇਸ਼ ਖੰਨੇ ਨੂੰ ਹੀ ਆਫਰ ਕੀਤੀ, ਇਹਨੇ ਕਿਹਾ ਸੀ ਕਿ ਵੀ ਆਪਾਂ ਵਿਆਹ ਕਰਨਾ, ਪਰ ਰਾਜੇਸ਼ ਖੰਨਾ ਨੇ ਡਿੰਪਲ ਨੂੰ ਉਹਨੇ ਅਖੀਰ ਤੱਕ ਡਿਵੋਰਸ ਨਹੀਂ ਦਿੱਤਾ ਉਹਨੇ ਰਾਜੇਸ਼ ਖੰਨੇ ਨੂੰ। ਬਿਲਕੁਲ ਜੀ। ਦੇਖੋ ਟੈਕਨੀਕਲੀ ਜੇ ਕਹੂੰਗਾ ਤਾਂ ਸਾਰਿਆਂ ਦਾ ਜਵਾਬ ਸਹੀ ਨਹੀਂ ਹੈਗਾ। ਟੀਨਾ ਮੁਨੀਮ ਐਂਡ ਟੀਨਾ ਅੰਬਾਨੀ। ਹਾਂਜੀ, ਕਿਉਂਕਿ ਮੈਂ ਟੀਨਾ ਮੁਨੀਮ ਦੀ ਗੱਲ ਕੀਤੀ ਹੈ, ਫਿਲਮਾਂ ਤੋਂ ਪਹਿਲਾਂ ਦੀ ਗੱਲ ਕੀਤੀ ਸੀ, ਵੈਸੇ ਹੁਣ ਟੀਨਾ ਅੰਬਾਨੀ ਹੈ ਜੀ। ਥੈਂਕ ਯੂ ਯਾਰ, ਬਿਲਕੁਲ ਸਹੀ ਜਵਾਬ ਹੈ ਜੀ ਤੁਹਾਡਾ ਸਾਰਾ। ਟੀਨਾ ਮੁਨੀਮ ਬੜੀ ਚੁਲਬੁਲੀ ਐਕਟਰ ਸੀਗੀ। ਤੁਸੀਂ ਤੁਸੀਂ ਉਦੋਂ ਪੈਦਾ ਨਹੀਂ ਹੋਏ ਹੋਣੇ। ਫਿਲਮ ਆਵਾਜ਼ ਦੇਖੀ ਹੋਣੀ ਹੈ ਤੁਸੀਂ। ਸਾਡੇ ਵੇਲੇ ਦੀ ਹੈ, ਅਸੀਂ ਇਹਦੀਆਂ ਫਿਲਮਾਂ ਦੇਖੀਆਂ ਨੇ। ਸੌਤਨ ਵਾਲਾ ਗਾਣਾ ਬਹੁਤ ਮਸ਼ਹੂਰ ਹੋਇਆ ਸੀ, ਸ਼ਾਇਦ ਮੇਰੀ ਮੰਮੀ ਨੇ ਚਾय पे बुला की, शायद मेरी शादी का ख्याल दिल में आया है, इसीलिए मम्मी ने मेरी तुम्हें चाय पे बुलाया है। बड़ा हिट होया सी गाना। बिल्कुल जी, टीना मुनीम जी बिल्कुल इजाजत ਲਈ ਇਸ ਨਾਲ। ਸੋ ਦਿਓ ਫਿਲਹਾਲ ਹੀ ਇਜਾਜ਼ਤ, ਕੱਲ ਫਿਰ ਹੋਵੇਗੀ ਮੁਲਾਕਾਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।